ਹਾਲੇਲੂਇਆ। ਸਭ ਭਾਈ ਭੈਣਾਂ ਦਾ ਸਵਾਗਤ ਕਰਦੇ ਹਾਂ। ਪ੍ਰਭੂ ਤੁਹਾਨੂੰ ਸਭ ਨੂੰ ਆਸ਼ੀਸ਼ ਦੇਵੇ। ਸ਼ਾਲੋਮ ਟੂ ਆਲ। ਪ੍ਰਭੂ ਤੁਹਾਨੂੰ ਸ਼ਾਂਤੀ ਦੇਵੇ। ਹਾਲੇਲੂਇਆ। ਤੇ ਪ੍ਰਭੂ ਨੇ ਸਾਨੂੰ ਮੌਕਾ ਦਿੱਤਾ ਕਿ ਅਸੀਂ ਦੁਨੀਆਦਾਰੀ ਨੂੰ ਛੱਡ ਕੇ ਪ੍ਰਭੂ ਲਈ ਸਮੇਂ ਕੱਢਿਆ। ਹਾਲੇਲੂਇਆ। ਔਰ ਖੁਦਾਵੰਦ ਲਈ ਜੋ ਅਸੀਂ ਸਮੇਂ ਕੱਢਦੇ ਹਾਂ ਉਸ ਸਮੇਂ ਦਾ ਪ੍ਰਭੂ ਸਾਨੂੰ ਆਸ਼ੀਸ਼ ਦਿੰਦਾ ਹੈ। ਹਾਲੇਲੂਇਆ। ਆਓ ਛੋਟੀ ਪ੍ਰਾਰਥਨਾ ਕਰਦੇ ਹਾਂ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਸਰਬ ਸ਼ਕਤੀਮਾਨ ਪਿਆਰੇ ਪ੍ਰਭੂ ਯਿਸੂ ਮਸੀਹ, ਤੁਹਾਡਾ ਬਹੁਤ ਹੀ ਧੰਨਵਾਦ ਕਰਦਾ ਹਾਂ ਖੁਦਾਵੰਦ। ਤੁਹਾਡਾ ਸ਼ੁਕਰ ਕਰਦਾ ਹਾਂ ਪ੍ਰਭੂ ਜੀ ਅੱਜ ਦੇ ਇਸ ਸ਼ਾਮ ਦੇ ਸਮੇਂ ਲਈ। ਪ੍ਰਭੂ ਜੀ ਖੁਦਾਵੰਦ ਜੋ ਭਾਈ ਭੈਣ ਪ੍ਰਭੂ ਜੀ ਤੁਹਾਡੀ ਮਹਿਮਾ ਲਈ ਇਕੱਠੇ ਹੋਏ ਹਨ ਪ੍ਰਭੂ, ਔਰ ਖੁਦਾਵੰਦ ਜੋ ਭਾਈ ਭੈਣ ਰਾਹ ਦੇ ਵਿੱਚ ਆ ਰਹੇ ਹਨ ਖੁਦਾਵੰਦ ਉਹਨਾਂ ਦੀ ਆਉਣ ਵਿੱਚ ਮਦਦ ਕਰੋ ਖੁਦਾਵੰਦ। ਔਰ ਖੁਦਾਵੰਦ ਜਦ ਅਸੀਂ ਪ੍ਰਭੂ ਜੀ ਖੁਦਾਵੰਦ ਜੀ ਅੱਜ ਦੀ ਜੀਵਨ ਦੀ ਰੋਟੀ ਨੂੰ ਪ੍ਰਭੂ ਜੀ ਖਾਣ ਲਈ ਆਏ ਹਾਂ ਖੁਦਾਵੰਦ ਅਸੀਂ ਆਪਣੇ ਆਪ ਨੂੰ ਪ੍ਰਭੂ ਜੀ ਤੁਹਾਡੇ ਸਾਹਮਣੇ ਸਰੈਂਡਰ ਕਰਦੇ ਹਾਂ ਖੁਦਾਵੰਦ। ਅਸੀਂ ਕੁਝ ਵੀ ਨਹੀਂ ਹਾਂ ਪ੍ਰਭੂ ਜੀ, ਅਸੀਂ ਸ਼ੂਨਿਆ ਹਾਂ ਖੁਦਾਵੰਦ ਨਾ ਸਾਨੂੰ ਬੋਲਣਾ ਆਂਦਾ ਹੈ ਖੁਦਾਵੰਦ ਅਸੀਂ ਤਾਂ ਖੁਦਾਵੰਦ ਇੱਕ ਨਿਮਾਣੇ ਜੇ ਖੁਦਾਵੰਦ ਮਨੁੱਖ ਹਾਂ ਖੁਦਾਵੰਦ। ਔਰ ਖੁਦਾਵੰਦ ਜੀ ਬਹੁਤ ਹੀ ਧੰਨਵਾਦ ਕਰਦਾ ਹਾਂ ਖੁਦਾਵੰਦ, ਤੁਸੀਂ ਹਮੇਸ਼ਾ ਹੀ ਸਿਆਣਿਆਂ ਨੂੰ ਪ੍ਰਭੂ ਜੀ ਪਿੱਛੇ ਕਰਕੇ ਖੁਦਾਵੰਦ ਤੁਸੀਂ ਮੂਰਖਾਂ ਨੂੰ ਚੁਣਿਆ ਹੈ ਖੁਦਾਵੰਦ ਜੀ। ਬਾਈਬਲ ਦੇ ਵਿੱਚ ਲਿਖਿਆ ਹੈ ਕਿ ਤੁਸੀਂ ਇਸ ਜਗਤ ਦੇ ਮੂਰਖਾਂ ਨੂੰ ਚੁਣ ਲਿਆ ਔਰ ਜੋ ਸਮਝਦਾਰ ਹਨ ਖੁਦਾਵੰਦ ਉਹਨਾਂ ਨੂੰ ਤੁਸੀਂ ਤੁੱਛ ਕੀਤਾ ਹੈ ਖੁਦਾਵੰਦ ਸੱਚਾ ਪ੍ਰਭੂ ਜੀ। ਮੈਂ ਉਸ ਸਮੇਂ ਨੂੰ ਯਾਦ ਕਰਦਾ ਹਾਂ ਜਦ ਮੂਸਾ ਨੇ ਆਖਿਆ ਕਿ ਹੇ ਖੁਦਾਵੰਦ ਮੈਨੂੰ ਤਾਂ ਬੋਲਣਾ ਵੀ ਨਹੀਂ ਆਉਂਦਾ, ਮੈਂ ਤਾਂ ਥਥਲਾ ਹਾਂ, ਮੇਰੇ ਤਾਂ ਬੁੱਲ ਮੋਟੇ ਹਨ। ਪਰ ਯਹੋਵਾ ਜੀ ਤੁਸੀਂ ਆਖਿਆ ਹੇ ਮੂਸਾ ਨਾ ਡਰ ਨਾ ਘਬਰਾ, ਕਿਉਂਕਿ ਤੂੰ ਨਹੀਂ ਬੋਲਣ ਵਾਲਾ ਤਾਂ ਮੈਂ ਹਾਂ ਖੁਦਾਵੰਦ। ਮੈਂ ਤੁਹਾਡਾ ਬੜਾ ਹੀ ਧੰਨਵਾਦ ਕਰਦਾ ਹਾਂ ਖੁਦਾਵੰਦ ਸੱਚਾ ਪ੍ਰਭੂ ਜੀ ਅਸੀਂ ਕੁਛ ਨਹੀਂ ਹਾਂ। ਔਰ ਖੁਦਾਵੰਦ ਯਹੋਨਾ ਬਪਤਿਸਮਾ ਦੇਣ ਵਾਲੇ ਨੇ ਕਿਹਾ ਹੇ ਪ੍ਰਭੂ ਜੀ ਤੁਸੀਂ ਵਧੋ ਤੇ ਮੈਂ ਘਟ ਜਾਵਾਂ ਮੇਰੇ ਪ੍ਰਭੂ ਜੀ। ਤੁਹਾਡਾ ਬਹੁਤ ਹੀ ਧੰਨਵਾਦ ਕਰਦਾ ਹਾਂ, ਤੁਹਾਡਾ ਸ਼ੁਕਰ ਕਰਦਾ ਹਾਂ ਖੁਦਾਵੰਦ ਜੀ ਅੱਜ ਸ਼ਾਮਾਂ ਦੀ ਇਸ ਸੰਗਤੀ ਲਈ ਪ੍ਰਭੂ ਜੀ। ਖੁਦਾਵੰਦ ਸੱਚਾ ਮੇਰੇ ਪ੍ਰਭੂ ਖੁਦਾਵੰਦ ਬਹੁਤ ਹੀ ਧੰਨਵਾਦ ਕਰਦਾ ਹਾਂ ਖੁਦਾਵੰਦ ਇਹਨਾਂ ਭਾਈਆਂ ਭੈਣਾਂ ਲਈ ਪ੍ਰਭੂ ਜੀ ਜੋ ਖੁਦਾਵੰਦ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਪ੍ਰਭੂ ਜੀ ਤੁਹਾਡੇ ਲਈ ਪ੍ਰਭੂ ਜੀ ਇੱਥੇ ਇਕੱਠੇ ਹੋਏ ਹਨ। ਔਰ ਖੁਦਾਵੰਦ ਦੇ ਲਿਖਿਆ ਹੈ ਕਿ ਮਸੀਹ ਦੇ ਵਿੱਚ ਪ੍ਰਭੂ ਜੀ ਜੋ ਅਸੀਂ ਸਮਾਂ ਲਾਉਂਦੇ ਹਨ ਉਹ ਸਮਾਂ ਕਦੀ ਵੀ ਵਿਅਰਥ ਨਹੀਂ ਜਾਂਦਾ ਹੈ ਖੁਦਾਵੰਦ। ਪ੍ਰਭੂ ਜੀ ਜੋ ਸਮੇਂ ਅਸੀਂ ਪ੍ਰਭੂ ਜੀ ਅਸੀਂ ਲਾਇਆ ਹੈ ਪ੍ਰਭੂ ਜੀ ਤੁਹਾਡੀ ਮਹਿਮਾ ਦੇ ਲਈ, ਔਰ ਖੁਦਾਵੰਦ ਤੁਸੀਂ ਉਸ ਦਾ ਸਾਨੂੰ ਫਲ ਦੇ ਰਹੇ ਹੋ। ਔਰ ਖੁਦਾਵੰਦ ਜੀ ਉਹ ਫਲ ਪ੍ਰਭੂ ਜੀ ਅਨੰਤ ਜੀਵਨ ਹੈ ਮੇਰੇ ਪ੍ਰਭੂ। ਮੈਂ ਬਹੁਤ ਹੀ ਸ਼ੁਕਰ ਕਰਦਾ ਹਾਂ ਖੁਦਾਵੰਦ ਜੋ ਭਾਈ ਭੈਣ ਪ੍ਰਭੂ ਜੀ ਸਭਾ ਦੇ ਵਿੱਚ ਇਕੱਠੇ ਹੋਏ ਹਨ ਪ੍ਰਭੂ ਜੀ ਬਹੁਤ ਹੀ ਬਰਕਤ ਦੇਣਾ ਪ੍ਰਭੂ ਜੀ। ਖੁਦਾਵੰਦ ਜੀ ਸਾਡੇ ਹੋਂਠਾਂ ਨੂੰ ਮਸਾ ਕਰਨਾ, ਸਾਡੀ ਆਵਾਜ਼ ਨੂੰ ਮਸਾ ਕਰਨਾ ਪ੍ਰਭੂ ਜੀ ਤੁਹਾਡੀ ਮਹਿਮਾ ਲਈ ਪ੍ਰਭੂ ਜੀ। ਜੋ ਵੀ ਗੀਤ ਭਜਨ ਗਾਏ ਜਾਣ ਪ੍ਰਭੂ ਜੀ ਉਹਨਾਂ ਵਿੱਚ ਪ੍ਰਭੂ ਜੀ ਪੂਰੀ ਦਾ ਅਭਿਸ਼ੇਕ ਡੋਲਣਾ ਮੇਰੇ ਪ੍ਰਭੂ ਜੀ। ਔਰ ਖੁਦਾਵੰਦ ਜੀ ਵਿਸ਼ੇਸ਼ ਤੌਰ ਤੇ ਸੇਵਕ ਭਾਈ ਨੂੰ ਪ੍ਰਭੂ ਜੀ ਤੁਹਾਡੇ ਪਵਿੱਤਰ ਹੱਥ ਵਿੱਚ ਸੌਂਪ ਦਿੰਦਾ ਹਾਂ ਖੁਦਾਵੰਦ ਜੀ। ਤੁਸੀਂ ਹੀ ਪ੍ਰਭੂ ਜੀ ਰੂਹ ਦੇ ਨਾਲ ਭਰ ਕੇ ਮਾਮੂਰੀ ਦੇ ਨਾਲ ਪ੍ਰਭੂ ਜੀ ਇਸਤੇਮਾਲ ਕਰਨਾ ਮੇਰੇ ਪ੍ਰਭੂ ਜੀ। ਔਰ ਖੁਦਾਵੰਦ ਸਾਰੇ ਸਾਊਂਡ ਸਿਸਟਮ ਨੂੰ ਪ੍ਰਭੂ ਜੀ ਤੁਹਾਡੇ ਪਵਿੱਤਰ ਹੱਥ ਵਿੱਚ ਸੌਂਪ ਦਿੰਦਾ ਹਾਂ ਖੁਦਾਵੰਦ। ਤੁਸੀਂ ਹੀ ਅਗਵਾਈ ਕਰਨਾ, ਮਾਰਗ ਦਰਸ਼ਨ ਕਰਨਾ ਪ੍ਰਭੂ ਜੀ। ਔਰ ਖੁਦਾਵੰਦ ਜੀ ਸਾਰੇ ਇੰਤਜ਼ਾਮਾਂ ਨੂੰ ਹਾਲੇਲੂਇਆ ਖੁਦਾਵੰਦ ਜੀ ਤੁਹਾਡੇ ਹੱਥ ਵਿੱਚ ਦਿੰਦਾ ਹਾਂ ਖੁਦਾਵੰਦ। ਤੁਸੀਂ ਹੀ ਅਗਵਾਈ ਕਰਨਾ, ਮਾਰਗ ਦਰਸ਼ਨ ਕਰਨਾ। ਔਰ ਪ੍ਰਭੂ ਜੀ ਲਾਈਟ ਨੂੰ, ਸਾਰੇ ਸਾਊਂਡ ਸਿਸਟਮ ਨੂੰ ਔਰ ਸਾਰੇ ਇੰਤਜ਼ਾਮਾਂ ਨੂੰ ਪ੍ਰਭੂ ਜੀ ਤੁਹਾਡੇ ਹੱਥ ਵਿੱਚ ਦਿੰਦਾ ਹਾਂ। ਤੁਸੀਂ ਹੀ ਪ੍ਰਭੂ ਜੀ ਸਹਾਇਤਾ ਕਰਨਾ ਮੇਰੇ ਪ੍ਰਭੂ ਜੀ। ਔਰ ਖੁਦਾਵੰਦ ਸੱਚਾ ਪ੍ਰਭੂ ਜਦ ਪ੍ਰਭੂ ਜੀ ਅਸੀਂ ਤੁਹਾਨੂੰ ਪੁਕਾਰਦੇ ਹਾਂ ਪ੍ਰਭੂ ਜੀ ਔਰ ਤੁਸੀਂ ਹਮੇਸ਼ਾ ਹੀ ਖੁਦਾਵੰਦ ਤੁਸੀਂ ਜਵਾਬ ਦਿੰਦੇ ਹੋ। ਔਰ ਇਹ ਲਿਖਿਆ ਹੈ ਕਿ ਜਿੱਥੇ 2 ਜਾਂ 3 ਮੇਰੇ ਨਾਮ ਦੇ ਵਿੱਚ ਇਕੱਠੇ ਹੁੰਦੇ ਹਨ ਉਹਨਾਂ ਦੇ ਵਿੱਚ ਮੈਂ ਆ ਜਾਂਦਾ ਹਾਂ ਖੁਦਾਵੰਦ। ਤੁਹਾਡਾ ਬੜਾ ਹੀ ਧੰਨਵਾਦ ਕਰਦਾ ਹਾਂ। ਔਰ ਖੁਦਾਵੰਦ ਇਹ ਵੀ ਲਿਖਿਆ ਹੈ ਜਿੱਥੇ ਦੇਹ ਹੁੰਦੀ ਹੈ ਉੱਥੇ ਉਕਾਬ ਇਕੱਠੇ ਹੁੰਦੇ ਹਨ। ਔਰ ਖੁਦਾਵੰਦ ਇੱਥੇ ਇੱਕ ਵਾਰ ਫਿਰ ਉਕਾਬ ਇਕੱਠੇ ਹੋ ਗਏ ਹਨ। ਔਰ ਖੁਦਾਵੰਦ ਉਕਾਬ ਹਮੇਸ਼ਾ ਤਾਜ਼ਾ ਮਾंस ਖਾਂਦਾ ਹੈ। ਔਰ ਖੁਦਾਵੰਦ मैं विश्वास करता हाँ खुदावंद ताजा मांस अवेलेबल है। और खुदावंद ये उकाब जो हैं ये नोच के एक बार फिर इस ताजा मांस ਨੂੰ ਖਾਣ ਜਾ ਰਹੇ ਹਨ खुदावंद। प्रभु जी रूह जिस्म जान ਨੂੰ प्रभु जी ਤੁਹਾਡੇ ਹੱਥ ਵਿੱਚ ਦਿੰਦੇ ਹਾਂ खुदावंद। ਤੁਸੀਂ ਹੀ ਇਸਤੇਮਾਲ ਕਰਨਾ प्रभु जी, ਤੁਸੀਂ ਹੀ प्रभु जी ਅਗਵਾਈ ਕਰਨਾ प्रभु जी। ਰਹਿੰਦੇ ਸਮੇਂ ਨੂੰ ਤੁਹਾਡੇ ਹੱਥ ਵਿੱਚ ਦਿੰਦੇ ਹੋਏ ਇਹ ਛੋਟੀ ਜੀ ਬੇਨਤੀ ਪ੍ਰਾਰਥਨਾ ਮਸੀਹ ਯਿਸੂ ਦੇ ਪਵਿੱਤਰ ਨਾਮ ਚ ਮੰਗਦਾ ਹਾਂ, ਆਮੀਨ ਹਾਲੇਲੂਇਆ। प्रभु का बहुत ही धन्यवाद करते हाँ, ओदी शुक्र करते हाँ, ओदी महिमा करते हाँ, हालेलुया। ठीक है जी, हालेलुया। आओ प्रभु की महिमा दे विच एक भजन गावांगे, हालेलुया। ਅਸੀਂ सब जानते हाँ
कि यहोवा ने ही इस सृष्टि ਨੂੰ ਬਣਾਇਆ ਹੈ। ਹਾਲੇਲੂਇਆ। ਤੇ ਲਿਖਿਆ ਹੈ, ਅਸੀਂ ਬਾਈਬਲ ਦੇ ਵਿੱਚ ਪੜ੍ਹਦੇ ਹਾਂ, ਜ਼ਬੂਰ 118 ਉਹਦਾ 24 ਦੇ ਵਿੱਚ ਲਿਖਿਆ ਹੈ कि आज का दिन यहोवा ने बनाया है तो हम उसमें आनंदित हो। हालेलुया। बहुत ही आनंद होने का विषय है। खुदावंद दी महिमा करिए, क्योंकि सब तो महत्वपूर्ण है कि ਅਸੀਂ ਉਸ ਦੀ ਵਰਸ਼ਿਪ ਕਰੀਏ। हालेलुया। आओ एक मन हो के आनंद ਦੇ ਨਾਲ ਇਸ ਭਜਨ ਨੂੰ ਗਾਵਾਂਗੇ। आज का दिन यहोवा ने बनाया है। आमीन। हालेलुया।
प्रेज द लॉर्ड। हालेलुया। सब बैठ सकते हैं। एक बेनती है, खुदा तुहानू बहुत बरकत देवे। इस ढंग ना मतलब इदां दा माहौल जगह नू कवर करना वा। थोड़े थोड़े बच्चों नू अगे लै लो ताकि भाई जेरे बाहरों आ रहे हैं वो भी बैठ सकन। यीशु मसीह तुहानू बहुत बरकत देवे। आज का दिन यहोवा ने बनाया है, आमीन। हम इसमें आनंद में। हालेलुया। और भाइयों बहनों, फोटोआं दे हर एक ते लिखिया हुंदा जगत नूं रचन वाला, सृष्टि करता, पर साडे कोल सबूत हन। हालेलुया। उत्पत्ति विच उहने दिनां नूं बनाया और लिखिया, उन्हें हनेरे नूं चानण तो वखरा कीता। आमीन। और हनेरे नूं उन्हें रात किया और चानण नूं उन्हें दिन किया। हालेलुया। यीशु मसीह तुहानू बहुत बरकत देवे और साडे वास्ते भी ये दिन ठहराया। आमीन। यीशु मसीह तुहानू बहुत बरकत देवे। आओ ਆਪਾਂ प्रार्थना ਵਿੱਚ ਚੱਲਦੇ ਆ और सब मिल के अद्धी चलती हुई बंदगी वास्ते ਆਪਾਂ सब ने प्रार्थना करनी है। सब प्रार्थना करेंगे। प्यारे प्रभु यीशु मसीह तू महान है, तू दयावान है खुदावंदा। प्रभु यीशु मसीह दे सोहने समय वास्ते तेरा धन्नवाद है। प्यारे प्रभु तू सानू संभालिया खुदावंदा, साडी राखी कीती और प्रभु अज दा दिन भी साडी जिंदगी विच जोड़िया खुदावंदा। महान पिता, कई हन जिहड़े अज दा दिन नहीं वेख सकते प्यारे प्रभु यीशु मसीह, पर तू अपने बच्चों नू संभालदा खुदावंदा, अपने बच्चों की राखी करदा। प्यारे प्रभु तेरा धन्नवाद आ। प्रभु तू साडे राह रस्तियां विच राखी कीती और इस शाम भी प्रभु इस घर विच सानू इकट्ठा कीता प्यारे प्रभु, ताकि असीं तेरी महिमा कर सकीए खुदावंदा, तेरी वडियाई कर सकीए खुदावंदा। प्रभु यीशु मसीह तू सानू एक्सीडेंट खौफ खतरे तो बचा के रखिया प्यारे प्रभु। मेरे खुदा आए हुए जियां लई तेरा धन्नवाद आ प्रभु, जिन्हें पहुंच चुके ने उन्हां लई तेरा धन्नवाद आ। और प्रभु जिन्हें आ रहे ने खुदावंदा उन्हां दे रस्ते नू अपने हत्थां च लई प्यारे प्रभु यीशु मसीह। ओ भाई भैन सही सलाम तेरी हुजूरी च पहुंच सकन खुदावंदा। महान पिता, साडे सेवक लई तेरा बहुत धन्नवाद आ प्रभु, नाल आए हुए भाइयां लई तेरा धन्नवाद आ प्रभु यीशु मसीह। तू उन्हां दे साधन नू अपने हत्थां च लिया प्रभु और सही सलाम साडे विच तू पहुंचाया प्यारे प्रभु यीशु मसीह। ये भी तेरी भलाई आ प्यारे प्रभु यीशु मसीह। मेरे खुदा इस घर नू बहुत बरकत दे, जिन्हां ने इंतजाम किया। मेरे भाई ते मेरी बहन ते तेरी कृपा वाला हाथ हमेशा बने रहे खुदावंदा, और बंदगी दे बाकी दे माहौल नू अपने हत्थां च लई प्यारे प्रभु यीशु मसीह। मेरे खुदा एक एक जी ते तेरी कृपा वाला हाथ होवे खुदावंदा। महान पिता, सारे माहौल नू अपने हत्थां च लई खुदावंदा। कृपा करी प्रभु, बेनती सुनी ते कबूल करी। ए मंगे तेरे मिठे नाम प्रभु यीशु मसीह दे नाम च आमीन। आमीन। ब्रदर मैनुअल प्रभु दी महिमा वास्ते एक होता जरूर बोलन की बरकत देवे। हालेलुया। हालेलुया। आओ प्रभु का धन्नवाद करते हैं। हालेलुया। इस जगत दी दुल्हन उत्ते मौत है। हालेलुया। पर एक आत्मिक दुल्हन है जिस दे उत्ते मौत नहीं है। आमीन। आओ प्रभु का धन्नवाद करते हैं। असीं गीत गावांगे कि जे दुल्हन नहीं मरेगी। हालेलुया। लेट अस स्टार्ट। दुल्हन एक तरफ है दुनिया, दोनों की अपनी मंजिल, एक जीना है एक मरना। एक तरफ है दुल्हन एक तरफ है दुनिया, दोनों की अपनी मंजिल, एक जीना है एक मरना। वचन खुदा का बोले जे दुनिया तो जलेगी, वचन खुदा दुनिया तो चलेगी लेकिन दुल्हन नहीं मरेगी। ये दुल्हन नहीं मरेगी, दुल्हन नहीं
आज खुदावंद न्यायी बनकर आया है। भट्टे का सा दिन है आता, दुष्टों की राख बनेगी। भट्टे का सा दिन है आता, दुष्टों की राख बनेगी। लेकिन दुल्हन नहीं बनेगी, ये दुल्हन नहीं मरेगी। दुल्हन नहीं मरेगी, ये दुल्हन नहीं मरेगी। एक तरफ है दुल्हन, एक तरफ है दुनिया, दोनों की अपनी मंजिल। एक जीना है एक मरना, एक तरफ है दुल्हन, एक तरफ है दुनिया, दोनों की अपनी मंजिल। एक जीना है एक मरना। धन्यवाद यीशु मसीह। हालेलुया। खुदावंद का धन्यवाद करिए कि उसने हम दुल्हन बनाया। आमीन। दूल्हा दुल्हन का मेल हुआ है, दोनों एक हुए हैं। आमीन। दूल्हा दुल्हन का मेल हुआ है, दोनों एक हुए हैं। वचन का बीज है दुल्हन में, ये वचन से गर्भवती है। वचन का बीज है दुल्हन में, ये वचन से गर्भवती है। पुस्तक इसने खाई है, ये पुस्तक बन चुकी है। ये दुल्हन ना बहकेगी, ये वचन के द्वारा बनी है। पुस्तक इसने खाई है, पुस्तक बन चुकी है। ये दुल्हन ना बहकेगी, ये वचन के द्वारा बनी है। कष्ट काल आने से पहले
हालेलुया। ये दुल्हन नहीं मरेगी। आमीन। और आप इसे ਲਈ ਇਹਨਾਂ ਬੰਦਗੀਆਂ ਵਿੱਚ ਆਉਨੇ ਆ ਤਾਂ ਕਿ ਆਪਾਂ ਦੁਲਹਨ ਦਾ ਹਿੱਸਾ ਹੋ ਸਕੀਏ, ਹੈਨਾ। ਸੰਸਾਰ ਦੀਆਂ ਬੰਦਗੀਆਂ ਹੁੰਦੀਆਂ, ਕੋਠੇ ਪੈ ਜਾਣ, ਬਾਹਰ ਜਾਣ ਚ ਰੁਕਾਵਟਾਂ ਦੂਰ ਹੋ ਜਾਣ, ਹਾਂਜੀ, ਮੁੰਡੇ ਦੀ ਨੌਕਰੀ ਲੱਗ ਜੇ, ਵਧੀਆ ਨੌਕਰੀ ਲੱਗ ਜੇ ਜਾਂ ਕੁਝ ਇਦਾਂ ਦਾ ਹੋ ਜੇ, ਪਰ ਲਾੜੀ ਆ ਉਹ ਬੰਦਗੀਆਂ ਤੇ ਜਾ ਰਹੀ ਆ, ਆਮੀਨ, ਔਰ ਆਪਣੇ ਦੂਲੇ ਨਾਲ ਮੇਲ ਕਰ ਰਹੀ ਆ, ਹਾਲੇਲੂਇਆ। ਆਪਾਂ ਇੱਥੇ ਇੱਕ ਦੂਜੇ ਨੂੰ ਨਹੀਂ ਬਲਕਿ ਕਿਹਨੂੰ ਮਿਲਣਾ ਆ? ਪ੍ਰਭੂ ਯਿਸੂ ਮਸੀਹ ਨੂੰ, ਆਮੀਨ, ਹਾਲੇਲੂਇਆ। ਖੁਦਾ ਬਹੁਤ ਬਰਕਤ ਦੇਵੇ। ਔਰ ਆਪਾਂ ਇੱਕ ਪ੍ਰਾਰਥਨਾ ਵਿੱਚ ਚੱਲਦੇ ਆ, ਬੇਨਤੀ ਕਰਾਂਗੇ। ਵਚਨ ਵਾਸਤੇ ਪ੍ਰਾਰਥਨਾ ਮੈਂ ਚਾਹੁੰਦਾ ਭੈਣ ਸਿਸਟਰ ਏਕਤਾ ਨਾਲ ਮਿਲ ਕੇ ਕਰਾਂਗੇ, ਔਰ ਉਸ ਤੋਂ ਬਾਅਦ ਆਪਾਂ ਸੇਵਕ ਨੂੰ ਬੁਲਾ ਲਵਾਂਗੇ। ਖੁਦਾ ਬਰਕਤ। ਯਿਸੂ ਮਸੀਹ ਧੰਨਵਾਦ ਕਰਦੀ ਹਾਂ ਪ੍ਰਭੂ, ਅੱਜ ਦਾ ਸਮਾਂ ਪ੍ਰਭੂ ਸੱਚਮੁੱਚ ਜਗਤ ਦੀ ਨੀਂਹ ਧਰਨ ਤੋਂ ਪਹਿਲਾਂ ਹੀ ਠਹਿਰਾਇਆ ਸੀ ਮੇਰੇ ਖੁਦਾ। ਤੂੰ ਹੀ ਭਲਾ ਹੈ ਪ੍ਰਭੂ, ਤੂੰ ਸਾਡੇ ਨਾਲ ਭਲਾਈਆਂ ਕਰਦਾ ਹੈ ਮੇਰੇ ਪਿਆਰੇ ਪ੍ਰਭੂ ਯਿਸੂ ਮਸੀਹ। ਮੈਂ ਪ੍ਰਾਰਥਨਾ ਕਰਦੀ ਹਾਂ ਪ੍ਰਭੂ ਯਿਸੂ ਮਸੀਹ, ਜਿੰਨੇ ਭੈਣ ਭਾਈ ਹੈ ਸਭ ਨੂੰ ਬਰਕਤ ਦੇ ਪ੍ਰਭੂ, ਰਸਤਿਆਂ ਵਿੱਚ ਸਾਰਿਆਂ ਨੂੰ ਹਿਫਾਜ਼ਤ ਨਾਲ ਇਸ ਜਗ੍ਹਾ ਤੇ ਪਹੁੰਚਾ ਮੇਰੇ ਪਿਆਰੇ ਪ੍ਰਭੂ ਯਿਸੂ ਮਸੀਹ। ਮੇਰੇ ਮਹਾਨ ਪ੍ਰਭੂ, ਜੇ ਕਿਸੇ ਦੇ ਦਿਲ ਦੇ ਅੰਦਰ ਉਮੰਗ ਹੈ, ਉਮੀਦ ਹੈ ਪ੍ਰਭੂ, ਓ ਯੈਸ ਹੋਲੀ ਗੋਡ ਜੀ ਪ੍ਰਭੂ। ਮੇਰੇ ਮਹਾਨ ਪ੍ਰਭੂ, ਅਸੀਂ ਭੁੱਖੇ ਤੇ ਪਿਆਸੇ ਤੇਰੇ ਵਚਨ ਲਈ ਇਸ ਜਗ੍ਹਾ ਤੇ ਜੀ ਪ੍ਰਭੂ ਯਿਸੂ ਮਸੀਹ। ਅਸੀਂ ਜਾਣਦੇ ਹਾਂ ਪ੍ਰਭੂ ਸ਼ੈਤਾਨ ਕਿੰਨੀਆਂ ਰੁਕਾਵਟਾਂ ਕੱਸ ਰਿਹਾ ਸੀ ਮੇਰੇ ਪਿਆਰੇ ਖੁਦਾ, ਪਰ ਮੇਰੇ ਯਹੋਵਾ ਤੇਰਾ ਹੱਥ ਵੱਡਾ ਸੀ। ਯੈਸ ਪ੍ਰਭੂ ਮੇਰੇ ਖੁਦਾ। ਮੇਰੇ ਮਹਾਨ ਪ੍ਰਭੂ ਯਿਸੂ ਮਸੀਹ, ਤੂੰ ਡਾਢਾ ਰਹਿਮ ਕੀਤਾ ਸਾਡੇ ਜੀ ਪ੍ਰਭੂ ਯਿਸੂ। ਮੈਂ ਪ੍ਰਾਰਥਨਾ ਕਰਦੀ ਹਾਂ ਮੇਰੇ ਪ੍ਰਭੂ, ਪਾਸਟਰ ਭਾਈ ਨੂੰ ਆਪਣੇ ਲਹੂ ਵਾਲੇ ਹੱਥ ਵਿੱਚ ਲੈ ਮੇਰੇ ਜੀ ਪ੍ਰਭੂ ਯਿਸੂ। ਸਿਰ ਤੋਂ ਲੈ ਕੇ ਪੈਰਾਂ ਦੀਆਂ ਤਲੀਆਂ ਤੱਕ ਆਪਣੀ ਰੂਹ ਦੀ ਅੱਗ ਦੇ ਨਾਲ ਮਸਾ ਕਰ ਮੇਰੇ ਜੀ ਪ੍ਰਭੂ ਯਿਸੂ। ਅੱਜ ਫੇਰ ਪ੍ਰਭੂ ਤੇਰਾ ਵਚਨ ਸਾਨੂੰ ਸੁਣਾ ਸਕੇ ਮੇਰੇ ਜੀ ਪ੍ਰਭੂ ਯਿਸੂ। ਤੇ ਪਿਤਾ ਤੂੰ ਸਾਨੂੰ ਸੁਣਨ ਵਾਲੇ ਕੰਨ ਵੀ ਦੇਵੀਂ ਮੇਰੇ ਖੁਦਾ, ਕਿਰਪਾ ਕਰੀ, ਕਿਉਂਕਿ ਅਸੀਂ ਜਾਣਦੇ ਹਾਂ ਕਿ ਇਸ ਧਰਤੀ ਦੇ ਸਮਾਂ ਬਹੁਤ ਜ਼ਿਆਦਾ ਨਹੀਂ ਬਚਿਆ ਮੇਰੇ ਸੱਚਾ ਮੇਰੇ ਮਹਾਨ ਪ੍ਰਭੂ। ਅਸੀਂ ਤੇਰੇ ਕੋਲੋਂ ਆ ਜਾਣਾ ਚਾਹੁੰਦੇ ਹਾਂ ਮੇਰੇ ਪ੍ਰਭੂ ਮੇਰੇ ਪਿਆਰੇ ਪ੍ਰਭੂ ਯਿਸੂ ਮਸੀਹ, ਕਿਰਪਾ ਕਰ ਪ੍ਰਭੂ। ਇਹਦੇ ਸਾਰੇ ਪ੍ਰਭੂ ਯਿਸੂ ਮਸੀਹ ਕੰਮਾਂ ਨੂੰ ਆਪਣੇ ਹੱਥ ਵਿੱਚ ਲੈ ਮੇਰੇ ਜੀ ਪ੍ਰਭੂ ਯਿਸੂ ਮਸੀਹ। ਮੇਰੇ ਮਹਾਨ ਪ੍ਰਭੂ, ਜੋ ਭਾਈ ਬੰਦੀ ਲੀਡ ਕਰ ਰਿਹਾ ਉਸ ਨੂੰ ਆਪਣੇ ਲਹੂ ਵਾਲੇ ਹੱਥ ਵਿੱਚ ਲੈ ਯੈਸ ਹੋਲੀ ਗੋਡ। ਮੇਰੇ ਮਹਾਨ ਪ੍ਰਭੂ, ਸਭ ਤੇਰੇ ਕੋਲੋਂ ਅੱਜ ਕੁਝ ਲੈ ਕੇ ਜਾਣ ਮੇਰੇ ਜੀ ਪ੍ਰਭੂ ਯੈਸ ਲਾਰਡ। ਮੇਰੇ ਮਹਾਨ ਪ੍ਰਭੂ, ਅਸੀਂ ਤੈਨੂੰ ਪੁਕਾਰਦੇ ਹਾਂ, ਤੂੰ ਇਸ ਜਗ੍ਹਾ ਤੇ ਹੈ ਮੇਰੇ ਪਿਆਰੇ ਖੁਦਾ। ਮੇਰੇ ਮਹਾਨ ਪ੍ਰਭੂ, ਸਾਰੇ ਹੀ ਸਮੇਂ ਹਾਲਾਤਾਂ ਨੂੰ ਤੇਰੇ ਹੱਥ ਵਿੱਚ ਸੌਂਪਦੇ ਦਵਾਈ ਦੇ ਨਾਮ ਚ ਮੰਗਦੇ ਹਾਂ, ਆਮੀਨ। ਅਸੀਂ ਆਪਣੇ ਸੇਵਕ ਨੂੰ ਪੁਰਖ ਤੇ ਬੁਲਾਉਂਦੇ ਹਾਂ, ਪ੍ਰਭੂ ਬਹੁਤ ਬਰਕਤ ਦੇਵੇ। गीत असी बहुत गा सकते हैं, सारी रात गाते रह सकते हैं। सच है। और सारे प्रचारक ने समझाया है कि बहुत सारे गीत बंदगी के खास हिस्से भी बर्बाद कर देते हैं, क्योंकि साड़ी बंदगी का खास हिस्सा वचन है। जेकर असी वचन न लैके गए तो गीतां ने साडा सारना नहीं हैगा। मनुख केवल रोटी नाल नहीं, खुदा दे मुख चों निकले वाक नाल जिंदा रहे। तो असी चाहुंदे हां कि खुदा दा मुख वाक सुनिया जाए। और ਅਸੀਂ ਦੇਖਦੇ ਹਾਂ ਧਰਤੀ ਤੇ ਜਦੋਂ ਬੱਚਾ ਪੈਦਾ ਹੁੰਦਾ ਆ ਉਹ ਬੋਲਣਾ ਸਿੱਖਦਾ ਆ, ਪਰ ਅਕਲ ਉਹਨੂੰ ਉਦੋਂ ਆਉਂਦੀ ਹੈ ਜਦੋਂ ਸੁਣਨਾ ਸਿੱਖਦਾ ਆ। ਹਰੇਕ ਕਲੀਸਿਆ ਨੂੰ ਖੁਦਾ ਨੇ ਹਰੇਕ ਯੁੱਗ ਨੂੰ ਇਹੀ ਫਰਮਾਇਆ, ਜਿਹਦੇ ਕੰਨ ਹਨ ਉਹ ਸੁਣੇ ਪਈ ਆਤਮਾ ਕਲੀਸਿਆ ਨੂੰ ਕੀ ਆਖਦਾ ਹੈ। ਬੋਲਣਾ ਸਾਰੇ ਸਿੱਖ ਲੈਂਦੇ ਨੇ, ਪਰ ਅਕਲਮੰਦ ਉਹ ਹੁੰਦਾ ਜਿਹਨੂੰ ਸੁਣਨਾ ਆ ਜਾਂਦਾ ਹੈ। ਖੁਦਾਵੰਦ ਨੇ ਮੰਗ ਵੀ ਕੀਤੀ ਹੈ ਕਿ ਮੇਰੇ ਵਚਨ ਦੇ ਚੰਗੇ ਸਰੋਤੇ ਬਣੋ। ਉਹ ਅਸੀਂ प्रभु के वचन के लिए इकट्ठे हुए हैं, अपने आप को गंभीर करिए। खुदावन, मैं तेरी आवाज़ सुनना चाहता हूँ। ये आवाज़ ही सी जिसने लाजर नूं मुर्दियां विचों बाहर निकाला। ये आवाज़ ही सी जिसने चट्टानां नूं हिला दिता। ये आवाज़ ही सी जिसने एक पोथी लिखवाई। और अज वो आवाज़ कुछ देहां दे विचों दी हो के काम कर रही है। कुछ लोग हैं जो संसार दे विच जथेबंदियां दे विच मुर्दा पए हुए हैं,
ਔਰ ਉਹਨਾਂ ਦੇ ਪ੍ਰਾਣ ਕੁਰਲਾ ਰਹੇ ਹਨ। ਔਰ ਅੱਜ ਸ਼ਾਮਾਂ ਦੇ ਵਕਤ ਉਹ ਆਵਾਜ਼ ਜੋ ਉਤਪਤੀ ਵਿੱਚ ਆਦਮ ਨੂੰ ਪੁਕਾਰ ਰਹੀ ਸੀ, ਆਦਮ ਤੂੰ ਕਿੱਥੇ ਹੈ, ਆਦਮ ਤੂੰ ਕਿੱਥੇ ਹੈ, ਅੱਜ ਸ਼ਾਮ ਦੇ ਵਕਤ ਉਹ ਆਵਾਜ਼ ਆਈ ਹੈ ਤਾਂ ਕਿ ਅੱਜ ਭਟਕੇ ਹੋਏ, ਗਵਾਚੇ ਹੋਏ, ਪਾਪ ਵਿੱਚ ਲੱਥਪੱਥ ਆਦਮ ਨੂੰ ਬੁਲਾ ਸਕੇ। ਕਿਉਂਕਿ ਜੇਕਰ ਆਦਮ ਖੁਦਾ ਤੋਂ ਦੂਰ ਹੈ, ਬੇਸ਼ੱਕ ਉਹ ਸਾਰਾ ਦਿਨ ਆਪਣੇ ਆਪ ਨੂੰ ਢੱਕਣ ਦਾ ਯਤਨ ਕਰੇ, ਉਹ ਆਪਣੇ ਆਪ ਨੂੰ ਢੱਕ ਨਹੀਂ ਸਕਦਾ। ਢੱਕਣ ਦੇ ਲਈ ਹਮੇਸ਼ਾ ਖੁਦਾ ਆਇਆ ਹੈ। ਇਹ ਖੁਦਾ ਹੀ ਹੈ ਜਿਸ ਨੇ ਸਾਨੂੰ ਅੱਜ ਤੱਕ ਆਪਣੇ ਵਚਨ ਦੀ ਧਾਰਮਿਕਤਾ ਨਾਲ ਢੱਕਿਆ ਹੈ। ਔਰ ਅੱਜ ਸ਼ਾਮ ਜੇਕਰ ਕੋਈ ਆਤਮਾ ਵਿੱਚ ਨੰਗਾ ਹੈ ਤਾਂ ਆਪਣੇ ਆਪ ਨੂੰ ਗੰਭੀਰ ਕਰੇ ਕਿ ਪ੍ਰਭੂ ਮੈਂ ਭਟਕਿਆ ਹੋਇਆ ਹਾਂ, ਮੈਂ ਆਦਮ ਦੀ ਤਰ੍ਹਾਂ ਆਪਣੇ ਆਪ ਨੂੰ ਲੁਕਾਇਆ ਹੋਇਆ ਹੈ, ਪਰ ਅੱਜ ਮੈਂ ਤੇਰੀ ਆਵਾਜ਼ ਸੁਣਨਾ ਚਾਹੁੰਦਾ ਹਾਂ ਕਿ ਤੂੰ ਮੈਨੂੰ ਮੇਰੀ ਜ਼ਰੂਰਤ ਦੇ ਮੁਤਾਬਕ ਵਸਤਰ ਪਹਿਨਾਵੇਂ। ਰਹਿਮ ਕਰ ਪ੍ਰਭੂ, ਤੇਰਾ ਧੰਨਵਾਦ ਹੋਵੇ। ਖੁਦਾਵੰਦ, ਮੈਂ ਅੰਜੀਲ ਦਾ ਸੇਵਕ ਹੋਣ ਦੇ ਨਾਤੇ ਇਕਰਾਰ ਕਰਦਾ ਹਾਂ ਮੇਰੇ ਕੋਲ ਬੋਲਣ ਦੀ ਕੁਝ ਵੀ क्षमता ਨਹੀਂ ਹੈ, ਕਿਉਂਕਿ ਤੂੰ ਵਾਅਦਾ ਦਿੱਤਾ ਹੈ ਬੋਲਣ ਵਾਲੇ ਤੁਸੀਂ ਨੇ ਮੇਰੇ ਪਿਤਾ ਦਾ ਆਤਮਾ ਹੋਵੇ। ਪ੍ਰਭੂ ਖੁਦਾ, ਉਹ ਪਵਿੱਤਰ ਆਤਮਾ ਇਸ ਜਗ੍ਹਾ ਤੇ ਛਾ ਜਾਵੇ, ਸੁਣਨ ਵਾਲੇ ਅਤੇ ਸੁਣਾਉਣ ਵਾਲੇ ਨੂੰ ਇੱਕ ਆਤਮਾ ਵਿੱਚ ਕਰ ਦੇਵੇ। ਔਰ ਅੱਜ ਦੇ ਮੈਸੇਜ ਦੇ ਖਿਲਾਫ ਜੇਕਰ ਕੋਈ ਵਿਰੋਧੀ ਦਾ ਆਤਮਾ ਹੈ तो यीशु मसीह दे नाम च दफा हो जाए। तेरा मधुर पवित्र आत्मा सानू सब नू एक घेरेबंदी विच लै लवे। बहुत सारी बरकत दे। प्रार्थना बेनती प्रभु यीशु मसीह दे नाम च मंगदे हां, आमीन। मेरे नाल यूहन्ना दी अंजील नौवां अध्याय और असी उहदी पहली आयत तो लैके तीसरी आयत तक पढ़ांगे। यूहन्ना दी अंजील 9वां अध्याय पहली तो लैके तीसरी आयत तक पढ़ दवांगे। जाओ चलिया जांदा सी तां उसने एक मनुख वेखिया जेड़ा जमांदरू अन्ना सी और उसके चेलियां ने उसनू पुछया, स्वामी जी किने पाप कीता, इसने या इहदे मापिया ने जो ये अन्ना जम्मिया है? यीशु ने उत्तर दिता, ना तां इसने पाप कीता ना इहदे मापिया ने, पर ये इसलिए होया जो खुदा दे कम उस विच प्रगट कीते जाण। प्रेज़ द लॉर्ड। खुदावंद अपने वचन दे पढ़े जानते अपनी बरकत पावे। तुसी सब अपने स्थान ते बैठ सकते हो। हालेलुया। जगह थोड़ी टाइट है, बैठने के लिए बहुत दिक्कत हो रही है, तो ठीक है। पीछे तक सब आराम नाल बैठे हुए हैं, ठीक है। गुड़िया एक गुड़िया थी लाने से ला लो रिकॉर्डिंग, आ जाओ रिकॉर्डिंग लाने से ला लो। सो खुदा हम सब ਨੂੰ ਬਹੁਤ ਬਰਕਤ ਦੇ। आमीन। ਕੀ ਤੁਸੀਂ ਵਾਕਿਆ ਘਰ ਤੋਂ ਵਚਨ ਸੁਣਨ ਆਏ ਹੋ? आमीन। बरकत दे, क्योंकि जिस्म ਦੀ ਖੁਰਾਕ ਆਟਾ, ਦਾਲ, ਚਾਵਲ ਹਨ, ਔਰ ਜੋ ਵੀ ਸਾਡੀ ਕਿਚਨ ਵਿੱਚ ਪੱਕਦਾ ਆ ਉਹ ਸਾਡੇ ਜਿਸਮ ਦੀ ਖੁਰਾਕ ਆ, सच। ਪਰ ਸਾਡੇ ਪ੍ਰਾਣ ਦੀ ਖੁਰਾਕ ਵਚਨ ਆ। आमीन। ਜਦੋਂ ਅਸੀਂ ਜਿਸਮ ਨੂੰ ਨਹੀਂ ਖਵਾਉਂਦੇ ਅਸੀਂ ਕਮਜ਼ੋਰ ਪੈ ਜਾਂਦੇ ਆ, सच। तो ਜੇਕਰ ਅਸੀਂ ਆਤਮਾ ਨੂੰ ਨਹੀਂ ਖਵਾਵਾਂਗੇ तो कमजोर ਤੇ ਆਤਮਾ ਕਮਜ਼ੋਰ ਹੋ ਜਾਵੇਗਾ। सच। ਸੋ ਜ਼ਰੂਰ ਹੈ ਕਿ ਅਸੀਂ ਪ੍ਰਾਣਾਂ ਦੀ ਖੁਰਾਕ ਵੀ ਖਾਈਏ। आमीन। तो ਪ੍ਰਾਣਾਂ ਦੀ ਖੁਰਾਕ ਖੁਦਾਵੰਦ ਦੇ ਵਚਨ ਤੋਂ ਹੀ ਆਉਂਦੀ ਹੈ। आमीन। ਕੋਈ ਹਿਸਟਰੀ ਦੀ ਕਿਤਾਬ, ਕੋਈ ਜੀਓਗ੍ਰਾਫੀ ਦੀ ਕਿਤਾਬ, ਕੋਈ ਸਾਇੰਸ ਦੀ ਕਿਤਾਬ ਸਾਡੇ ਪ੍ਰਾਣ ਨੂੰ ਨਹੀਂ ਰਜਾ ਸਕਦੀ। ਪ੍ਰਾਣਾਂ ਦੀ ਖੁਰਾਕ ਸਿਰਫ ਖੁਦਾਵੰਦ ਦਾ ਜਿਉਂਦਾ ਵਚਨ ਹੈ। आमीन। ਔਰ ਅਸੀਂ ਇੱਥੇ ਵਚਨ ਦੇ ਉੱਤੇ ਗੱਲਬਾਤ ਕਰਨ ਆਏ ਹਾਂ। यस तो आमीन। ਪ੍ਰਭੂ ਤੁਹਾਨੂੰ ਬਹੁਤ ਬਰਕਤ ਦੇ। ਅੱਜ ਸ਼ਾਮ ਅਸੀਂ ਵਚਨ ਦੇ ਵਿੱਚੋਂ ਪੜ੍ਹਿਆ ਹੈ ਯਹੋਨਾ ਦੀ ਅੰਜੀਲ ਉਸ ਦਾ 9ਵਾਂ ਅਧਿਆਇ ਔਰ ਪਹਿਲੀ, ਦੂਸਰੀ, ਤੀਸਰੀ ਆਇਤ, ਜਿਹਦੇ ਵਿੱਚ
ਇੱਕ ਜਮਾਂਦਰੂ ਅੰਨਾ ਹੈ ਔਰ ਉਹਦੇ ਵਿਸ਼ੇ 'ਚ ਚੇਲੇ ਯਿਸੂ ਮਸੀਹ ਨੂੰ ਪੁੱਛ ਰਹੇ ਹਨ ਕਿ ਕਿਸ ਨੇ ਪਾਪ ਕੀਤਾ, ਇਹਦੇ ਪਿਓ ਨੇ, ਇਹਦੀ ਮਾਂ ਨੇ ਜਾਂ ਇਸ ਨੇ। ਯਿਸੂ ਮਸੀਹ ਨੇ ਕਿਹਾ ਕਿਸੇ ਨੇ ਨਹੀਂ ਪਾਪ ਕੀਤਾ, ਇਹ ਤਾਂ ਇਸ ਲਈ ਅੰਨਾ ਪੈਦਾ ਹੋਇਆ ਕਿ ਖੁਦਾਵੰਦ ਦੀ ਵਡਿਆਈ ਪ੍ਰਗਟ ਹੋਵੇ। ਆਮੇਨ। ਔਰ ਖੁਦਾਵੰਦ ਦੀ ਵਡਿਆਈ ਕਿੱਥੇ ਪ੍ਰਗਟ ਹੋਵੇ? ਲਿਖਿਆ ਇਸ ਦੇ ਵਿੱਚ। ਮਤਲਬ ਉਹ ਅੰਨਾ ਇਸ ਕਰਕੇ ਪ੍ਰਗਟ ਹੋਇਆ ਤਾਂ ਕਿ ਅੰਨੇ ਵਿੱਚ ਖੁਦਾਵੰਦ ਦੀ ਵਡਿਆਈ ਪ੍ਰਗਟ ਹੋਵੇ। ਆਮੇਨ। ਅੱਜ ਸ਼ਾਮ ਮੈਂ ਤੁਹਾਡੇ ਸਾਹਮਣੇ ਇੱਕ ਵਿਸ਼ਾ ਰੱਖਾਂਗਾ, ਤੁਸੀਂ ਸਭ ਨੇ ਬੜੇ ਧਿਆਨ ਦੇ ਨਾਲ ਸੁਣਨਾ ਹੈ। ਹੋ ਸਕਦਾ ਤੁਹਾਡੇ ਸਭ ਦੇ ਲਈ ਅੱਜ ਦੀਆਂ ਗੱਲਾਂ ਬਿਲਕੁਲ ਨਵੀਆਂ ਹੋਣ, ਪਰ ਬਾਈਬਲ ਸਿਖਾਉਂਦੀ ਹੈ ਕਿ ਖੁਦਾ ਦੇ ਪੁੱਤਰ ਜਗਤ ਦੀ ਨੀਂਹ ਰੱਖੇ ਜਾਣ ਤੋਂ ਪਹਿਲਾਂ ਹੀ ਸਿੱਖੇ ਹੋਏ ਹਨ। ਆਮੇਨ। ਆਮੇਨ। ਬਸ ਉਹਨਾਂ ਦੇ ਉੱਤੇ ਪ੍ਰਕਾਸ਼ ਆਉਂਦਾ ਔਰ ਉਸ ਗੱਲ ਨੂੰ ਆਮੀਨ ਦੇ ਨਾਲ ਲੈ ਲੈਂਦੇ ਨੇ ਔਰ ਹੁੰਗਾਰਾ ਦਿੰਦੇ ਨੇ ਕਿ ਇਹ ਮੇਰਾ ਹਿੱਸਾ ਹੈ। ਆਮੇਨ। ਖੁਦਾ ਨੂੰ ਬਹੁਤ ਬਰਕਤ ਦੇ। ਤਾਂ ਅੱਜ ਮੈਂ ਵਿਸ਼ਾ ਰੱਖਣਾ ਚਾਹੁੰਦਾ ਹਾਂ ਯਿਸੂ ਮਸੀਹ ਦਾ ਪਕਸ਼ ਲੈਣਾ। ਆਮੀਨ। ਕੀ ਰਹੇਗਾ? ਯਿਸੂ ਮਸੀਹ ਦਾ ਪਕਸ਼ ਲੈਣਾ। ਯਿਸੂ ਮਸੀਹ ਦਾ ਪਕਸ਼ ਲੈਣਾ। ਕਿਉਂਕਿ ਕੋਈ ਵਿਅਕਤੀ ਜੋ ਅੰਨਾ ਆ, ਜਨਮ ਤੋਂ ਹੀ ਅੰਨਾ ਆ, ਉਹਨੂੰ ਪਤਾ ਨਹੀਂ ਆ ਕਿ ਮੈਂ ਕਿਸ ਰਾਹ ਤੇ ਚੱਲਣਾ ਆ ਸੱਚ ਹੈ ਔਰ ਮੈਨੂੰ ਕਿਹਦਾ ਪਕਸ਼ ਲੈਣਾ ਚਾਹੀਦਾ ਹੈ। ਇਸ ਤੋਂ ਪਹਿਲਾਂ ਕਿ ਕੋਈ ਯਿਸੂ ਮਸੀਹ ਦਾ ਪਕਸ਼ ਲਵੇ, ਉਹਨੂੰ ਪਹਿਲਾਂ ਅੰਨੇ ਤੋਂ ਸਜਾਖਾ ਹੋਣਾ ਪਏਗਾ। ਆਮੇਨ। ਆਮੇਨ। ਕਿਉਂਕਿ ਤੁਸੀਂ ਗਲਤ ਅਤੇ ਸਹੀ ਨੂੰ ਤਾਂ ਹੀ ਡਿਸਾਈਡ ਕਰ ਪਾਓਗੇ। ਸੱਚ ਹੈ। तो आज मेरा विषय रहेगा ਤੁਹਾਡੇ ਨਾਲ ਯਿਸੂ ਮਸੀਹ ਦਾ ਪਕਸ਼ ਲੈਣਾ। तो बहुत बरकत है। ਆਮੇਨ। ਅਸੀਂ ਪੜ੍ਹਦੇ ਹਾਂ ਪਹਿਲੀ ਆਇਤ ਤੋਂ। ਜਾਂ ਉਹ ਚੱਲਿਆ ਜਾਂਦਾ ਸੀ ਤਾਂ ਉਸਨੇ ਇੱਕ ਮਨੁੱਖ ਵੇਖਿਆ ਜਿਹੜਾ ਜਮਾਂਦਰੂ ਅੰਨਾ ਸੀ। ਔਰ ਉਸਦੇ ਚੇਲਿਆਂ ਨੇ ਉਸਨੂੰ ਪੁੱਛਿਆ, ਸਵਾਮੀ ਜੀ ਕਿਹਨੇ ਪਾਪ ਕੀਤਾ, ਇਸਨੇ ਜਾਂ ਇਹਦੇ ਮਾਪਿਆਂ ਨੇ ਜੋ ਇਹ ਅੰਨਾ ਜੰਮਿਆ ਹੈ? ਯਿਸੂ ਨੇ ਉੱਤਰ ਦਿੱਤਾ, ਨਾ ਤਾਂ ਇਸਨੇ ਪਾਪ ਕੀਤਾ ਨਾ ਇਹਦੇ ਮਾਪਿਆਂ ਨੇ, ਪਰ ਇਹ ਇਸ ਲਈ ਹੋਇਆ ਜੋ ਖੁਦਾ ਦੇ ਕੰਮ ਉਸ ਵਿੱਚ ਪ੍ਰਗਟ ਕੀਤੇ ਜਾਣ। ਇਹ ਇਸ ਲਈ ਅੰਨਾ ਪੈਦਾ ਹੋਇਆ ਤਾਂ ਕਿ ਖੁਦਾ ਦੇ ਕੰਮ ਇਸ ਵਿੱਚ ਪ੍ਰਗਟ ਕੀਤੇ ਇਸ ਜਾਣ। ਵਿੱਚ ਪ੍ਰਗਟ ਕੀਤੇ ਜਾਣ। ਅੱਗੇ Amen। ਪੜ੍ਹਦੇ ਹਾਂ। ਸਾਨੂੰ ਚਾਹੀਦਾ ਹੈ ਕਿ ਦਿਨ ਹੁੰਦੇ ਹੁੰਦੇ ਉਹਦੇ ਕੰਮ ਕਰੀਏ ਜਿਨ ਮੈਨੂੰ ਘੱਲਿਆ। ਰਾਤ ਚੱਲੀ ਆਉਂਦੀ ਹੈ ਜਦੋਂ ਕੋਈ ਨਹੀਂ ਕੰਮ ਕਰ ਸਕਦਾ। ਜਦ ਤੀਕ ਮੈਂ ਜਗਤ ਵਿੱਚ ਹਾਂ, ਮੈਂ ਜਗਤ ਦਾ ਚਾਨਣ ਹਾਂ। ਆਮੇਨ। ਉਸਨੇ ਇਹ ਗੱਲਾਂ ਕਹਿ ਕੇ ਧਰਤੀ ਉੱਤੇ ਥੁੱਕਿਆ ਅਤੇ ਥੁੱਕ ਨਾਲ ਮਿੱਟੀ ਗੋਈ ਔਰ ਉਸ ਮਿੱਟੀ ਉਹਦੀਆਂ ਅੱਖੀਆਂ ਉੱਤੇ ਮਲੀ ਅਤੇ ਉਸਨੂੰ ਆਖਿਆ, ਜਾ ਸਿਲੋਆਮ ਦੇ ਕੁੰਡ ਵਿੱਚ ਜਾ, ਜਿਹਦਾ ਅਰਥ ਹੈ ਭੇਜਿਆ ਹੋਇਆ, ਧੋ ਸੁੱਟ। तो ये अन्ना यीशु मसीह के सामने लियांदा गया और यीशु मसीह ने थुक्या मिट्टी दे उत्ते और उस मिट्टी दा लेप बना के ओदियां अखां उत्ते लगा दिता और जा ओनू आख्या, जा शिलोआम दे विच धो लै। ਸੱਚ ਹੈ। ਆਮੇਨ। ਆਮੇਨ। किथे? ਸ਼ਿਲੋਆਮ ਦੇ ਕੁੰਡ। शिलोआम दा अर्थ है ਭੇਜਿਆ ਹੋਇਆ। भेजिया होया। हुण समझियो, ਆਮੇਨ। ध्यान दे नाल सुनियो। हुण ਆਮੇਨ। शिलोआम दा अर्थ है भेजिया होया। ਇਹਦਾ ਮਤਲਬ ਜੇਕਰ ਕਿ ਇਹ ਅੰਨਾ ਹੈ ਤੇ ਇਹਨੂੰ ਕੋਈ ਆਮ ਬੰਦਾ ਚੰਗਾ ਨਹੀਂ ਕਰ ਪਾਏਗਾ, ਇਹਨੂੰ ਕੋਈ ਭੇਜਿਆ ਹੋਇਆ ਹੀ ਚੰਗਾ ਕਰ ਪਾਏਗਾ। ਆਮੇਨ। ਅੱਜ ਜੇਕਰ ਕੋਈ ਇਹਨਾਂ ਅੰਤ ਦੇ ਦਿਨਾਂ ਵਿੱਚ ਅੰਨਾ ਹੈ, ਕਿਉਂਕਿ ਲੌਦੀਕੀਆ ਵੀ ਅੰਨਾ ਆ, ਸੱਚ ਹੈ। ਕਿਉਂਕਿ ਬਾਈਬਲ ਦੱਸਦੀ ਹੈ ਲੌਦੀਕੀਆ ਦੇ ਯੁੱਗ ਦੇ ਦੂਤ ਨੂੰ ਇਉਂ ਲਿਖ, ਭਈ ਵੇਖ ਤੂੰ ਆਖਦਾ ਹੈ ਕਿ ਮੈਂ ਧਨਵਾਨ ਹਾਂ, ਮੈਂ ਮਾਇਆ ਜੋੜੀ ਹੈ, ਮੈਨੂੰ ਕਾਸੇ ਦੀ ਲੋੜ ਨਹੀਂ ਆ, ਪਰ ਮੈਂ ਤੈਨੂੰ ਆਖਦਾ ਹਾਂ ਤੂੰ ਅੰਨਾ, ਨੰਗਾ, ਕੰਗਾਲ ਅਤੇ ਮੰਦ ਭਾਗਾ ਤੇ ਦੁਖੀ ਆ। ਇਹ ਆ ਇਸ ਜਗਤ ਦੀ ਤਸਵੀਰ। ਬਿਲਕੁਲ ਸੱਚ। ਕਿਉਂਕਿ ਬਾਈਬਲ ਪਰਛਾਈਆਂ ਵਿੱਚ ਲਿਖੀ ਗਈ ਹੈ, ਆਮੇਨ। ਪਰ ਹਕੀਕਤ ਇਹਨਾਂ ਅੰਤ ਦੇ ਦਿਨਾਂ 'ਚ ਪ੍ਰਗਟ ਹੋਣੀ। ਆਮੇਨ। ਸੱਚ ਹੈ। ਪਰਛਾਈ ਹਕੀਕਤ ਨਹੀਂ ਹੁੰਦੀ, ਹਕੀਕਤ ਹੀ ਹਕੀਕਤ ਹੁੰਦੀ ਹੈ। ਆਮੇਨ। ਆਮੇਨ। ਤੋ ਇੱਥੇ ਜੋ ਅੰਨਾ ਸਾਡੇ ਸਾਹਮਣੇ ਆ, ਇਹਨੂੰ ਸ਼ਿਲੋਆਮ ਦੇ ਵਿੱਚ ਭੇਜਿਆ ਜਾ ਰਿਹਾ, ਜਿਹਦਾ ਅਰਥ ਹੈ ਭੇਜਿਆ ਹੋਇਆ। ਤੋ ਇਹਦਾ ਮਤਲਬ ਇਹ ਕਿੱਥੇ ਚੰਗਾ ਹੋ ਰਿਹਾ? ਇੱਕ ਭੇਜੇ ਹੋਏ ਕੋਲ ਜਾ ਕੇ। ਆਮੇਨ। ਤੋ ਅੱਜ ਜੇਕਰ ਕੋਈ ਭੈਣ ਭਰਾ ਅੰਨਾ ਆ ਤਾਂ ਉਹਨੂੰ ਕਿੱਥੇ ਜਾਣਾ ਪਏਗਾ? ਕਿਸੇ ਭੇਜੇ ਹੋਏ ਕੋਲ। ਆਮੇਨ। ਕਿਸੇ ਭੇਜੇ ਹੋਏ ਕੋਲ।
ਔਰ ਭੇਜੇ ਹੋਏ ਦੀ ਪਹਿਚਾਨ ਆ ਕਿ ਉਹ ਖੁਦਾਵੰਦ ਦੇ ਵਚਨ ਚੋਂ ਆਵੇਗਾ। ਆਮੀਨ। ਹਾਲੇਲੂਇਆ। ਮੈਂ ਇਧਰ ਨੂੰ ਬਾਅਦ ਵਿੱਚ ਜਾਵਾਂਗਾ। ਸਭ ਤੋਂ ਪਹਿਲਾਂ ਮੈਂ ਇਹਦੀ ਪੈਦਾਇਸ਼ ਬਾਰੇ ਗੱਲ ਕਰਨਾ ਚਾਹੁੰਦਾ। ਇਸ ਤੋਂ ਪਹਿਲਾਂ ਕਿ ਇਹ ਯੀਸ਼ੂ ਮਸੀਹ ਨੂੰ ਮਿਲੇ, ਇਹ ਪਹਿਲਾਂ ਆਪਣੇ ਮਾਂ ਦੀ ਕੁੱਖ ਵਿੱਚ ਆਇਆ। ਸੱਚ ਹੈ। ਇਹ ਜਮਾਂਦਰੂ ਅੰਨਾ ਪੈਦਾ ਹੋਇਆ तो ਇਹ ਜਨਮ ਤੋਂ ਪਹਿਲਾਂ ਆਪਣੀ ਮਾਂ ਦੀ ਕੁੱਖ ਵਿੱਚ ਆਇਆ। ਸੱਚ ਹੈ। ਔਰ ਕੁੱਖ ਦੇ ਅੰਦਰ 9 ਮਹੀਨੇ ਰਹਿਣ ਤੋਂ ਬਾਅਦ ਇਹਨੇ ਜਨਮ ਲਿਆ। ਔਰ ਜਿਵੇਂ ਹੀ ਜਨਮ ਲਿਆ ਇਹਨੂੰ ਕੁਝ ਦਿਖਦਾ ਹੀ ਨਹੀਂ। ਸੱਚ ਹੈ। ਇਹਨੂੰ ਨਾ ਮਾਂ ਦਾ ਪਤਾ, ਨਾ ਪਿਤਾ ਦਾ ਪਤਾ, ਔਰ ਨਾ ਹੀ ਕਦੇ ਇਹਨੇ ਆਪਣੇ ਪ੍ਰਭੂ ਦੇ ਬਾਰੇ ਪਹਿਚਾਨ ਕੀਤੀ, ਨਾ ਇਹਨੂੰ ਆਪਣੇ ਧਰਮ ਦੇ ਬਾਰੇ ਪਹਿਚਾਨ, ਕਿਉਂਕਿ ਜਨਮ ਤੋਂ ਹੀ ਅੰਨਾ ਹੈ। ਸੱਚ ਹੈ ਜੀ। ਔਰ ਇੱਕ ਜਨਮ ਕਿਹਦੇ ਦੁਆਰਾ ਆਉਂਦਾ ਆ? ਤੁਸੀਂ ਨਹੀਂ ਬੋਲੋਗੇ, ਇੱਕ ਔਰਤ ਦੇ ਦੁਆਰਾ। ਸੱਚ ਹੈ। ਜਨਮ ਕੌਣ ਲੈ ਕੇ ਆਉਂਦੀ ਆ? ਔਰਤ। ਇੱਕ ਔਰਤ। ਇਹਦਾ ਮਤਲਬ ਜਿਸ ਤਰ੍ਹਾਂ ਕਿ ਸਾਡੇ ਨਬੀ ਨੇ ਕਿਹਾ, ਇੱਕ ਔਰਤ ਕਲੀਸਿਆ ਨੂੰ ਰਿਪਰੈਜ਼ੈਂਟ ਕਰਦੀ ਹੈ। ਆਮੀਨ। ਇੱਕ ਔਰਤ ਕਲੀਸਿਆ ਨੂੰ ਰਿਪਰੈਜ਼ੈਂਟ ਕਰਦੀ ਹੈ। ਔਰ ਅਸੀਂ ਜੋ ਜਨਮ ਤੋਂ ਅੰਨੇ ਸੀ, ਸੱਚ ਹੈ। ਸਾਨੂੰ ਸਾਡੀ ਮਾਂ ਨੇ ਹੀ ਅੰਨਾ ਪੈਦਾ ਕੀਤਾ। ਸੱਚ ਹੈ। ਸੱਚ ਹੈ। ਜਿਵੇਂ ਕਿ ਮੈਂ ਜਨਮ ਤੋਂ ਕੈਥੋਲਿਕ ਸੀ, ਔਰ ਕੈਥੋਲਿਕ ਹੋਣ ਕਰਕੇ ਮੈਨੂੰ ਵਚਨ ਦੀ ਸਮਝ ਨਹੀਂ ਸੀ, ਮੈਨੂੰ ਵਚਨ ਦੀ ਪਹਿਚਾਨ ਨਹੀਂ ਸੀ, ਕਿਉਂਕਿ ਮੇਰੀ ਮਾਂ ਨੇ ਮੈਨੂੰ ਜਨਮ ਤੋਂ ਹੀ ਅੰਨਾ ਪੈਦਾ ਕੀਤਾ। ਸੱਚ ਹੈ। ਆਮੀਨ। ਮੇਰੀ ਮਾਂ ਕੈਥੋਲਿਕ ਸੀ। ਕਿਸੇ ਦੀ ਮੈਥੋਡਿਸਟ ਹੋਵੇਗੀ, ਕਿਸੇ ਦੀ ਸਾਲਵੇਸ਼ਨ ਆਰਮੀ ਹੋਵੇਗੀ, ਕਿਸੇ ਦੀ ਪੈਂਟੀਕੋਸਟਲ ਮਾਂ ਹੋਵੇਗੀ, ਔਰ ਕਿਸੇ ਦੇ ਅਲੱਗ-ਅਲੱਗ ਧਰਮ ਜਿੱਥੇ ਤੁਸੀਂ ਪੈਦਾ ਹੋਏ। ਸੱਚ ਹੈ। ਪਰ ਪੈਦਾ ਕਿਸ ਕੰਡੀਸ਼ਨ ਵਿੱਚ ਹੋਏ? ਅੰਨੇਪਨ ਵਿੱਚ। ਸੱਚ ਹੈ। ਕੋਈ ਜਵਾਬ ਦੇ ਸਕਦਾ ਮੈਨੂੰ? ਆਮੀਨ। ਸੱਚ ਹੈ। ਕਿਉਂਕਿ ਜਿਸ ਨੂੰ ਪਹਿਚਾਨ ਨਹੀਂ ਹੈ ਕਿ ਸਚਾਈ ਕੀ ਹੈ, ਅਸਲੀ ਬਾਪ ਕੌਣ ਹੈ, ਉਹ ਅੰਨਾ ਹੀ ਹੈ। ਸੱਚ ਹੈ। ਉਹ ਅੰਨਾ ਹੀ ਪੈਦਾ ਹੋਇਆ। ਸੱਚ ਹੈ। ਔਰ ਇਸ ਅੰਨੇ ਨੂੰ ਇੱਕੋ ਹੀ ਚੰਗਾ ਕਰ ਸਕਦਾ ਆ, ਉਹ ਆ ਭੇਜਿਆ ਹੋਇਆ। ਆਮੀਨ। ਸਮਝ ਪਾਏ ਤੁਸੀਂ? ਯੈਸ। ਆਮੀਨ। तो ਹੁਣ ਜਦੋਂ ਇਹਦੀਆਂ ਅੱਖਾਂ ਤੇ ਲੇਪ ਲਾਇਆ ਥੁੱਕ ਕੇ, ਤੁਸੀਂ ਕਹੋਗੇ ਕਿ ਯੀਸ਼ੂ ਮਸੀਹ ਕਮਾਲ ਦਾ ਬੰਦਾ ਆ, ਅਸੀਂ ਤਾਂ ਕਿਸੇ ਦਾ ਥੁੱਕ ਮੂੰਹ ਤੇ ਪੈਣ ਨਹੀਂ ਦਿੰਦੇ, ਪਰ ਉਹ ਥੁੱਕ ਕੇ ਅੱਖਾਂ ਨੂੰ ਲਾ ਰਿਹਾ। ਤੁਹਾਨੂੰ ਪਤਾ ਆ ਕਿ ਯੀਸ਼ੂ ਮਸੀਹ ਵਚਨ ਦੇ ਧਾਰੀ ਹੈ। ਆਮੀਨ। ਉਹਦੇ ਥੁੱਕ ਵਿੱਚ ਵੀ ਸਾਮਰਥ ਆ, ਉਹਦੇ ਥੁੱਕ ਦੇ ਵਿੱਚ ਵੀ ਕਿਰਿਆ ਹੁੰਦੀ ਹੈ। ਹਾਲੇਲੂਇਆ। ਇਸ ਕਰਕੇ ਜਦੋਂ ਉਹਨੇ ਅੱਖਾਂ ਤੇ ਥੁੱਕ ਲਗਾਇਆ, ਉਹਦੀਆਂ ਅੱਖਾਂ ਦੇ ਖੁੱਲਣ ਦੇ ਚਾਂਸ ਵੱਧ ਗਏ। ਆਮੀਨ। ਹਾਲੇਲੂਇਆ। ਆਮੀਨ। तो ਜਦੋਂ ਅੱਖਾਂ ਦੇ ਉੱਤੇ ਉਹ ਲੇਪ ਲਗਾਇਆ, ਉਹਨੂੰ ਆਖਿਆ ਜਾ ਕੇ ਸ਼ਲੋਆਮ ਵਿੱਚ ਧੋ ਲੈ, ਜਿਹਦਾ ਅਰਥ ਹੈ ਭੇਜਿਆ ਭੇਜਿਆ। ਇੱਕ ਅੰਨੇ ਨੂੰ ਜੋ ਬਾਈਬਲ ਵਿੱਚ ਪਾਇਆ ਜਾ ਰਿਹਾ ਹੈ, ਉਹਨੂੰ ਕੌਣ ਚੰਗਾ ਕਰ ਰਿਹਾ? ਭੇਜਿਆ ਹੋਇਆ। ਅੱਜ ਸੰਸਾਰ ਦੇ ਵਿੱਚ ਬਹੁਤ ਸਾਰੀਆਂ ਸੇਵਕਾਈਆਂ ਆਪਣੇ ਨਾਂ ਪਾਈਆਂ ਨੇ, ਜਿਵੇਂ ਕਿ ਯੀਸ਼ੂ ਮਸੀਹ ਦੇ ਦਿਨਾਂ ਵਿੱਚ ਵੀ ਇੱਕ ਥਿਉਦਾਸ ਸੀ, ਜੋ ਯੀਸ਼ੂ ਮਸੀਹ ਦੇ ਦਿਨਾਂ ਦੇ ਵਿੱਚ ਵੀ ਸੇਵਕਾਈ ਲਈ ਆ ਚੁੱਕਾ ਆ, ਜਿਸਨੇ 400 ਲੋग ਆਪਣੇ ਮਗਰ ਲਗਾ ਲਏ ਸੀ। ਔਰ ਇੱਕ ਯਹੂਦਾ ਗਲੀਲੀ ਹੈ, ਜਿਹੜਾ ਯੀਸ਼ੂ ਮਸੀਹ ਦੇ ਦਿਨਾਂ ਵਿੱਚ ਸੇਵਕਾਈ ਕਰ ਰਿਹਾ, ਔਰ ਉਹ ਵੀ ਕੁਝ ਲੋਕਾਂ ਨੂੰ ਜੰਗਲ ਵਿੱਚ ਲੈ ਗਿਆ ਤੇ ਕਹਿੰਦਾ ਮੈਂ ਕੁਝ ਹਾਂ। ਪਰ ਉਹਨਾਂ ਚੋਂ ਕਿਸੇ ਦੀ ਵੀ ਸੇਵਕਾਈ 'ਚ ਐਸੇ ਚਮਤਕਾਰ ਨਹੀਂ ਹੋ ਰਹੇ ਕਿ ਥੁੱਕ ਦੇ ਨਾਲ ਵੀ ਅੱਖਾਂ ਖੁੱਲ ਜਾਣ। ਆਮੀਨ। ਮੈਂ ਆਮੀਨ ਬੜਾ ਮਰਿਆ ਜਿਹਾ ਸੁਣ ਰਿਹਾ ਹਾਂ। ਵਚਨ ਸੁਣ ਆਏ ਹੋ, ਵਚਨ ਦਾ ਰਿਸਪੌਂਸ ਦਿਓ। ਆਮੀਨ ਦਾ ਮਤਲਬ ਹੁੰਦਾ ਆ ਪ੍ਰਵਾਨਗੀ ਦੇਣਾ। ਆਮੀਨ। ਆਮੀਨ ਦਾ ਅਰਥ ਵਚਨ ਦੀ ਪ੍ਰਵਾਨਗੀ ਦੇਣਾ, ਕਿ ਹਾਂ ਮੈਂ ਇਸ ਗੱਲ ਦੇ ਨਾਲ ਸਹਿਮਤ ਹਾਂ, ਔਰ ਮੇਰਾ ਵਿਸ਼ਾ ਕੀ ਹੈ? ਯੀਸ਼ੂ ਮਸੀਹ ਦਾ ਪੱਖ ਲੈਣਾ। ਔਰ ਯੀਸ਼ੂ ਮਸੀਹ ਉਹ ਨਹੀਂ ਹੈ ਜਿਹਨੂੰ ਅੱਜ ਤੱਕ ਤੁਸੀਂ ਫੋਟੋਆਂ 'ਚ ਵੇਖਦੇ ਆਏ ਹੋ। ਯੀਸ਼ੂ ਮਸੀਹ ਵਚਨ ਹੈ। ਔਰ ਜਿਹਨੂੰ ਵਚਨ ਸਮਝ ਆਉਂਦਾ ਹੈ, ਉਹ ਆਮੀਨ ਦੇ ਨਾਲ ਯੀਸ਼ੂ ਮਸੀਹ ਦਾ ਪੱਖ ਲਵੇ। ਆਮੀਨ। ਇਹ ਹੈ ਯੀਸ਼ੂ ਦਾ ਪੱਖ ਲੈਣਾ। ਹੋਰ ਉਹਦੇ ਕਹਿਣ ਦਾ ਮਤਲਬ ਇਹ ਨਹੀਂ ਹੈ, ਜਾਂ ਮੇਰੇ ਕਹਿਣ ਦਾ ਮਤਲਬ ਇਹ ਨਹੀਂ ਹੈ ਕਿ ਇੱਥੇ ਅਸੀਂ ਯੀਸ਼ੂ ਮਸੀਹ ਦਾ ਪੋਸਟਰ ਲਾਈਏ ਔਰ ਤੁਸੀਂ ਉਹਦੇ ਨਾਲ ਸੈਲਫੀਆਂ ਲਓ ਤੇ ਕਹੋ ਕਿ ਮੈਂ ਯੀਸ਼ੂ ਮਸੀਹ ਦੇ ਪੱਖ ਵਿੱਚ ਖੜਾ ਹਾਂ। ਯੀਸ਼ੂ ਮਸੀਹ ਕੋਈ ਪੋਸਟਰ ਨਹੀਂ ਹੈ, ਕੋਈ ਫੋਟੋ ਨਹੀਂ ਹੈ, ਕੋਈ ਪੱਥਰ ਨਹੀਂ ਹੈ, ਕੋਈ ਸੋਨੇ ਚਾਂਦੀ ਦੀ ਮੂਰਤੀ ਨਹੀਂ ਹੈ। ਯੀਸ਼ੂ ਮਸੀਹ ਵਚਨ ਹੈ। ਕਿਉਂਕਿ ਬਾਈਬਲ ਦੱਸਦੀ ਹੈ ਆਦ ਵਿੱਚ ਸ਼ਬਦ ਸੀ, ਸ਼ਬਦ ਖੁਦਾ ਦੇ ਨਾਲ ਸੀ ਅਤੇ ਸ਼ਬਦ ਦੇ ਧਾਰੀ ਹੋਇਆ। ਆਮੀਨ। ਔਰ ਉਹ ਦਾਵਾ ਕਰ ਰਿਹਾ ਸੀ ਕਿ ਮੈਂ ਜਿੱਥੋਂ ਆਇਆ ਹਾਂ ਮੈਂ ਵਾਪਸ ਉੱਥੇ ਹੀ ਚਲਾ ਜਾਂਦਾ ਹਾਂ। ਉਹ ਪਹਿਲਾਂ ਵੀ ਲੁਗੋਜ਼ ਸੀ ਤੇ ਮਰਨ ਤੋਂ ਬਾਅਦ ਵੀ ਉਹ
ਲੁਗੋਜ਼ ਹੈ। ਆਮੀਨ। ਲੁਗੋਜ਼ ਮਤਲਬ ਅੱਗ ਦਾ ਖੰਭਾ। ਉਹ Yes. ਪਹਿਲਾਂ ਵੀ ਅੱਗ ਦਾ ਖੰਭਾ ਸੀ ਯੈਸ ਤਾਰੀਫ। तो ਅੱਜ ਵੀ ਉਹ ਅੱਗ ਦਾ ਖੰਭਾ ਹੈ। ਆਮੀਨ। ਇਸੇ ਕਰਕੇ ਮੀਟਿੰਗਾਂ ਦੇ ਅੰਦਰ ਤੁਸੀਂ ਕੋਈ ਮੂਰਤੀ ਘੁੰਮਦੀ ਨਹੀਂ ਦੇਖਦੇ, ਮੀਟਿੰਗਾਂ ਦੇ ਅੰਦਰ ਤੁਸੀਂ ਅੱਗ ਦੇ ਖੰਭੇ ਨੂੰ ਵੇਖਦੇ ਹੋ। Yes, amen. ਹਾਲੇਲੂਇਆ। Glory. 1950 ਦੇ ਵਿੱਚ ਉਹ ਅੱਗ ਦਾ ਖੰਭਾ ਸਾਡੇ ਨਬੀ ਵਿਲੀਅਮ ਬ੍ਰਾਨਮ ਦੇ ਉੱਤੇ ਆਇਆ। ਆਮੀਨ। ਔਰ ਕਈ ਤਰੀਕਿਆਂ ਦੇ ਨਾਲ ਉਹਨੇ ਇਹਨਾਂ ਅੰਤ ਦੇ ਦਿਨਾਂ ਵਿੱਚ ਉਹਨਾਂ ਪ੍ਰਮਾਣਿਤ ਸੇਵਕਾਈਆਂ ਦੇ ਨਾਲ ਦਿਖਾਇਆ ਹੈ ਆਪਣੇ ਆਮੀਨ। ਕਿ ਉਹਦੀ ਮੌਜੂਦਗੀ ਸਾਡੇ ਵਿੱਚ ਸੱਚਾ। ਹੈ। ਯीशु मसीह कोई तस्वीर नहीं है, यीशु मसीह वचन है। आमीन। और जेकर किसी ने अंधेपन तो सजाखा होना आ और जेकर यीशु मसीह ਉਹਨੂੰ ਸਜਾਖਾ ਕਰ ਦਵੇ ਤੇ ਉਹ ਫੋਟੋਆਂ ਲਾ ਕੇ ਨਾ ਕਵੇ ਕਿ ਮੈਂ ਯीशु मसीह ਦੇ ਪੱਖ ਖੜਾ ਹਾਂ, ਉਹ ਇਸ ਵਚਨ ਦੇ ਨਾਲ ਖੜਾ ਹੋਵੇ। ਆਮੀਨ। ਹਾਲੇਲੂਇਆ। 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 ਸਮਝ ਪਾ ਰਹੇ ਹੋ? ਆਮੀਨ। ਤੋ ਕਹਿੰਦਾ ਸ਼ਿਲੋਆਮ ਦੇ ਵਿੱਚ ਧੋਲਾ ਹੈ, ਜਿਹਦਾ ਅਰਥ ਹੈ ਭੇਜਿਆ ਹੋਇਆ। Yes. ਤੋ ਇਹਦਾ ਮਤਲਬ ਇਸ ਯੁੱਗ ਦੇ ਜਿੰਨੇ ਵੀ ਅੰਨੇ ਹਨ, ਜੇਕਰ ਉਹਨਾਂ ਸੁਜਾਖੇ ਹੋਣਾ ਆ ਤੇ ਉਹਨਾਂ ਨੂੰ ਕਿਸੇ ਭੇਜੇ ਹੋਏ ਕੋ ਜਾਣਾ ਪਏਗਾ। ਸੱਚਾ। ਕਿਉਂਕਿ ਆਮੀਨ। ਬਾਈਬਲ ਦੱਸਦੀ ਹੈ ਕਿ ਅੰਤ ਦੇ ਦਿਨਾਂ ਵਿੱਚ ਮੈਂ ਇੱਕ ਭੇਜਾਂਗਾ। ਆਮੀਨ। ਮਲਾਕੀ 4:5 Praise the ਦੇਖੋ Lord. ਮੈਂ ਏਲੀਆ ਨਬੀ ਨੂੰ ਭੇਜਾਂਗਾ ਇਸ ਤੋਂ ਪਹਿਲਾਂ ਕਿ ਯਹੋਵਾ ਦਾ ਵੱਡਾ ਅਤੇ ਭੈਦਾ ਇੱਕ ਦਿਨ ਆਵੇ। ਸੱਚਾ। ਇਹਦਾ ਮਤਲਬ ਇਸ ਯੁੱਗ ਵਿੱਚ ਜੋ ਭੇਜਿਆ ਗਿਆ, ਜਿਹੜਾ ਵਿਅਕਤੀ ਜਨਮ ਤੋਂ ਅੰਨਾ ਆ, ਜਿਹੜਾ ਆਪਣੀ ਮਾਂ ਦੀ ਕੁੱਖੋਂ ਕੈਥੋਲਿਕ, ਪ੍ਰੈਸਬਾਈਟੇਰੀਅਨ, ਮੈਥੋਡਿਸਟ, ਸਾਲਵੇਸ਼ਨ ਆਰਮੀ, ਪੈਂਟੀਕਾਸਟਲ ਦੀ ਕੁੱਖੋਂ ਪੈਦਾ ਹੋਇਆ, ਜੇਕਰ ਉਹ ਸੁਜਾਖਾ ਹੋਣਾ ਚਾਹੁੰਦਾ ਤੇ ਉਹ ਅੱਜ ਦੇ ਭੇਜੇ ਹੋਏ ਨੂੰ ਮਿਲੇ। ਆਮੀਨ। ਗਲੋਰੀ। ਉਹ ਅੱਜ ਇਸ ਸਮੇਂ ਦੇ ਵਿੱਚ ਇੱਕ ਵਿਅਕਤੀ ਭੇਜਿਆ ਗਿਆ ਜਿਹਦਾ ਸੰਦੇਸ਼ ਅੱਜ ਤੁਹਾਨੂੰ ਤੇ ਮੈਨੂੰ ਸੁਜਾਖਾ ਕਰ ਸਕਦਾ ਹੈ। ਆਮੀਨ। ਉਹਨੂੰ ਮਿਲਣਾ ਪੈਣਾ ਆ। ਯੈਸ। ਕਿੰਨੇ ਲੋਕ ਸਮਝ ਪਾ ਰਹੇ ਹੋ? ਆਮੀਨ। ਹਾਲੇਲੂਇਆ। ਹਾਲੇਲੂਇਆ। ਅੱਗੇ ਪੜ੍ਹਦੇ ਹਾਂ। ਸੋ ਉਹਨੇ ਜਾ ਕੇ ਧੋਤੀਆਂ ਅਤੇ ਸੁਜਾਖਾ ਹੋ ਕੇ ਚਲਾ ਆਇਆ। ਇਸ ਆਮੀਨ। ਲਈ ਗਵਾਂਡੀਆਂ ਨੇ ਅਤੇ ਜਿਨ੍ਹਾਂ ਅੱਗੇ ਉਹਨੂੰ ਵੇਖਿਆ ਸੀ ਜੋ ਉਹ ਮੰਗਤਾ ਹੈ, ਕਿਹਾ ਕਿ ਇਹ ਉਹ ਨਹੀਂ ਜਿਹੜਾ ਬੈਠਾ ਭੀਖ ਮੰਗਦਾ ਹੁੰਦਾ ਸੀ। ਇਹਦਾ ਮਤਲਬ ਜਦੋਂ ਉਹ ਅੰਨਾ ਸੀ ਉਦੋਂ ਉਹ ਭੀਖ ਮੰਗਦਾ ਸੀ। Yes. ਸੱਚ ਹੈ, ਆਮੀਨ। ਅੱਜ ਕਈ ਅੰਨੇ ਹਨ, ਯੀਸ਼ੂ ਮਸੀਹ ਦੇ ਨਾਲ ਕਿਵੇਂ ਦੀ ਪ੍ਰਾਰਥਨਾ ਕਰਦੇ ਆ? ਜਿਵੇਂ ਭੀਖ ਮੰਗਦੇ ਆ। ਸੱਚ। ਚਰਚ ਵਿੱਚ ਜਾਂਦੇ ਆ ਤੇ ਯੀਸ਼ੂ ਮਸੀਹ ਦੇ ਨਾਲ ਸੰਬੰਧ ਕਿਹੋ ਜਿਹਾ ਆ? ਭੀਖ ਮੰਗਦਾ। ਜਿਵੇਂ ਭੀਖ ਮੰਗਦੇ, ਕਿਉਂਕਿ ਅੰਨੇ ਆ। ਹੁਣ ਇਹ ਅੰਨਾ ਹੈ ਔਰ ਅੰਨੇ ਦਾ ਕਰੈਕਟਰ ਕੀ ਦਿਖਾਇਆ ਜਾ ਰਿਹਾ? ਭੀਖ। ਇੱਕ ਭੀਖ ਮੰਗਣ ਵਾਲਾ। ਮੇਰੀਓ ਭੈਣੋ, ਮੇਰੇ ਭਰਾਓ, ਜਦ ਤੱਕ ਤੁਸੀਂ ਅੰਨੇ ਹੋ, ਬਾਈਬਲ ਪੜਨ ਦੇ ਬਾਵਜੂਦ ਵੀ ਖੁਦਾਵੰਦ ਦੇ ਅੱਗੇ ਭਿੱਖਿਆ ਹੀ ਮੰਗੋਗੇ। ਜਦ ਕਿ ਖੁਦਾਵੰਦ ਨੇ ਸਾਨੂੰ ਭਿੱਖਿਆ ਮੰਗਣ ਵਾਲੇ ਨਹੀਂ ਬਣਾਇਆ। ਸੱਚ। ਇੱਕ ਓਪਰਾ ਬੰਦਾ ਭੀਖ ਮੰਗੇਗਾ ਤੁਹਾਡੇ ਕੋਲੋਂ, ਪਰ ਜੇਕਰ ਕੋ ਤੁਹਾਡਾ ਘਰ ਜਾਮਿਆ, ਉਹ ਤੁਹਾਡੇ ਕੋਲ ਭੀਖ ਮੰਗੇਗਾ? ਨੋ। ਉਹ ਅਧਿਕਾਰ ਵਰਤੇਗਾ। ਆਮੀਨ। ਕਿਉਂਕਿ ਉਹ ਮੰਗਤਾ ਨਹੀਂ ਹੈ, ਸੱਚ। ਉਹ ਘਰ ਦਾ ਮਾਲਕ ਹੈ। ਯੈਸ। ਆਮੀਨ। ਇਸ ਕਰਕੇ ਉਹ ਅਧਿਕਾਰ ਵਰਤਦਾ ਹੈ ਆਪਣੇ। ਆਮੀਨ। ਔਰ ਜਦ ਤੱਕ ਅਸੀਂ ਅੰਨੇ ਆ, ਅਸੀਂ ਭਿੱਖਿਆ ਮੰਗਣ ਵਾਲੇ ਹੋਵਾਂਗੇ। ਸੱਚ। ਪਰ ਜਦੋਂ ਖੁਦਾ ਅੱਖਾਂ ਖੋਲ ਦਵੇ, ਆਮੀਨ। ਫੇਰ ਪਤਾ ਲੱਗਦਾ ਕਿ ਮੈਂ ਅਧਿਕਾਰੀ ਹਾਂ, ਮੈਂ ਆਮੀਨ। ਮੰਗਤਾ ਨਹੀਂ ਹਾਂ। Glory. ਮੇਰੇ ਕੋਲ ਅਧਿਕਾਰ ਹਨ। ਆਮੀਨ। ਮੈਂ ਮੰਗਤਾ ਨਹੀਂ, ਮੈਂ ਪੁੱਤਰ ਹਾਂ। ਆਮੀਨ। ਇਸੇ ਕਰਕੇ ਅਸੀਂ ਜਦੋਂ Glory. ਪ੍ਰਾਰਥਨਾ ਕਰਦੇ ਆ ਕਹਿੰਦੇ ਆ, ਐ ਸਾਡੇ ਬਾਪ। ਆਮੀਨ। ਗਲੋਰੀ। ਬਾਪ ਕੌਣ ਕਹਿ ਸਕਦਾ ਹੈ ਉਸ ਵਿਅਕਤੀ ਨੂੰ? ਉਹਦਾ ਪੁੱਤਰ। ਜਿਹੜਾ ਪੁੱਤਰ ਹੈ। ਆਮੀਨ। ਤੋ ਜਦ ਤੱਕ ਅਸੀਂ ਅੰਨੇ ਰਹੇ, ਅਸੀਂ ਭਿੱਖਿਆ ਮੰਗਣ ਵਾਲੇ ਰਹੇ। ਸੱਚ। ਜਥੇਬੰਦੀਆਂ ਨੇ ਸਾਨੂੰ ਅੰਨੇ ਬਣਾਈ ਰੱਖਿਆ ਸੱਚ। ਔਰ ਅਸੀਂ ਚਰਚਾਂ ਵਿੱਚ ਜਾਂਦੇ ਰਹੇ ਸਿਰਫ ਮੰਗਤਿਆਂ ਦੇ ਰੂਪ ਵਿੱਚ। ਸਮਝ ਪਾਏ? ਆਮੀਨ। ਪਰ ਇੱਕ ਵਿਅਕਤੀ ਭੇਜਿਆ ਗਿਆ ਆਮੀਨ। ਜਿਹਦੇ ਥੁੱਕ ਵਿੱਚ ਚੰਗਾਈ ਹੈ, Glory. ਜਿਹਦੇ ਥੁੱਕ ਵਿੱਚ ਸਾਮਰਥ ਹੈ। ਆਮੀਨ। ਔਰ ਜਦੋਂ ਉਹਦਾ ਲੇਪ ਅੱਖਾਂ ਨੂੰ ਲੱਗਾ ਯੈਸ। ਤਾਂ ਉਹ ਛਿਲਕੇ ਉਤਰ ਗਏ। ਆਮੀਨ। ਔਰ ਉਦੋਂ ਪਤਾ ਲੱਗਾ ਕਿ ਮੈਂ ਮੰਗਤਾ ਨਹੀਂ ਹਾਂ, ਗਲੋਰੀ। ਮੈਂ ਤਾਂ ਅਧਿਕਾਰੀ ਹਾਂ। ਆਮੀਨ। ਹਾਲੇਲੂਇਆ। ਗਲੋਰੀ। ਕਹਿੰਦਾ ਕਿ ਜਦੋਂ ਲੋਕਾਂ ਨੇ ਵੇਖਿਆ, ਗਵਾਂਢੀਆਂ ਨੇ ਵੇਖਿਆ, ਇਹ ਤੇ ਉਹੀ ਮੰਗਤਾ ਹੈ, ਇਹ ਉਹ ਅੰਨਾ ਹੈ ਜਿਹੜਾ ਮੰਗਿਆ ਕਰਦਾ ਸੀ। ਜਦ ਸਾਡੀ ਹਾਲਤ ਐਸੀ ਹੁੰਦੀ ਹੈ ਕਿ ਅਸੀਂ ਭਿਖਾਰੀਆਂ ਦੀ ਤਰ੍ਹਾਂ ਰਹਿੰਦੇ ਹਾਂ, ਸਾਡੇ ਆਸ-ਪਾਸ ਦੇ ਸਭ ਲੋਕਾਂ ਨੂੰ ਪਤਾ ਲੱਗਦਾ ਹੈ ਕਿ ਸਾਡੀ ਕੰਡੀਸ਼ਨ ਇਹ ਹੈ। ਪਰ ਜਦੋਂ ਯੀਸ਼ੂ ਮਸੀਹ ਸਾਡੀਆਂ ਅੱਖਾਂ ਖੋਲ ਦਿੰਦਾ ਹੈ ਔਰ ਸਾਨੂੰ
ਭਿਖਾਰੀਆਂ ਤੋਂ ਪੁੱਤਰ ਬਣਾ ਦਿੰਦਾ ਹੈ। ਹਾਲੇਲੂਇਆ ਫਿਰ ਮਹੱਲੇ ਵਾਲੇ ਵੀ ਹੈਰਾਨ ਹੋ ਜਾਂਦੇ ਆ ਕਿ ਆਹ ਤੇ ਬੜਾ ਮੰਦੇ ਹਾਲਾਂ 'ਚ ਜਿਉਂਦਾ ਸੀ, ਸੱਚ ਹੈ ਇਹਨੂੰ ਕੀ ਹੋਇਆ? ਇਹ ਤਾਂ ਹੁਣ ਬੜਾ ਧੌਣ ਉੱਚੀ ਕਰਕੇ ਜੀ ਰਿਹਾ। ਆਮੇਨ ਗਲੋਰੀ ਉਹਨੂੰ ਪਤਾ ਲੱਗ ਜਾਂਦਾ ਕਿ ਮੈਂ ਭਿਖਾਰੀ ਨਹੀਂ, ਮੈਂ ਪੁੱਤਰ ਹਾਂ। ਆਮੇਨ ਪੁੱਤਰ ਦਾ ਕਰੈਕਟਰ ਕੋ ਹੋਰ ਹੁੰਦਾ ਹੈ ਤੇ ਭਿਖਾਰੀ ਜੋ ਗੇਟ ਤੇ ਆ ਕੇ ਖੜਕਾਉਂਦਾ ਉਹਦਾ ਕਰੈਕਟਰ ਕੁਝ ਹੋਰ ਸੱਚ ਆ। ਹੁੰਦਾ ਹੈ। ਸੱਚ ਹੈ ਭਿਖਾਰੀ ਅੰਦਰ ਆਉਂਦਿਆਂ ਵੀ ਡਰਦਾ ਹੈ, ਸੱਚ ਹੈ ਪਰ ਇੱਕ ਪੁੱਤਰ ਜੋ ਅਧਿਕਾਰੀ ਹੈ ਯੈਸ ਉਹ ਫਟਾਫਟ ਦਰਵਾਜ਼ਾ ਖੜਕਾਉਂਦਾ। ਆਮੇਨ ਕੋਈ ਨਾ ਵੀ ਆਏ ਖੋਲਣ, ਜੇ ਖੁੱਲਾ ਆ ਤੇ ਉਹ ਫਟਾਫਟ ਅੰਦਰ ਆ ਜਾਂਦਾ। ਆਮੇਨ ਖੁਦਾਵੰਦ ਐਸਾ ਚਾਹੁੰਦਾ ਹੈ ਕਿ ਤੁਸੀਂ ਮੇਰੇ ਪਵਿੱਤਰ ਸਥਾਨਾਂ ਦੇ ਅੰਦਰ ਅਧਿਕਾਰ ਦੇ ਨਾਲ ਆਓ। ਆਮੇਨ ਮੈਂ ਤੁਹਾਨੂੰ ਪੁੱਤਰ ਬਣਾਇਆ ਹੈ। ਆਮੇਨ ਥੈਂਕ ਯੂ ਹਾਲੇਲੂਇਆ। ਜੀਸਸ तो कहते लोग कहन लगे, गवांढी कहन लगे कि ये तां ओही अन्ना आ जो मंगदा हुंदा सी अगे। ਕੀ ਇਹ ਉਹ ਨਹੀਂ ਜਿਹੜਾ ਬੈਠਾ ਭੀਖ ਮੰਗਦਾ ਹੁੰਦਾ की ਸੀ? ਉਹ ਨਹੀਂ ਜਿਹੜਾ ਭੀਖ ਮੰਗਦਾ ਸੀ? ਇੱਕ ਨਾ ਆਖਿਆ ਇਹ ਉਹ ਹੈ, ਇੱਕ ਨਾ ਆਖਿਆ ਨਹੀਂ ਪਰ ਉਸ ਵਰਗਾ ਹੈ। ਲੋਕਾਂ ਨੂੰ ਸ਼ੱਕ ਪੈ ਗਿਆ ਹੈ ਇਹ ਉਹੀ ਹੈ। ਨਹੀਂ ਨਹੀਂ, ਉਹਦੇ ਵਰਗਾ ਆ। ਉਸ ਆਖਿਆ ਮੈਂ ਉਹ ਹਾਂ ਪਰ ਉਹ ਖੁਦ ਬੋਲਿਆ ਕਿ ਮੈਂ ਉਹ ਹਾਂ। ਮੈਂ ਉਹ ਹਾਂ, ਆਮੇਨ ਪਰ ਹੁਣ ਮੈਂ ਉਹ ਰਿਹਾ ਨਹੀਂ ਯੈਸ ਜੋ ਆਮੇਨ ਕਦੇ ਹੋਇਆ ਕਰਦਾ ਸੀ, ਯੈਸ ਸੱਚਾ ਕਿਉਂਕਿ ਹੁਣ ਮੇਰੀ ਅੱਖ ਖੁੱਲ ਚੁੱਕੀ ਹੈ। ਆਮੇਨ ਆਮੀਨ। ਆਮੇਨ। ਜਦੋਂ ਕਿਸੇ ਵਿਅਕਤੀ ਦੀ ਅੱਖ ਖੁੱਲ ਜਾਂਦੀ ਹੈ, ਇਹ ਨਹੀਂ ਅੰਦਰੂਨੀ, ਯੈਸ ਪੌਲਸ ਕਹਿੰਦਾ ਕਿ ਖੁਦਾ ਤੋਂ ਰਹਿਮ ਮੰਗੋ ਕਿ ਉਹ ਤੁਹਾਡੀਆਂ ਅੰਦਰਲੀਆਂ ਅੱਖਾਂ ਨੂੰ ਖੋਲੇ। ਓ ਯੈਸ ਮੈਂ ਬਾਹਰੀ ਅੱਖਾਂ ਦੀ ਨਹੀਂ ਗੱਲ ਕਰ ਰਿਹਾ, ਇੱਥੇ ਤੁਸੀਂ ਕਈ ਹੋ ਜਿਨ੍ਹਾਂ ਦੀਆਂ ਬਾਹਰੀ ਅੱਖਾਂ ਇਹ ਜਗ ਦਾ ਸਮਾਨ ਤੇ ਦੇਖ ਰਹੀਆਂ ਨੇ, ਪਰ ਹੋ ਸਕਦਾ ਹੈ ਜਿਸ ਪ੍ਰਕਾਸ਼ਨ 'ਚ ਮੈਂ ਗੱਲ ਕਰ ਰਿਹਾ ਉਹ ਤੁਹਾਡੀ ਸਮਝ 'ਚ ਨਾ ਆਉਂਦਾ ਹੋਵੇ। ਸੱਚ ਹੈ। ਪਰ ਇੱਕ ਵਿਅਕਤੀ ਸਾਡੇ ਵਿੱਚ ਭੇਜਿਆ ਗਿਆ ਆ, ਆਮੇਨ। ਜੇਕਰ ਤੁਸੀਂ ਉਹਦੀ ਆਵਾਜ਼ ਸੁਣ ਲਓ ਤੇ ਤੁਹਾਡੀਆਂ ਅੱਖਾਂ ਦੇ ਵੀ ਛਿਲਕੇ ਉਤਰ ਜਾਣਗੇ। ਆਮੇਨ। ਹਾਲੇਲੂਇਆ। ਹੁਣ ਇਹ ਬੰਦਾ ਜਿਹੜਾ ਪਹਿਲਾਂ ਮੰਗਦਾ ਸੀ, ਲੋਕ ਉਹਦੇ ਬਾਰੇ ਸ਼ੱਕ ਕਰ ਰਹੇ ਆ, ਕਹਿੰਦੇ ਲੱਗਦਾ ਇਹ ਉਹੀ ਹੈ, ਨਹੀਂ ਉਹਦੇ ਵਰਗਾ ਹੈ। ਉਹ ਅੱਗੋਂ ਬੋਲਿਆ ਮੈਂ ਉਹੀ ਹਾਂ। ਆਮੇਨ। ਸੱਚ ਆਮੇਨ ਇਹ ਹੈ ਯੀਸ਼ੂ ਮਸੀਹ ਦਾ ਪਕਸ਼ ਲੈਣਾ। ਆਮੇਨ ਯੈਸ ਅੱਗੇ ਮੈਂ ਬੋਲਾਂਗਾ ਕਿ ਉਹ ਕਿਵੇਂ ਪਕਸ਼ ਲੈ ਰਿਹਾ। ਆਮੇਨ। ਕਈ ਲੋਕ ਜਦੋਂ ਆਪਣੇ ਹਾਲਾਤਾਂ ਤੋਂ ਨਿਕਲਦੇ ਆ ਬਾਹਰ, ਯੀਸ਼ੂ ਮਸੀਹ ਉਹਨਾਂ ਨੂੰ ਅੰਨਿਆਂ ਤੋਂ ਸਜਾਖੇ ਕਰ ਲੈਂਦਾ ਆ, ਉਹ ਭੁੱਲ ਹੀ ਜਾਂਦੇ ਨੇ ਕਿ ਮੈਂ ਕਿੱਥੇ ਸੀ। ਸੱਚ ਹੈ। ਜਦ ਕਿ ਉਹ ਬੰਦਾ ਕਹਿ ਰਿਹਾ ਮੈਂ ਉਹੀ ਹਾਂ ਜਿਹਦੇ ਬਾਰੇ ਚ ਤੁਸੀਂ ਦੇਖਦੇ ਸੀ। ਸੱਚ ਹੈ। ਮੈਂ ਉਸ ਚੌਂਕ ਵਿੱਚ ਬੈਠਾ ਹੁੰਦਾ ਸੀ, ਮੈਂ ਮੰਗਿਆ ਕਰਦਾ ਸੀ, ਪਰ ਹੁਣ ਮੈਂ ਬਦਲ ਚੁੱਕਾ ਆ। ਆਮੇਨ। ਹੁਣ ਮੇਰੀਆਂ ਅੱਖਾਂ ਖੁੱਲ ਚੁੱਕੀਆਂ ਆ। ਆਮੇਨ। ਹੁਣ ਮੈਂ ਮਾਰਗ, ਸੱਚ ਅਤੇ ਜੀਵਨ ਨੂੰ ਜਾਣਦਾ ਹਾਂ। ਆਮੇਨ। ਹੁਣ ਮੈਨੂੰ ਕਿੱਥੇ ਖੜੇ ਹੋਣਾ ਚਾਹੀਦਾ ਹੈ ਮੈਨੂੰ ਪਤਾ ਆ। ਆਮੇਨ ਭੈਣੋ ਕੀ ਤੁਸੀਂ ਸੁਣ ਰਹੀ ਜੀ? ਆਮੀਨ। ਫਿਰ ਵਚਨ ਦਾ ਰਿਸਪੌਂਸ ਦੇ ਸਕਦੇ ਹੋ ਤੁਸੀਂ? ਵਚਨ ਦਾ ਰਿਸਪੌਂਸ ਦੇਣਾ ਇੰਨਾ ਕੁ ਜ਼ਰੂਰੀ ਹੈ ਜਿੰਨਾ ਤੁਹਾਡਾ ਘਰ ਦੇ ਅੰਦਰ ਰੋਟੀ ਖਾਣਾ, ਪਾਣੀ ਪੀਣਾ, ਵਸਤਰ ਬਣਾਉਣਾ ਔਰ ਘਰ ਦੀਆਂ ਵਸਤਾਂ ਬਣਾਉਣਾ ਜ਼ਰੂਰੀ ਹੈ। ਆਮੇਨ। ਵਚਨ ਦਾ ਰਿਸਪੌਂਸ ਇੰਨਾ ਜ਼ਰੂਰੀ ਹੈ। ਆਮੇਨ। ਸੁਣਿਆ ਤੁਸੀਂ? ਜਿਵੇਂ ਕਿ ਅਸੀਂ ਹਰ ਚੀਜ਼ ਨੂੰ ਆਪਣੇ ਘਰ ਦੇ ਅੰਦਰ ਮੇਨਟੇਨ ਕਰਦੇ ਹਾਂ, ਇਸੇ ਤਰ੍ਹਾਂ ਬੰਦਗੀ 'ਚ ਆ ਕੇ ਵਚਨ ਦਾ ਰਿਸਪੌਂਸ ਵੀ ਬੜੇ ਢੁਕਵੇਂ ਸਥਾਨ ਤੇ ਰੱਖਣਾ ਚਾਹੀਦਾ। ਆਮੇਨ। ਯੈਸ, ਇਹ ਮੇਰਾ ਹਿੱਸਾ ਆ। ਆਮੇਨ। ਇਹ ਮੇਰੇ ਨਾਲ ਬੋਲਿਆ ਜਾ ਰਿਹਾ। ਆਮੇਨ ਆਮੀਨ। ਆਮੇਨ ਔਰ ਆਮੀਨ ਦਾ ਮਤਲਬ ਤੁਹਾਨੂੰ ਮੈਂ ਕਹਿ ਚੁੱਕਾ ਹਾਂ, ਜਿਹਦਾ ਮਤਲਬ ਹੈ ਇਸੇ ਤਰ੍ਹਾਂ ਜਾਂ ਵਚਨ ਦੀ ਪ੍ਰਵਾਨਗੀ ਆਮੇਨ ਜਾਂ ਮੈਂ ਇਹਦੇ ਨਾਲ ਸਹਿਮਤ ਹਾਂ। ਆਮੇਨ। ਇਸ ਗੱਲ ਦੇ ਨਾਲ ਮੈਂ ਸਹਿਮਤ ਸਹਿਮਤ ਹਾਂ। ਆਮੀਨ ਕਹਿਣਾ ਬਹੁਤ ਜ਼ਰੂਰੀ ਹੈ। ਆਮੇਨ ਆਮੀਨ ਕੋਈ ਧਰਮ ਦਾ ਨਹੀਂ ਸ਼ਬਦ, ਇਹ ਇੱਕ ਭਾਸ਼ਾ ਆ ਜਿਹਦਾ ਮਤਲਬ ਹੈ ਇਸੇ ਤਰ੍ਹਾਂ। ਯੈਸ ਆਮੇਨ ਸਮਝ ਪਾਏ ਤੁਸੀਂ? ਆਮੇਨ ਅੱਗੇ ਪੜ੍ਹਦੇ ਹਾਂ। ਇਸ ਲਈ ਉਹਨਾਂ ਨੇ ਉਹਨੂੰ ਕਿਹਾ ਫਿਰ ਤੇਰੀਆਂ ਅੱਖਾਂ ਕਿਸ ਤਰ੍ਹਾਂ ਖੁੱਲ ਗਈਆਂ? ਤੋ ਜਦੋਂ ਪੜੋਸੀਆਂ ਨੂੰ ਪਤਾ ਲੱਗਾ ਕਿ ਇਹ ਤਾਂ ਜਨਮ ਤੋਂ ਹੀ ਅੰਨਾ ਸੀ, ਤਕਰੀਬਨ 40 ਸਾਲ ਦਾ, ਅਤੇ ਪੁੱਛਿਆ ਵੀ ਤੇਰੀਆਂ ਅੱਖਾਂ ਕਿਵੇਂ ਖੁੱਲ ਗਈਆਂ? ਉਹਨੇ ਉੱਤਰ ਦਿੱਤਾ ਕਿ ਉਸ ਮਨੁੱਖ ਨੇ ਜਿਹਦਾ ਨਾਮ ਯੀਸ਼ੂ ਹੈ ਮਿੱਟੀ ਗੋ ਕੇ ਮੇਰੀਆਂ ਅੱਖਾਂ ਉੱਤੇ ਮਲੀ ਅਰ ਮੈਨੂੰ ਆਖਿਆ ਸ਼ਿਲੋਆਮ ਵਿੱਚ ਜਾ ਕੇ ਧੋ ਸੁੱਟ। ਸੋ ਮੈਂ ਜਾ ਕੇ ਧੋ ਸੁੱਟੀਆਂ ਅਤੇ ਸੁਜਾਖਾ ਹੋ ਗਿਆ। ਹਾਂਜੀ। ਤਾਂ ਉਹਨਾਂ ਉਹਨੂੰ ਆਖਿਆ ਕਿ ਉਹ ਕਿੱਥੇ ਹੈ? ਉਹ ਬੋਲਿਆ ਮੈਂ ਨਹੀਂ ਜਾਣਦਾ। ਦੇਖੋ, ਯੀਸ਼ੂ ਮਸੀਹ ਨੇ ਅੱਖਾਂ ਤੇ ਲੇਪ ਮਲ ਕੇ ਉਹਨੂੰ ਭੇਜ ਦਿੱਤਾ। ਇਹਦੀਆਂ ਅੱਖਾਂ ਸਜਾਖੀਆਂ ਹੋ ਚੁੱਕੀਆਂ,
ਪਰ ਇਹਨੇ ਹਾਲੇ ਤੱਕ ਯੀਸ਼ੂ ਮਸੀਹ ਨੂੰ ਦੇਖਿਆ ਨਹੀਂ ਹੈ। ਸੱਚ ਹੈ। ਅੱਖਾਂ ਖੁੱਲਣ ਤੋਂ ਬਾਅਦ ਦੇਖਿਆ ਨਹੀਂ। ਲੋਕ ਪੁੱਛ ਰਹੇ ਨੇ ਤੈਨੂੰ ਕਿੰਨੇ ਚੰਗਾ ਕੀਤਾ, ਕਹਿੰਦਾ ਮੈਨੂੰ ਯੀਸ਼ੂ ਮਸੀਹ ਨੇ ਚੰਗਾ ਕੀਤਾ। ਆਮੇਨ ਆਮੇਨ। ਇਹ ਹੈ ਯੀਸ਼ੂ ਮਸੀਹ ਦਾ ਪਕਸ਼ ਲੈਣ। ਸੱਚ ਆਮੇਨ ਜਿਹੜਾ ਕਹਿ ਰਿਹਾ ਮੈਂ ਹਾਲੇ ਤੱਕ ਉਹਨੂੰ ਵੇਖਿਆ ਨਹੀਂ, ਪਰ ਮੈਂ ਗਵਾਹੀ ਦੇ ਰਿਹਾ ਯੈਸ ਕਿ ਮੇਰੀਆਂ ਅੱਖਾਂ ਯੀਸ਼ੂ ਮਸੀਹ ਨੇ ਖੋਲੀਆਂ ਨੇ। ਆਮੇਨ ਆਮੇਨ। ਕਹਿੰਦਾ ਮੈਂ ਨਹੀਂ ਹਾਲੇ ਤੱਕ ਉਹਨੂੰ ਜਾਣਦਾ, ਨਾ ਮੈਂ ਉਹਨੂੰ ਵੇਖਿਆ ਔਰ ਨਾ ਮੈਨੂੰ ਪਤਾ ਕਿ ਉਹ ਕਿੱਥੇ ਹੈ। ਆਮੇਨ। ਅੱਗੇ ਉਸ ਨੂੰ ਜਿਹੜਾ ਅੱਗੇ ਅੰਨਾ ਸੀ ਫਰੀਸੀਆਂ ਕੋਲ ਲੈ ਆਏ, ਔਰ ਜਿਸ ਦਿਨ ਯੀਸ਼ੂ ਨੇ ਮਿੱਟੀ ਗੋ ਕੇ ਉਹਦੀਆਂ ਅੱਖਾਂ ਖੋਲ ਦਿੱਤੀਆਂ, ਉਹ ਸਬਤ ਦਾ ਦਿਨ ਸੀ। ਹੁਣ ਪ੍ਰੋਬਲਮ ਹੋਈ ਸ਼ੁਰੂ। ਹੁਣ ਮੇਰਾ ਵਿਸ਼ਾ ਹੈ ਯੀਸ਼ੂ ਮਸੀਹ ਦਾ ਪਕਸ਼ ਲੈਣਾ। ਆਮੇਨ। ਯੈਸ ਆਮੇਨ ਜਦੋਂ ਇਹ ਅੰਨੇ ਤੋਂ ਸਜਾਖਾ ਹੋ ਚੁੱਕਾ ਆ ਔਰ ਕੁਝ ਲੋਕ ਇਹਦੇ ਨਾਲ ਡਿਸਕਸ ਕਰ ਰਹੇ ਨੇ, ਭਈ ਤੇਰੀਆਂ ਅੱਖਾਂ ਕਿੰਨੇ ਖੋਲੀਆਂ? ਕਹਿੰਦਾ ਯੀਸ਼ੂ ਮਸੀਹ ਨੇ। ਔਰ ਜਿਸ ਦਿਨ ਅੱਖਾਂ ਖੋਲੀਆਂ ਉਸ ਦਿਨ ਸਬਤ ਸੀ। ਆਮੇਨ। Yes. ਯੈਸ। ਉਸ ਦਿਨ ਸਬਤ ਸੀ। ਔਰ ਸਬਤ ਦੇ ਦਿਨ ਯਹੂਦੀ ਲੋਕ ਆਪਣਾ ਖੱਡੇ 'ਚ ਡਿੱਗਿਆ ਗਧਾ ਵੀ ਨਹੀਂ ਚੁੱਕਦੇ। ਸੱਚ ਹੈ। ਸੱਚ ਕੋਈ ਚੀਜ਼ ਖੁੱਲ ਗਈ ਹੈ, ਮੰਨ ਲਓ ਉਹਨਾਂ ਦਾ ਸਿਲੰਡਰ ਖੁੱਲ ਗਿਆ, ਉਹ ਨਹੀਂ ਖੋਲਦੇ। ਅਮਰੀਕਾ ਤੋਂ ਇੱਕ ਭਰਾ ਆਇਆ ਸੀ ਔਰ ਉਹ ਪ੍ਰਚਾਰ ਕਰਦਿਆਂ ਦੱਸ ਰਿਹਾ ਸੀਗਾ ਕਿ ਸਾਡੇ ਪੜੋਸ ਵਿੱਚ ਯਹੂਦੀ ਰਹਿੰਦੇ ਸੀ ਔਰ ਉਹ ਅੱਜ ਵੀ ਆਪਣੀ ਉਹ ਪੁਰਾਣੀ ਤੁਰੇਤ ਨੂੰ ਮੰਨ ਰਹੇ ਆ। ਇੱਕ ਦਿਨ ਕਹਿੰਦਾ ਮੈਨੂੰ ਆਪਣੇ ਘਰ ਦੇ ਵਿੱਚ ਗੈਸ ਦੀ ਸਮੈਲ ਆ ਰਹੀ, ਸਾਰਾ ਘਰ ਸਾਡਾ ਗੈਸ ਦੇ ਨਾਲ ਭਰਿਆ ਹੋਇਆ। ਕਹਿੰਦਾ ਮੈਂ ਸਾਰੇ ਪਾਸੇ ਝਾਤੀ ਮਾਰ ਕੇ ਦੇਖਿਆ ਕਿ ਕੁਝ ਖੁੱਲਾ ਵੀ ਨਹੀਂ ਹੋਇਆ। ਆਪਣਾ ਵੀ ਗੈਸ ਚੈੱਕ ਕਰਕੇ ਦੇਖਿਆ ਕਿ ਗੈਸ ਖੁੱਲਾ ਨਹੀਂ ਹੈ, ਫਿਰ ਵੀ ਘਰ 'ਚ ਸਮੈਲ ਬਹੁਤ ਆ। ਕਹਿੰਦਾ ਮੈਂ ਵਿਹੜੇ 'ਚ ਆਇਆ ਅਤੇ ਇਸ ਤਰ੍ਹਾਂ ਪੌੜੀਆਂ ਤੇ ਚੜ੍ਹ ਕੇ ਘੁੰਮ ਕੇ ਦੇਖਿਆ ਕਿ ਨਾਲ ਇੱਕ ਘਰ ਆ, ਉਧਰ ਗੈਸ ਖੁੱਲਾ ਹੋਇਆ। ਔਰ ਜਦੋਂ ਗੈਸ ਖੁੱਲਾ ਵੇਖਿਆ, ਉਹਨੇ ਆਵਾਜ਼ ਮਾਰੀ ਬ੍ਰਦਰ ਨੂੰ ਜੋ ਕਿ ਯਹੂਦੀ ਸੀ। ਉਹਨੇ ਕਿਹਾ ਬ੍ਰਦਰ ਤੁਹਾਡੇ ਘਰ 'ਚੋਂ ਗੈਸ ਦੀ ਸਮੈਲ ਆ ਰਹੀ ਹੈ, ਕਿਰਪਾ ਕਰਕੇ ਉਹਨੂੰ ਬੰਦ ਕਰ ਲਓ। ਕਹਿੰਦਾ ਬ੍ਰਦਰ ਮੈਂ ਅੱਜ ਇਹਨੂੰ ਬੰਦ ਨਹੀਂ ਕਰ ਸਕਦਾ। ਕਹਿੰਦਾ ਕਿਉਂ? ਕਹਿੰਦਾ ਅੱਜ ਸਬਤ ਹੈ। ਆਮੇਨ। ਸਬਤ ਦੇ ਦਿਨ ਉਹ ਗੈਸ ਖੁੱਲ ਜਾਵੇ ਉਹ ਵੀ ਨਹੀਂ ਬੰਦ ਕਰਦੇ। ਸੱਚ ਹੈ। ਤੋ ਇੱਥੇ ਕੀ ਹੋ ਗਿਆ? ਇੱਕ ਅੰਨਾ ਯੀਸ਼ੂ ਮਸੀਹ ਦੇ ਥੁੱਕਣ ਦੁਆਰਾ ਸਜਾਖਾ ਹੋ ਗਿਆ। ਆਮੇਨ ਇਹ ਜੋ ਕੱਟੜਪੰਥੀ ਹਨ ਹੁਣ ਯੀਸ਼ੂ ਮਸੀਹ ਦੇ ਵਿਰੁੱਧ ਕੀ ਕਰਨਗੇ? ਕਿਉਂਕਿ ਜਦੋਂ ਤੋਂ ਯੀਸ਼ੂ ਮਸੀਹ ਦੀ ਸੇਵਕਾਈ ਸ਼ੁਰੂ ਹੋਈ ਆ, ਸਭ ਕੁਝ ਇਹਨਾਂ ਦੀ ਧਾਰਮਿਕ ਸਿੱਖਿਆ ਦੇ ਵਿਰੁੱਧ ਚੱਲ ਰਿਹਾ ਹੈ। ਸੱਚ ਹੈ ਜੀ। ਯੀਸ਼ੂ ਮਸੀਹ ਜੋ ਕੁਝ ਵੀ ਕਰ ਰਿਹਾ ਹੈ, ਇਹਨਾਂ ਦੀ ਧਾਰਮਿਕ ਸਿੱਖਿਆ ਦੇ ਵਿਰੋਧ ਕਰ ਰਿਹਾ ਹੈ। ਸੱਚ ਹੈ ਜੀ। ਇਸ ਕਰਕੇ ਇਹਨਾਂ ਨੂੰ ਪ੍ਰੋਬਲਮ ਹੋਵੇਗੀ, ਕਿਉਂਕਿ ਯੀਸ਼ੂ ਮਸੀਹ ਜਿਸ ਇਲਾਕੇ ਵਿੱਚ ਜਾ ਰਿਹਾ, ਇਹਨਾਂ ਦੀਆਂ ਕਲੀਸਿਆਵਾਂ ਟੁੱਟ ਜਾਂਦੀਆਂ। ਸੱਚ ਹੈ। ਫਕੀਆਂ ਫਰੀਸੀਆਂ ਦੀਆਂ, ਕਲੀਸਿਆਵਾਂ ਟੁੱਟ ਜਾਂਦੀਆਂ। ਕਿਉਂਕਿ ਇਹਨਾਂ ਨੇ ਜਿੰਨੇ ਵੀ ਅੱਜ ਤੱਕ ਪੈਦਾ ਕੀਤੇ ਸੀ ਸਾਰੇ ਅੰਨੇ ਸੀ। ਸੱਚ ਜਿਨ੍ਹਾਂ ਨੂੰ ਤੁਰੇਤ ਦੇ ਬਾਰੇ, ਵਚਨ ਦੇ ਬਾਰੇ, ਨਬੀਆਂ ਬਾਰੇ, ਜ਼ਬੂਰਾਂ ਬਾਰੇ ਕੁਝ ਵੀ ਪਤਾ ਨਹੀਂ ਸੀ, ਸਭ ਅੰਨੇ ਸੀ। ਆਮੇਨ। ਤੋ ਜਦੋਂ ਯੀਸ਼ੂ ਆਇਆ, ਲੋਕਾਂ ਨੂੰ ਸੁਜਾਖਾ ਕਰ ਰਿਹਾ, ਇਹਨਾਂ ਦੇ ਚਰਚ ਟੁੱਟ ਰਹੇ ਸੀ, ਸੱਚ ਹੈ। ਇਹਨਾਂ ਦੀਆਂ ਕਲੀਸਿਆਵਾਂ ਟੁੱਟ ਰਹੀਆਂ ਸੀ। ਬਿਲਕੁਲ ਸੱਚ। ਇਸ ਕਰਕੇ ਇਹਨਾਂ ਨੂੰ ਪ੍ਰੋਬਲਮ ਸੀ। ਤੋ ਕੁਝ ਲੋਕ ਇਸ ਅੰਨੇ ਨੂੰ ਫਰੀਸੀਆਂ ਦੇ ਕੋਲ ਲੈ ਗਏ। ਅੱਗੇ ਪੜ੍ਹਦੇ ਹਾਂ 15ਵੀਂ ਆਇਤ। ਤਾਂ ਫਰੀਸੀਆਂ ਨੇ ਫਿਰ ਉਸ ਤੋਂ ਪੁੱਛਿਆ, ਤੂੰ ਕਿੱਕਰ ਸੁਜਾਖਾ ਹੋ ਗਿਆ? ਉਹਨੇ ਉਹਨਾਂ ਨੂੰ ਕਿਹਾ ਕਿ ਉਹਨੇ ਮੇਰੀਆਂ ਅੱਖਾਂ ਤੇ ਗਿੱਲੀ ਮਿੱਟੀ ਲਾਈ ਅਤੇ ਮੈਂ ਧੋਤੀਆਂ ਔਰ ਹੁਣ ਵੇਖਦਾ ਹਾਂ। ਆਮੇਨ ਫੱਕੀ ਫਰੀਸੀ ਪੁੱਛਣ ਲੱਗੇ, ਸਾਨੂੰ ਦੱਸੇਗਾ ਚੰਗਾ ਕਿੰਨੇ ਕੀਤਾ ਤੈਨੂੰ? ਕਿਉਂਕਿ ਫਰੀਸੀ ਯੀਸ਼ੂ ਮਸੀਹ ਬਾਰੇ ਉੱਚਾ ਨਹੀਂ ਬੋਲਣਾ ਚਾਹੁੰਦੇ ਸੀ। ਸੱਚ ਹੈ। ਉਹ ਇੱਕ ਕੈਬਨ ਵਿੱਚ ਲੈ ਜਾਂਦੇ ਸੀ, ਸੱਚ ਹੈ। ਇੱਕ ਗੁਪਤ ਡਿਸਕਸ਼ਨ ਚੱਲਦੀ ਸੀ। ਤੁਹਾਨੂੰ ਪਤਾ ਜਿਸ ਦਿਨ ਤੁਹਾਡੀਆਂ ਅੱਖਾਂ ਖੁੱਲਦੀਆਂ ਨੇ, ਸੁਣੋ ਧਿਆਨ ਦੇ ਨਾਲ, ਆਮੇਨ ਜਿਸ ਦਿਨ ਤੁਹਾਡੀਆਂ ਅੱਖਾਂ ਖੁੱਲਦੀਆਂ ਔਰ ਤੁਹਾਨੂੰ ਪਤਾ ਲੱਗਦਾ ਆ ਕਿ ਮੁਕਤੀ ਦਾਤਾ ਯੀਸ਼ੂ ਮਸੀਹ ਹੈ, ਆਮੇਨ ਔਰ ਆਮੇਨ ਤੁਹਾਨੂੰ ਪਤਾ ਲੱਗਦਾ ਕਿ ਬਪਤਿਸਮਾ ਉਹਦੇ ਨਾਮ ਵਿੱਚ ਹੈ, ਆਮੇਨ। ਤੁਹਾਨੂੰ ਪਤਾ ਲੱਗਦਾ ਕਿ ਪਾਪਾਂ ਦੀ ਮਾਫੀ ਉਹਦੇ ਨਾਮ ਵਿੱਚ ਹੈ, ਆਮੇਨ ਫਿਰ ਮਿਸ਼ਨ ਦੇ ਪਾਦਰੀ ਆ ਕੇ ਗੁਫ਼ਤਗੂ ਕਰਦੇ ਆ। ਸੱਚ ਹੈ ਜੀ। ਫਿਰ ਪਾਦਰੀ ਆ ਕੇ ਇੱਕ ਹਿਡਨ ਮੀਟਿੰਗ ਕਰਦੇ ਆ। ਸੱਚ ਦੇਖ ਇੰਨੇ ਸਾਲਾਂ ਤੋਂ ਤੁਸੀਂ ਸਾਡੇ ਨਾਲ ਹੋ, ਇਸੇ ਚਰਚ ਵਿੱਚ ਤੁਸੀਂ ਪਲੇ ਹੋ,
ਕਿਉਂ ਜਾਣਾ ਹੈ ਉਧਰ? ਉਹਨਾਂ ਦੇ ਚਰਚ ਨਹੀਂ ਹੈਗੇ, ਉਹਨਾਂ ਕੋਲ ਕੋਈ ਪ੍ਰਾਪਰਟੀ ਨਹੀਂ ਹੈ, ਕੀ ਕਰਨਾ ਉਹਨਾਂ ਦੇ ਕੋਲ ਜਾ ਕੇ? ਦੇਖੋ, ਜਿੱਥੇ ਹੈ ਸੀ ਉੱਥੇ ਹੀ ਠੀਕ ਹੈ। ਵਚਨ ਵੀ ਸਾਨੂੰ ਸਿਖਾਉਂਦਾ ਕਿ ਜਿੱਥੇ ਜੰਮੇ ਉੱਥੇ ਹੀ ਮਰਨਾ ਚਾਹੀਦਾ। ਸਮਝ ਪਾ ਰਹੇ ਹੋ? ਇਸ ਅੰਨੇ ਦੇ ਨਾਲ ਜਿਹੜਾ ਸੁਜਾਖਾ ਹੋਇਆ, ਫਰੀਸੀ ਹੁਣ ਐਸੀ ਡਿਸਕਸ ਕਰ ਰਹੇ ਆ, ਤੈਨੂੰ ਕਿੰਨੇ ਚੰਗਾ ਕੀਤਾ। ਕਹਿੰਦਾ ਉਸੇ ਨੇ ਜਿਨੇ ਮਿੱਟੀ ਗਿੱਲੀ ਕੀਤੀ ਸੀ ਔਰ ਮੇਰੀਆਂ ਅੱਖਾਂ ਨੂੰ ਲਾਈ ਔਰ ਮੈਨੂੰ ਕਿਹਾ ਧੋ ਦੇ, ਔਰ ਮੈਂ ਧੋਤਾ ਤੇ ਮੈਂ ਠੀਕ ਹੋ ਗਿਆ। ਆਮੀਨ। 16ਵੀਂ ਆਇਤ ਪੜ੍ਹਦੇ ਆ। ਉਪਰੰਤ ਫਰੀਸੀਆਂ ਵਿੱਚੋਂ ਕਿੰਨਿਆਂ ਨੇ ਕਿਹਾ, ਇਹ ਮਨੁੱਖ ਖੁਦਾ ਦੀ ਵੱਲੋਂ ਨਹੀਂ ਜੋ ਸਬਤ ਦੇ ਦਿਨ ਨੂੰ ਨਹੀਂ ਮੰਨਦਾ। ਕਹਿੰਦੇ ਆ ਜਿਸ ਮਨੁੱਖ ਦੀ ਤੂੰ ਗੱਲ ਕਰਦਾ ਆ ਕਿ ਇਹਨੇ ਮੈਨੂੰ ਚੰਗਾ ਕਰ ਦਿੱਤਾ, ਇਹ ਮਨੁੱਖ ਤੇ ਖੁਦਾ ਵੱਲੋਂ ਹੈ ਹੀ ਨਹੀਂ। ਇਹ ਸਬਤ ਨੂੰ ਨਹੀਂ ਮੰਨਦਾ, ਇਹ ਵਚਨ ਨੂੰ ਨਹੀਂ ਮੰਨਦਾ, ਇਹ ਨਹੀਂ ਖੁਦਾ ਵੱਲੋਂ। ਅਗੋ ਕੀ ਕਹਿੰਦਾ? ਪਰ ਹੋਰ ਨਾ ਆਖਿਆ, ਪਾਪੀ ਮਨੁੱਖ ਇਹੋ ਜਿਹੇ ਨਿਸ਼ਾਨ ਕਿੱਕਰ ਵਿਖਾ ਸਕਦਾ ਹੈ। ਕੁਝ ਹੋਰ ਨੇੜੇ ਖੜੇ ਹਨ ਤੇ ਉਹ ਕਹਿੰਦੇ ਵੀ ਠੀਕ ਹੈ ਫਰੀਸੀਓ, ਤੁਸੀਂ ਕਹਿੰਦੇ ਹੋ ਕਿ ਪਾਪੀ ਮਨੁੱਖ ਆ ਬੰਦਾ ਖੁਦਾ ਦਾ ਭੇਜਿਆ ਹੋਇਆ ਨਹੀਂ ਹੈ ਔਰ ਇਹ ਵਚਨ ਨੂੰ ਨਹੀਂ ਮੰਨਦਾ, ਪਰ ਅਸੀਂ ਤੇ ਇਹ ਵੀ ਕਹਿੰਦੇ ਆ ਕਿ ਕੋਈ ਪਾਪੀ ਮਨੁੱਖ ਵੀ ਐਸਾ ਕੰਮ ਨਹੀਂ ਕਰ ਸਕਦਾ। ਸੱਚ ਹੈ, ਆਮੀਨ। ਕੋਈ ਪਾਪੀ ਵੀ ਇੰਨਾ ਵੱਡਾ ਚਮਤਕਾਰ ਨਹੀਂ ਕਰ ਸਕਦਾ ਵੀ ਉਹ ਥੁੱਕੇ ਔਰ ਕਿਸੇ ਦੀਆਂ ਅੱਖਾਂ ਨੂੰ ਲਾਵੇ ਔਰ ਜਾ ਕੇ ਕਹੇ ਜਾ ਧੋ ਲਾ, ਔਰ ਧੋਤੀਆਂ ਜਾਣ ਤੇ ਛਿਲਕੇ ਉਤਰ ਜਾਣ। ਆਮੀਨ। ਉਹ ਸਾਰਾ ਚਿੱਟਾ ਮੋਤੀਆ ਕਾਲਾ ਮੋਤੀਆ ਨਿਕਲ ਜਾਵੇ। ਆਮੀਨ। ਕੋਈ ਪਾਪੀ ਵੀ ਨਹੀਂ ਐਸਾ ਕਰ ਸਕਦਾ। ਸੱਚ ਹੈ। ਕੌਣ ਕਰ ਸਕਦਾ ਹੈ? ਸੋ ਉਹਨਾਂ ਵਿੱਚ ਫੁੱਟ ਪੈ ਗਈ। ਕੁਝ ਲੋਕ ਜੋ ਫਰੀਸੀਆਂ ਦੇ ਨਾਲ ਆਏ ਸਨ, ਉਹਨਾਂ ਦੇ ਵਿੱਚ ਫੁੱਟ ਪੈ ਗਈ। ਉਹਨਾਂ ਉਸ ਅੰਨੇ ਨੂੰ ਫੇਰ ਆਖਿਆ ਕਿ ਉਹਨੇ ਜੋ ਤੇਰੀਆਂ ਅੱਖਾਂ ਖੋਲੀਆਂ, ਤੂੰ ਉਹਦੇ ਵਿਖੇ ਕੀ ਕਹਿੰਦਾ ਹੈ? ਹੁਣ ਆਇਆ ਸਮਾਂ ਯਿਸੂ ਮਸੀਹ ਦਾ ਪਕਸ਼ ਲੈਣ ਦਾ। ਯੈਸ। ਆਮੀਨ। ਭਈ ਦੇਖ, ਜਿਹਨੇ ਤੇਰੀਆਂ ਅੱਖਾਂ ਖੋਲੀਆਂ ਨੇ, ਤੂੰ ਉਹਦੇ ਵਿਖੇ ਚ ਆਖਦਾ ਕੀ ਹੈ? ਸੱਚ। ਕਿਉਂਕਿ ਜਦੋਂ ਪਾਦਰੀ ਆਉਂਦੇ ਆ ਇਸ ਅੰਨੇ ਦੇ ਸਾਹਮਣੇ, ਹੋ ਸਕਦਾ ਕੋਈ ਰੱਥ ਤੇ ਆਇਆ ਹੋਵੇ, ਕੋਈ ਜ਼ਿਆਦਾ ਵੱਡੇ ਉੱਚੇ ਘੋੜੇ ਤੇ ਚੜ ਕੇ ਆਇਆ ਹੋਵੇ, ਚੰਗਾ ਵਧੀਆ ਲਿਬਾਸ ਪਹਿਨ ਕੇ ਆਇਆ ਹੋਵੇ, ਮਤਲਬ ਆਪਣਾ ਪ੍ਰਭਾਵ ਦਿਖਾਉਣ ਦੇ ਲਈ ਕਿ ਇਹ ਬੰਦਾ ਜੋ ਅੰਨਾ ਆ, ਇਹ ਭਿਖਾਰੀ ਸੀ, ਇਹਨੂੰ ਹਲੇ ਦੁਨੀਆਦਾਰੀ ਦੇ ਬਾਰੇ ਪਤਾ ਨਹੀਂ ਹੈ। ਸਾਡੇ ਦਬਾਅ ਵਿੱਚ ਆ ਜਾਵੇਗਾ, ਹੋ ਸਕਦਾ ਬਿਆਨ ਬਦਲ ਦੇਵੇ ਵੀ ਮੈਨੂੰ ਯਿਸੂ ਨੇ ਨਹੀਂ ਚੰਗਾ ਕੀਤਾ। ਕਿਉਂਕਿ ਜਦੋਂ ਤੁਸੀਂ ਕਿਸੇ ਦੇ ਬਿਆਨ ਬਦਲਨੇ ਆ ਤੇ ਉਹਦੇ ਉੱਤੇ ਧਾਰਮਿਕ ਤੇ ਆਰਥਿਕ ਦਬਾਅ ਪਾ ਦਿਓ। ਕਈ ਲੋਕ ਬਿਆਨ ਬਦਲਣ ਲਈ ਰਾਜਨੀਤਿਕ ਦਬਾਅ ਪਾਉਂਦੇ ਆ, ਜਿਵੇਂ ਕਿ ਅੱਜ ਕੱਲ ਦੁਨੀਆ ਤੇ ਚੱਲਦਾ ਹੀ ਹੈ। ਕੇਸ ਬਦਲ ਜਾਂਦੇ ਆ, ਮੁਕੱਦਮੇ ਬਦਲ ਜਾਂਦੇ ਆ, ਕਾਰਨ ਇੱਕ ਦਬਾਅ। ਹੁਣ ਇਹ ਫਰੀਸੀ ਲੋਕ ਵੀ ਇਸ ਅੰਨੇ ਦਾ ਬਿਆਨ ਬਦਲਣ ਆਏ ਆ। ਕਹਿੰਦੇ ਤੂੰ ਦੱਸ ਉਸ ਮਨੁੱਖ ਦੇ ਵਿਖੇ ਚ ਕੀ ਕਹਿਣਾ ਆ ਜਿਸ ਨੇ ਤੈਨੂੰ ਚੰਗਾ ਕੀਤਾ? ਉਹ ਬੋਲਿਆ, ਉਹ ਨਬੀ ਹੈ। ਹਾਲੇਲੂਇਆ। ਗਲੋਰੀ। ਮੁਲਾਕਾਤ ਕੋਈ ਨਹੀਂ ਹੋਈ ਹਾਲੇ ਯਿਸੂ ਮਸੀਹ ਨਾਲ, ਪਰ ਅੱਖਾਂ ਹੀ ਖੁੱਲੀਆਂ ਤੇ ਕਹਿੰਦਾ ਉਹ ਇੱਕ ਨਬੀ ਹੈ। ਆਮੀਨ। ਤੋ ਇਹਦਾ ਮਤਲਬ ਜੇਕਰ ਇਸ ਅੰਨੇ ਦੀਆਂ ਅੱਖਾਂ ਇੱਕ ਨਬੀ ਨੇ ਖੋਲੀਆਂ ਤੇ ਲੋਦੀਕੀਆ ਜੋ ਕਿ ਅੰਨਾ ਨੰਗਾ ਆ, ਇਹਦੀਆਂ ਅੱਖਾਂ ਕੌਣ ਖੋਲੇਗਾ? ਨਬੀ। तो की ਤੁਹਾਨੂੰ ਆਪਣੇ ਨਬੀ ਦੀ ਪਹਿਚਾਨ ਹੋ ਗਈ ਹੈ? ਆਮੀਨ। ਪ੍ਰਕਾਸ਼ਿਤ ਵਾਕਿਆ 10:7 ਆਮੀਨ। ਜੋ ਕਿ ਸਾਡੇ ਯੁੱਗ ਦਾ ਨਬੀ ਹੈ। ਯੈਸ। ਆਮੀਨ। ਦੇਖੋ ਸਤਵੇਂ ਦੂਤ ਦੀ ਆਵਾਜ਼ ਦੇ ਦਿਨੀ ਜਾਂ ਤੁਰੀ ਵਜਾਵੇਗਾ, ਖੁਦਾ ਦਾ ਭੇਤ ਸੰਪੂਰਨ ਹੋ ਜਾਵੇਗਾ। ਆਮੀਨ। ਉਸ ਯੁੱਗ ਵਿੱਚ ਉਹ ਸੇਵਕਾਈ ਦੇ ਥੱਲੇ ਕੁਝ ਅੰਨੇ ਆਉਣਗੇ ਆਮੀਨ। ਜੋ ਆਪਣੀ ਮਾਂ ਦੀ ਕੁੱਖੋਂ ਅੰਨੇ ਪੈਦਾ ਹੋਏ ਆ। ਸੱਚਾ। ਹੁਣ ਮੈਂ ਮਾਵਾਂ ਦੇ ਨਾਮ ਲੈ ਚੁੱਕਾ ਆ। ਸੱਚ ਹੈ। ਕੈਥੋਲਿਕ ਇੱਕ ਮਾਂ ਆ ਸੱਚ। ਆਮੀਨ। ਜੋ ਦਾਵਾ ਵੀ ਕਰਦੀ ਆ ਕਿ ਉਹ ਮਾਂ ਕਲੀਸਿਆ ਆ, ਸੱਚ ਹੈ। ਔਰ ਉਹਨੇ ਕੁਝ ਧੀਆਂ ਪੈਦਾ ਕੀਤੀਆਂ ਨੇ, ਜਿਵੇਂ ਕਿ ਪ੍ਰੈਸਬਾਈਟੇਰੀਅਨ, ਸਾਲਵੇਸ਼ਨ ਆਰਮੀ, पेंटिकॉस्टल और मेथोडिस्ट, लूथरन, नाजरीन, पिलग्रिम, होलीनेस, वननेस, टूनेस, थ्रीनेस,
ਇਹ ਸਾਰੀਆਂ ਜਥੇਬੰਦੀਆਂ ਕੈਥੋਲਿਕ ਨੇ ਪੈਦਾ ਕੀਤੀਆਂ ਨੇ, ਔਰ ਜਿੰਨੇ ਇਹਨਾਂ ਜਥੇਬੰਦੀਆਂ 'ਚ ਪੈਦਾ ਹੋਏ ਸਭ ਦੇ ਸਭ ਅੰਨੇ ਪੈਦਾ ਹੋਏ ਆ। ਔਰ ਜੇਕਰ ਅੱਜ ਕਿਸੇ ਅੰਨੇ ਨੇ ਸਜਾਖਾ ਹੋਣਾ ਤੇ ਉਹਨੂੰ ਇਸ ਯੁੱਗ ਦੇ ਨਬੀ ਨੂੰ ਮਿਲਣਾ ਪਏਗਾ। ਕਿਉਂਕਿ ਉਹ ਜਨਮ ਤੋਂ ਅੰਨਾ ਸੀ ਅਤੇ ਭਿਖਾਰੀਆਂ ਵਾਲੀ ਕੰਡੀਸ਼ਨ 'ਚ ਸੀ। ਕੁਝ ਹੋਰ ਚਾਹ ਰਹੇ ਹੋ ਤੁਸੀਂ? ਆਮੇਨ। ਕੋਈ ਗੱਲ ਨਹੀਂ, ਜੇਕਰ ਕੋਈ ਨਾਮ ਵੀ ਸੁਣੇ, ਇੱਕ ਬੰਦਾ ਵੀ ਅੱਜ ਦਾ ਸੰਦੇਸ਼ ਸੁਣ ਜਾਵੇ ਤੇ ਇਹ ਮੀਟਿੰਗ ਭਾਈ ਆਸ਼ੀਸ਼ ਦਾ ਪੈਸੇ ਖਰਚਣਾ ਇਹ ਸਫਲ ਹੋ ਜਾਵੇਗਾ। ਸਿਰਫ ਇੱਕ ਬੰਦਾ। ਸੱਚ ਹੈ। ਗੋਡ ਬlesਸ ਯੂ ਪਾਸਟਰ। ਹਾਲੇਲੂਇਆ। ਮੈਨੂੰ ਪਤਾ ਹੈ ਕਿ ਸਭ ਸੁਣਨ ਵਾਲਿਆਂ ਚੋਂ ਨਹੀਂ ਹੁੰਦੇ, ਕੁਝ ਵੇਖਣ ਵਾਲਿਆਂ ਚੋਂ ਹੁੰਦੇ ਆ ਕਿ ਵੇਖ ਕੇ ਆਉਂਦੇ ਆ ਇਹ ਕੀ ਕਹਿੰਦੇ ਆ। ਸਮਝ ਰਹੇ ਹੋ? ਆਮੇਨ। ਸਾਰਫਤ ਦੇ ਅੰਦਰ ਬਹੁਤ ਸਾਰੀਆਂ ਵਿਧਵਾਵਾਂ ਸਨ, ਪਰ ਏਲੀਆ ਇੱਕੋ ਦੇ ਘਰ ਭੇਜਿਆ ਸੀ। ਆਮੇਨ। ਔਰ ਉਹ ਹਰ ਵਾਰ ਇੱਕ ਲੱਭ ਹੀ ਲੈਂਦਾ ਹੈ ਸੱਚ। ਜਿਹਦੇ ਆਮੇਨ। ਘਰ ਉਹਨੇ ਉਤਰਨਾ ਹੁੰਦਾ ਹੈ। ਪ੍ਰੇਜ਼ ਦ ਲਾਰਡ। ਹਰ ਵਾਰ ਬੇਸ਼ੱਕ ਯਿਸੂ ਮਸੀਹ ਦੇ ਦਿਨਾਂ ਵਿੱਚ ਅਨੇਕਾਂ ਹੀ ਅੰਨੇ ਸਨ, ਪਰ ਇੱਕੋ ਹੀ ਸੀ ਸੱਚ। ਜਿਸ ਨੇ ਉਹਦੇ ਪਕਸ਼ ਵਿੱਚ ਖੜੇ ਹੋਣਾ ਸੀ। ਆਮੇਨ। ਗਲੋਰੀ। ਹਾਲੇਲੂਇਆ। ਉਹ ਕਹਿੰਦੇ ਤੂੰ ਉਹਦੇ ਬਾਰੇ ਚ ਕੀ ਕਹਿਣਾ? ਕਹਿੰਦਾ ਮੈਂ ਨਾਲ ਜਾਣ ਲਿਆ ਕਿ ਉਹ ਨਬੀ ਆ। ਯੈਸ। ਕੋਈ ਆਮੇਨ। ਆਮ ਬੰਦਾ ਕਿਸੇ ਦੀਆਂ ਅੱਖਾਂ ਤੋਂ ਛਿਲਕੇ ਉਤਾਰ ਹੀ ਨਹੀਂ ਸੱਚ। ਸਕਦਾ। ਆਮੇਨ। ਸਮਝ ਰਹੇ ਹੋ? ਆਮੇਨ। ਸਾਡੀਆਂ ਅੱਖਾਂ ਤੇ ਪਿਤਾ ਪੁੱਤਰ ਪਵਿੱਤਰ ਆਤਮਾ ਦੀ ਸਿੱਖਿਆ ਵਾਲਾ ਛਿਲਕਾ ਸੀ, ਸੱਚ। ਤਸਲੀਸ ਵਾਲਾ ਛਿਲਕਾ ਸੀ, ਸੱਚ। ਕ੍ਰਿਸਮਸ ਵਾਲਾ ਛਿਲਕਾ ਸੀ। ਜੋ ਕਿ ਹੁਣ ਥੋੜੇ ਸਮੇਂ ਬਾਅਦ ਲੋਕਾਂ ਨੇ ਰੋਡ ਤੇ ਨਿਕਲ ਕੇ ਮਨਾਉਣਾ ਹੈ, ਪਰ ਕਈ ਲੋਕ ਅੰਨੇ ਹਨ ਇਸ ਛਿਲਕੇ ਦੇ ਥੱਲੇ। ਸੱਚ। ਸੱਚਿਆ ਜੀ। ਅਸੀਂ ਕ੍ਰਿਸਮਸ ਦੇ ਛਿਲਕੇ ਥੱਲੇ ਸੀ। ਸੱਚ। ਸਾਡੀਆਂ ਅੱਖਾਂ ਨੂੰ ਪਤਾ ਹੀ ਨਹੀਂ ਸੀ ਕਿ ਇਸ ਕ੍ਰਿਸਮਸ ਦਾ ਸੰਬੰਧ ਯਿਸੂ ਮਸੀਹ ਦੇ ਨਾਲ ਦੂਰ ਦੂਰ ਤੱਕ ਨਹੀਂ ਹੈ। ਸੱਚ। ਆਮੇਨ। ਸਮਝ ਰਹੇ ਹੋ? ਆਮੇਨ। ਸਾਨੂੰ ਨਹੀਂ ਸੀ ਪਤਾ ਕਿ ਇਹ ਕ੍ਰਿਸਮਸ ਯਿਸੂ ਦੀ ਭਗਤੀ ਨਹੀਂ, ਇਹ ਸੂਰਜ ਦੇਵਤੇ ਦੀ ਭਗਤੀ ਸੱਚ। ਜੋ ਰੋਮ ਦੇ ਵਿੱਚ ਸ਼ੁਰੂ ਹੋਈ, ਰੋਮ ਦੀ ਬਜਾਏ ਜੋ ਬਾਬਲ ਵਿੱਚ ਸ਼ੁਰੂ ਹੋਈ, ਔਰ ਬਾਬਲ ਤੋਂ ਯੂਨਾਨ, ਯੂਨਾਨ ਤੋਂ ਰੋਮ, ਔਰ ਰੋਮ ਤੋਂ ਪੂਰੀ ਦੁਨੀਆ ਵਿੱਚ ਛਾ ਗਈ। ਸੱਚ। ਪੂਰੇ ਵਿਸ਼ਵ ਦੇ ਅੰਦਰ ਅੱਜ ਸੂਰਜ ਦੇਵਤੇ ਦੀ ਭਗਤੀ ਹੁੰਦੀ ਆ ਕ੍ਰਿਸਮਸ ਦੇ ਨਾਮ ਤੇ, ਬਿਲਕੁਲ ਸੱਚ। ਪਰ ਸਾਡੀਆਂ ਅੱਖਾਂ ਦੇ ਉੱਤੇ ਛਿਲਕਾ ਸੀ, ਸੱਚ। ਜਿਹਦੀ ਵਜ੍ਹਾ ਕਰਕੇ ਅਸੀਂ ਕਦੇ ਦੇਖ ਨਾ ਪਾਏ। ਪਰ ਧੰਨਵਾਦ ਹੋਵੇ ਕਿ ਸਾਡੇ ਦਿਨਾਂ ਵਿੱਚ ਇੱਕ ਨਬੀ ਆਇਆ। ਆਮੇਨ। ਹਾਲੇਲੂਇਆ। ਮੈਂ ਜਨਮ ਤੋਂ ਹੀ ਅੰਨਾ ਪੈਦਾ ਹੋਇਆ ਸੀ, Yes. ਜਿਹਦੀ ਵਜ੍ਹਾ ਕਰਕੇ ਨਾ ਬਾਈਬਲ ਚੁੱਕਣ ਦਾ ਪਤਾ ਸੀ, ਨਾ ਪੜਨ ਦਾ ਪਤਾ ਸੀ, ਤੇ ਨਾ ਹੀ ਸਮਝਣ ਦਾ ਪਤਾ ਸੀ। ਸੱਚ ਜੀ। ਅਸੀਂ ਅੰਨੇ ਪੈਦਾ ਹੋਏ ਸੀ, ਸੱਚ। ਪਰ ਜਦੋਂ ਇੱਕ ਨਬੀ ਨੂੰ ਮਿਲੇ, Glory! ਉਸ ਦੇ ਨਾਲ ਮੁਲਾਕਾਤ ਕਰਨ ਤੋਂ ਬਾਅਦ ਆਮੇਨ। ਝੂਠੇ ਬਦਕਿਸਮੇ ਦਾ ਛਿਲਕਾ ਉਤਰ ਗਿਆ, ਝੂਠੀ ਭਗਤੀ ਦਾ ਛਿਲਕਾ ਉਤਰ ਗਿਆ, ਆਮੇਨ। ਕ੍ਰਿਸਮਸ ਦਾ ਛਿਲਕਾ ਉਤਰ ਗਿਆ, ਆਮੇਨ। ਈਸਟਰ ਦਾ ਛਿਲਕਾ ਉਤਰ ਗਿਆ, ਆਮੇਨ। ਔਰ ਹਰ ਉਹ ਝੂਠੇ ਕੰਮ ਦਾ ਛਿਲਕਾ ਉਤਰ ਗਿਆ। ਸੱਚ। ਆਮੇਨ। ਔਰ ਜਦੋਂ ਉਤਰਿਆ, ਕਈ ਪਾਦਰੀ ਆਏ ਜਿਨ੍ਹਾਂ ਦਿਨਾਂ ਚ ਮੇਰੇ ਤੋਂ ਛਿਲਕਾ ਉਤਰਿਆ। ਉਦੋਂ ਮੈਂ ਪੈਂਟੀਕਾਸਟਲ ਸੀ। ਉਸ ਸਮੇਂ ਮੇਰੇ ਸਾਹਮਣੇ 10 ਲੱਖ ਰੁਪਇਆ ਪਿਆ ਹੋਇਆ ਸੀਗਾ ਇੱਕ ਸਾਈਡ ਤੇ, ਔਰ ਦੂਸਰੇ ਪਾਸੇ ਨਬੀ ਦਾ ਸੰਦੇਸ਼ ਸੀ। ਔਰ 2005 ਦੇ ਅੰਦਰ 10,000 ਦੀ ਸੈਲਰੀ ਬਹੁਤ ਮੰਨੀ ਜਾਂਦੀ ਸੀ। 10,000 ਸੈਲਰੀ, ਇੱਕ ਪਾਸੇ 10,000 ਸੈਲਰੀ, ਦੂਸਰੇ ਪਾਸੇ ਸੰਦੇਸ਼, ਜੋ ਕਿ ਨਬੀ ਦਾ ਥੁੱਕ ਹੈ। ਯੈਸ। ਆਮੇਨ। ਆਮੇਨ। ਗਲੋਰੀ। ਮੈਂ ਉਸ 10,000 ਨੂੰ ਬਾਈਪਾਸ ਕਰਕੇ ਆਮੇਨ। ਇਸ ਨੂੰ ਲੈ ਲਿਆ, ਗੋਡ ਬlesਸ ਯੂ ਪਾਸਟਰ ਜੀ। ਕਿਉਂਕਿ ਮੈਂ ਭਿਖਾਰੀ ਨਹੀਂ ਰਹਿਣਾ ਚਾਹੁੰਦਾ ਸੀ, ਮੈਂ ਪੁੱਤਰ ਬਣਨਾ ਚਾਹੁੰਦਾ ਸੀ। ਆਮੇਨ। ਕਿਉਂਕਿ ਬਾਈਬਲ ਦੱਸਦੀ ਹੈ ਜਿਨ੍ਹਾਂ ਨੇ ਉਹਦੇ ਨਾਮ ਤੇ ਵਿਸ਼ਵਾਸ ਕੀਤਾ, ਉਸ ਨੇ ਉਹਨਾਂ ਨੂੰ ਆਪਣੇ ਪੁੱਤਰ ਹੋਣ ਦਾ ਹੱਕ ਦਿੱਤਾ। ਆਮੇਨ। ਬਾਈਬਲ ਗਲੋਰੀ। ਸਾਨੂੰ ਭਿਖਾਰੀ ਨਹੀਂ ਬਣਾਉਂਦੀ, ਬਾਈਬਲ ਸਾਨੂੰ ਪੁੱਤਰ ਬਣਾਉਂਦੀ ਹੈ। ਓ ਯੈਸ। ਆਮੇਨ। ਔਰ ਪੁੱਤਰ ਹੋਣ ਲਈ ਤੁਹਾਨੂੰ ਨਵੇਂ ਸਿਰਿਓਂ ਪੈਦਾ ਹੋਣਾ ਪੈਂਦਾ ਹੈ। Yes, amen. ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ। ਆਮੇਨ। ਕਿੰਨੇ ਲੋਕ ਸਮਝ ਪਾ ਰਹੇ ਹੋ? ਆਮੇਨ। ਖੁਦਾ ਨੂੰ ਬਹੁਤ ਬਰਕਤ ਦੇ। ਆਮੇਨ। ਕਹਿੰਦਾ ਮੈਂ ਜਾਣਦਾ ਹਾਂ ਉਹ ਨਬੀ ਹੈ। ਆਮੇਨ। ਅੱਗੇ, ਪਰ ਯਹੂਦੀਆਂ ਨੇ ਇਹ ਗੱਲ ਸੱਤ ਨਾ ਮੰਨੀ। ਪਰ ਯਹੂਦੀਆਂ ਨੇ ਜੋ ਫਕੀ ਫਰੀਸੀ ਹਨ, ਇਹ ਗੱਲ ਸੱਤ ਨਾ ਮੰਨੀ, ਜੋ ਉਹ ਅੰਨਾ ਸੀ ਅਤੇ ਸੁਜਾਖਾ ਹੋ ਗਿਆ। ਉਹਨਾਂ ਮੰਨਿਆ ਹੀ ਨਹੀਂ। ਕਹਿੰਦੇ ਤੂੰ ਕਦੇ ਅੰਨਾ ਹੈ ਹੀ ਨਹੀਂ ਸੀ, ਤੂੰ ਐਵੇਂ ਝੂਠੀ ਗੱਲ ਉਠਾ ਦਿੱਤੀ ਹੈ। ਜਿਵੇਂ ਕਿ ਯਿਸੂ ਮਸੀਹ ਦੇ ਜੀ ਉੱਠਣੇ ਬਾਰੇ ਵੀ ਕਹਿੰਦਾ ਉਹ ਜੀ ਨਹੀਂ ਉੱਠਿਆ, ਚੇਲੇ ਉਹਨੂੰ ਕਬਰ ਵਿੱਚੋਂ ਚੁਰਾ ਕੇ ਲੈ ਗਏ ਆ।
ਯਹੂਦੀਆਂ ਨੇ ਇਹ ਵੀ ਗੱਲ ਉਠਾਤੀ ਸੀ। ਹਾਂਜੀ ਹਾਂਜੀ ਪਰ ਪਤਰਸ ਕਹਿੰਦਾ ਜੀ ਉੱਠਣ ਤੋਂ ਬਾਅਦ ਅਸੀਂ ਉਹਦੇ ਨਾਲ ਖਾਦਾ ਪੀਤਾ ਆ। ਆਮੀਨ, ਉਹ ਆਮੀਨ। 40 ਦਿਨ ਸਾਡੇ ਨਾਲ ਰਿਹਾ ਆ। ਆਮੀਨ। ਉਹਨੇ ਕਿਹਾ ਮੈਨੂੰ ਭੁੰਨੀ ਹੋਈ ਮੱਛੀ ਦਿਓ, Yes, ਤੁਹਾਨੂੰ ਆਮੀਨ। ਖਾ ਕੇ ਵਿਖਾਵਾਂ। ਸੱਚ ਆ। ਕਿਉਂਕਿ ਜੇਕਰ ਕੋਈ ਰੂਹ ਹੋਵੇ ਜਾਂ ਭੂਤ ਹੋਵੇ ਤੇ ਉਹਦੇ ਵਿੱਚ ਹੱਡੀ ਨਹੀਂ ਹੁੰਦੀ। ਯੈਸ, ਪਰ ਥੋਮਾ ਨੇ ਉਹਨੂੰ ਟੋਹ ਕੇ ਵੇਖਿਆ। ਸੱਚ ਆ। ਆਮੀਨ, ਹਾਲੇਲੂਇਆ। ਹਾਲੇਲੂਇਆ। ਥੋਮਾ ਕਹਿੰਦਾ ਮੈਂ ਨਹੀਂ ਵਿਸ਼ਵਾਸ ਕਰ ਸਕਦਾ, ਮੈਨੂੰ ਨਹੀਂ ਪਤਾ, ਪਰ ਮੈਂ ਉਦੋਂ ਵਿਸ਼ਵਾਸ ਕਰਾਂਗਾ ਜਦੋਂ ਤੇਰੇ ਜ਼ਖਮਾਂ 'ਚ ਉਂਗਲ ਪਾ ਕੇ ਵੇਖਾਂਗਾ। ਔਰ ਥੋਮਸ ਨੇ ਉਹਦੇ ਜ਼ਖਮ 'ਚ ਉਂਗਲ ਪਾਈ। ਸੱਚ ਆ ਜੀ। ਔਰ ਫਿਰ ਉਹਨੇ ਚਲਾ ਕੇ ਆਖਿਆ ਮੇਰੇ ਪ੍ਰਭੂ ਮੇਰੇ ਪਿਤਾ। ਆਮੀਨ। ਜਦੋਂ ਉਹਨੇ ਚੈੱਕ ਕਰ ਲਿਆ, ਕੁਝ ਲੋਕ ਚੈੱਕ ਕਰਕੇ ਹੀ ਮੰਨਦੇ ਆ। ਸੱਚ ਹੁਣ ਇੱਥੇ ਅੰਨਾ ਆ ਜਿਹਨੂੰ ਕਿਹਾ ਜਾ ਰਿਹਾ ਸੀਗਾ ਕਿ ਤੈਨੂੰ ਸੁਜਾਖਾ ਕਿਨੇ ਕੀਤਾ ਤੇ ਤੂੰ ਉਹਦੇ ਵਿਸ਼ੇ 'ਚ ਕੀ ਬੋਲਦਾ? ਕਹਿੰਦਾ ਉਹ ਨਬੀ ਆ। ਔਰ ਇੰਨੀ ਗੱਲ ਦੱਸਣ ਦੇ ਬਾਵਜੂਦ ਵੀ ਨਾ ਉਹਨਾਂ ਨੇ ਮੰਨਿਆ ਤੇ ਨਾ ਉਹਦੀ ਗੱਲ ਨੂੰ ਮੰਨਿਆ ਭਈ ਇਹ ਕਦੇ ਅੰਨਾ ਸੀ। ਔਰ ਇਹ ਸੁਜਾਖਾ ਹੋ ਗਿਆ। ਪੁੱਛ ਪੜਤਾਲ ਕਰਨ ਲਈ ਇਹ ਫੱਕੀ ਫਰੀਸੀ ਉਹਦੇ ਮਾਪਿਓ ਕੋਲ ਚਲੇ ਗਏ। ਸੱਚ ਹੈ। ਅੱਗੇ ਜਿੰਨਾ ਚਿਰ ਉਸ ਸੁਜਾਖੇ ਹੋਏ ਦੇ ਮਾਪਿਆਂ ਨੂੰ ਨਾ ਸੱਦਿਆ ਅਤੇ ਇਹ ਕਹਿ ਕੇ ਉਹਨਾਂ ਤੋਂ ਨਾ ਪੁੱਛਿਆ ਕਿ ਇਹ ਤੁਹਾਡਾ ਪੁੱਤਰ ਹੈ ਜਿਹਨੂੰ ਤੁਸੀਂ ਆਖਦੇ ਹੋ ਭਈ ਇਹ ਅੰਨਾ ਜੰਮਿਆ ਸੀ, ਫਿਰ ਹੁਣ ਉਹ ਕਿੱਕਰ ਵੇਖਦਾ ਹੈ। ਉਹਦੇ ਮਾਪਿਆਂ ਨੇ ਉੱਤਰ ਦਿੱਤਾ, ਅਸੀਂ ਜਾਣਦੇ ਹਾਂ ਜੋ ਇਹ ਸਾਡਾ ਪੁੱਤਰ ਹੈ ਅਤੇ ਇਹ ਵੀ ਕਿ ਇਹ ਅੰਨਾ ਜੰਮਿਆ ਸੀ, ਪਰ ਸਾਨੂੰ ਪਤਾ ਨਹੀਂ ਜੋ ਉਹ ਹੁਣ ਕਿੱਕਰ ਵੇਖਦਾ ਹੈ। ਦੇਖ ਰਹੇ ਹੋ ਮਾਪਿਆਂ ਦਾ ਬਿਆਨ। ਹਾਂ ਅਸੀਂ ਜਾਣਦੇ ਹਾਂ ਕਿ ਸਾਡਾ ਪੁੱਤਰ ਆ ਔਰ ਇਹ ਅੰਨਾ ਪੈਦਾ ਹੋਇਆ ਸੀ, ਪਰ ਪਲੀਜ਼ ਸਾਨੂੰ ਨਹੀਂ ਪਤਾ ਕਿ ਇਹਨੂੰ ਚੰਗਾ ਕਿਹਨੇ ਕੀਤਾ। ਸੱਚ ਹੈ। ਮਾਂ ਪਿਓ ਨੂੰ ਬਿਲਕੁਲ ਵੀ ਖੁਸ਼ੀ ਨਹੀਂ ਆ ਕਿ ਬੱਚਾ 40 ਸਾਲ ਤੋਂ ਅੰਨਾ ਸੀ, ਅੱਜ ਇਹ ਵੇਖ ਰਿਹਾ ਆ ਔਰ ਜਿਸ ਨੇ ਇਹਨੂੰ ਚੰਗਾ ਕੀਤਾ ਆ ਅਸੀਂ ਉਹਦੀ ਗਵਾਹੀ ਦਈਏ। ਸੱਚ ਹੈ ਜੀ। ਪਰ ਇਹ ਕੀ ਕਰ ਰਹੇ ਆ? ਸਾਨੂੰ ਨਹੀਂ ਪਤਾ ਕਿੰਨੇ ਚੰਗਾ ਕੀਤਾ ਆ। ਸੱਚ ਹੈ। ਅਸੀਂ ਨਹੀਂ ਜਾਣਦੇ। ਭਾਈ ਤੁਹਾਡਾ ਬੇਟਾ, ਉਹਨੂੰ ਇੱਕ ਵਾਰੀ ਪੁੱਛ ਲਓ ਵੀ ਕਿੰਨੇ ਚੰਗਾ ਕੀਤਾ, ਉਹ ਦੱਸ ਦੇਗਾ। ਉਹ ਡਰ ਗਈ ਸੀ ਕਿਉਂਕਿ ਫੱਕੀ ਫਰੀਸੀ ਹਰ ਫੈਮਿਲੀ ਨੂੰ ਆ ਕੇ ਦਬਾ ਲੈਂਦੇ ਸੀ, ਜਿਵੇਂ ਕਿ ਅੱਜ ਵੀ ਚੱਲਦਾ ਆ। ਸੱਚ ਆ। ਜਦੋਂ ਕਿਸੇ ਬੰਦੇ ਨੂੰ ਬਾਈਬਲ ਸਮਝ ਆ ਜਾਂਦੀ ਹੈ ਉਹ ਵਚਨ ਨਾਲ ਖੜਾ ਹੋ ਜਾਂਦਾ ਹੈ। ਆਮੀਨ। ਔਰ ਕਈ ਮੰਡਲੀਆਂ ਆਉਂਦੀਆਂ ਦਬਾਅ ਪਾਉਣ ਲਈ। ਸੱਚ ਆ। ਤੂੰ ਪੈਸੇ ਲੈ ਲਿਆ, ਤੂੰ ਧਰਮ ਬਦਲ ਲਿਆ। ਜਿਹਦੀਆਂ ਅੱਖਾਂ ਖੁੱਲ ਚੁੱਕੀਆਂ ਨੇ ਉਹ ਬੋਲਣ ਤੋਂ ਕਦੇ ਰੁਕੇਗਾ ਨਹੀਂ। ਸੱਚ। ਆਮੀਨ। ਭਈ ਮੈਂ ਸੁਜਾਖਾ ਹੋ ਗਿਆ ਹਾਂ। ਹੁਣ ਇਹ ਫੱਕੀ ਫਰੀਸੀ ਆਏ, ਕਹਿੰਦੇ ਅਸੀਂ ਨਹੀਂ ਮੰਨਦੇ ਕਿ ਤੂੰ ਅੰਨਿਆਂ ਤੋਂ ਸੁਜਾਖਾ ਹੋਇਆ ਆ, ਤੇਰੇ ਮਾਂ ਪਿਓ ਨੂੰ ਪੁੱਛਦੇ ਆ। ਹੁਣ ਮਾਂ ਪਿਓ ਗਵਾਹੀ ਨੂੰ ਛੁਪਾ ਰਹੇ ਆ, ਲੁਕਾ ਰਹੇ ਆ, ਕਹਿੰਦੇ ਬੇਸ਼ੱਕ ਇਹ ਸਾਡਾ ਬੱਚਾ ਆ, ਲੇਕਿਨ ਅਸੀਂ ਨਹੀਂ ਜਾਣਦੇ ਕਿ ਚੰਗਾ ਕਿਵੇਂ ਹੋਇਆ, ਉਹਦਾ ਕਾਰਨ ਕੀ ਹੈ। ਅੱਗੇ ਇਹ ਵੀ ਨਹੀਂ ਸਾਨੂੰ ਪਤਾ ਹੈ ਭਈ ਕਿਹਨੇ ਉਹਦੀਆਂ ਅੱਖਾਂ ਖੋਲੀਆਂ। ਸਾਨੂੰ ਨਹੀਂ ਪਤਾ ਭਈ ਕਿਹਨੇ ਉਹਦੀਆਂ ਅੱਖਾਂ ਖੋਲੀਆਂ। ਉਸੇ ਕੋਲ ਪੁੱਛ ਲਓ, ਉਹ ਸਿਆਣਾ ਹੈ, ਉਹ ਆਪਣੀ ਗੱਲ ਆਪੇ ਦੱਸੂ। ਉਹਦੇ ਮਾਪਿਆਂ ਨੇ ਯਹੂਦੀਆਂ ਤੋਂ ਡਰਦੇ ਮਾਰੇ ਇਹ ਗੱਲਾਂ ਕਹੀਆਂ, ਕਿਉਂ ਜੋ ਯਹੂਦੀਆਂ ਨੇ ਏਕਾ ਕਰ ਲਿਆ ਸੀ ਭਈ ਜੇ ਕੋਈ ਉਹਨੂੰ ਮਸੀਹ ਕਰਕੇ ਮੰਨ ਲਵੇ ਤਾਂ ਉਹ ਸਮਾਜ ਵਿੱਚੋਂ ਛੇਕਿਆ ਜਾਵੇ। ਆਹ ਕਾਰਨ ਸੀ। ਅੱਜ Amen. ਮੇਰਾ ਵਿਸ਼ਾ ਕੀ ਹੈ? ਯਿਸੂ ਮਸੀਹ ਦਾ ਪੱਖ ਲੈਣਾ। ਆਮੀਨ। ਜਦੋਂ ਇਹ ਅੰਨਿਆਂ ਤੋਂ ਸੁਜਾਖਾ ਹੋ ਗਿਆ ਔਰ ਫੱਕੀ ਫਰੀਸੀ ਜੋ ਉਸ ਸਮੇਂ ਦੇ ਧਰਮ ਪ੍ਰਚਾਰਕ ਸਨ, ਉਹਨਾਂ ਨੇ ਆ ਕੇ ਉਹਦੀ ਫੈਮਿਲੀ ਤੇ ਦਬਾਅ ਪਾਇਆ। ਦੇਖੋ ਤੁਹਾਡਾ ਮੁੰਡਾ ਤੇ ਹੋ ਗਿਆ ਪਾਗਲ, ਉਹ ਤੇ ਗੱਲ ਕਰਦਾ ਯਿਸੂ ਮਸੀਹ ਦੀ ਕਿ ਉਹ ਨਬੀ ਹੈ ਤੇ ਉਹਨੇ ਮੈਨੂੰ ਚੰਗਾ ਕੀਤਾ। ਜੇ ਤੁਸੀਂ ਯਿਸੂ ਮਸੀਹ ਦਾ ਨਾਮ ਲਿਆ ਤੇ ਤੁਹਾਡਾ ਹੁੱਕਾ ਪਾਣੀ ਬੰਦ, ਤੁਹਾਡਾ ਚਰਚ ਆਉਣਾ ਬੰਦ, ਤੁਹਾਡੀ ਕ੍ਰਿਸਮਸ ਦੀ ਗੁਰਾਹੀ ਬੰਦ, ਔਰ ਤੁਹਾਡੇ ਵਿਆਹਾਂ ਸ਼ਾਦੀਆਂ ਤੇ ਕੋਈ ਬਾਈਬਲ ਦਾ ਪਾਠ ਨਹੀਂ ਪੜਿਆ ਜਾਵੇਗਾ, ਜੋ ਕਿ ਚੱਲਦਾ ਹੀ ਹੈ। ਸੱਚ ਹੈ ਜੀ। ਤਿੰਨ ਦਿਨ ਤੁਹਾਡੇ ਘਰਾਂ ਦੇ ਵਿੱਚ ਕੋਈ ਵੀ ਫੈਸਿਲਿਟੀ ਨਹੀਂ ਆਉਣ ਦਵਾਂਗੇ ਜੇਕਰ ਤੁਸੀਂ ਇਸ ਦਾ ਪੱਖ ਲਿਆ। ਅੱਜ ਬਹੁਤ ਸਾਰੇ ਲੋਕ ਸੁਜਾਖੇ ਤੇ ਹੋ ਜਾਂਦੇ ਆ, ਪਰ ਕੁਝ ਧਰਮ ਪ੍ਰਚਾਰਕਾਂ ਦੇ ਦੁਆਰਾ ਦਬਾਏ ਵੀ ਜਾਂਦੇ ਆ ਤਾਂ ਕਿ ਉਹ ਯਿਸੂ ਮਸੀਹ ਦਾ ਪੱਖ ਨਾ ਲੈਣ, ਸੱਚ ਹੈ। ਉਲਟ ਉਹਦਾ ਇਨਕਾਰ ਕਰ ਦੇਣ। ਸਮਝ ਰਹੇ ਹੋ? ਆਮੀਨ।
ਕਿਉਂਕਿ ਇਹਨਾਂ ਨੇ ਕਿਹਾ ਸੀ ਜੇਕਰ ਕੋਈ ਉਹਨੂੰ ਮਸੀਹ ਮੰਨ ਲਵੇ ਤੇ ਉਹਨੂੰ ਆਪਣੇ ਸਮਾਜ ਵਿੱਚੋਂ ਛੇਕਿਆ ਜਾਵੇਗਾ, ਤਿਆਗ ਦਿੱਤਾ ਜਾਵੇਗਾ। ਆਮੇਨ। ਜਿੱਦਾਂ ਕਿ ਲੁਧਿਆਣੇ ਦੇ ਵਿੱਚ ਇੱਕ ਪਰਿਵਾਰ ਹੈ, ਮਸੀਹ ਵਿੱਚ ਚੱਲ ਰਿਹਾ, ਔਰ ਲੋਕਾਂ ਨੇ ਕਿਹਾ ਕਿ ਜੇਕਰ ਤੁਸੀਂ ਬਾਈਬਲ ਦੇ ਮੁਤਾਬਕ ਆਪਣੇ ਘਰਾਂ ਦੇ ਮਾਹੌਲ ਬਣਾਉਣੇ ਆ ਤੇ ਅਸੀਂ ਤੁਹਾਡੇ ਨਾਲ ਕੋਈ ਵਰਤੋਂ ਵਿਹਾਰ ਨਹੀਂ ਰੱਖਣਾ। ਮੈਂ ਧੰਨਵਾਦੀ ਹਾਂ ਉਸ ਪਰਿਵਾਰ ਦਾ ਜਿਨ੍ਹਾਂ ਨੇ ਯਿਸੂ ਮਸੀਹ ਦਾ ਪਕਸ਼ ਲਿਆ। ਆਮੀਨ। ਕਿਉਂਕਿ ਅੱਜ ਇੱਕ ਗੀਤ ਗਾਇਆ, ਇੱਕ ਤਰਫ ਹੈ ਦੁल्हन, एक तरफ है दुनिया, सच है। दोनों की अपनी मंजिल, एक जीना है एक एक मरना। संसार जिस राह ते है उथे मौत है, सच है। पर जिस राह ते दुल्हन है आमीन। उथे जीवन है। आमीन। क्योंकि जीवन ओने पाउणा आ जेड़ा यीशु मसीह दा पक्ष ले लवेगा। आमीन। बाइबल कह रही है राह सच ते जीवन मैं हां। आमीन। ग्लोरी। समझ पा रहे हो? आमीन। और इस बंदे दे उत्ते ਇਹਦੇ ਘਰ ਦੇ ਉੱਤੇ ਦਬਾਅ ਹੈ, ਔਰ ਹੋ ਸਕਦਾ ਜਦੋਂ ਮਾਂ ਪਿਓ ਤੇ ਦਬਾਅ ਹੈ, ਇਹਨਾਂ ਨੇ ਮਾਂ ਪਿਓ ਨਾਲ ਮੀਟਿੰਗ ਕੀਤੀ ਹੋਵੇ, ਦੇਖੋ ਤੁਹਾਡਾ ਬੇਟਾ ਤੇ ਚੰਗਾ ਹੋ ਗਿਆ, ਬਹੁਤ ਵਧੀਆ, ਇਹ ਮੰਗਦਾ ਸੀ ਤੇ ਤੁਹਾਡਾ ਗੁਜ਼ਾਰਾ ਚੱਲਦਾ ਸੀ, ਹੁਣ ਇਹਨੂੰ ਸਮਝਾ ਲਓ ਵੀ ਅਸੀਂ ਤੈਨੂੰ ਇੱਕ ਵਧੀਆ ਨੌਕਰੀ ਦੇ ਦੇਵਾਂਗੇ ਪਰ ਯਿਸੂ ਮਸੀਹ ਦਾ ਨਾਮ ਨਹੀਂ ਲੈਣਾ। ਸੱਚ ਹੈ। ਤੈਨੂੰ ਨੌਕਰੀ ਲੈ ਦੇਵਾਂਗੇ, ਜਿੱਦਾਂ ਕਿ ਸੰਸਾਰ ਦੇ ਵਿੱਚ ਚੱਲਦਾ ਹੀ ਹੈ। ਕਿਸੇ ਨੂੰ ਦਬਾਉਣਾ ਹੋਵੇ ਤੇ ਉਹਨੂੰ ਫੈਸਿਲਿਟੀ ਦਿਓ, ਕਿਸੇ ਦਾ ਧਿਆਨ ਖਿੱਚਣਾ ਹੋਵੇ ਤੇ ਉਹਨੂੰ ਫੈਸਿਲਿਟੀ ਦੇ ਦਿਓ, ਭਈ ਅਸੀਂ ਤੇਰਾ ਆਹ ਕਰ ਦੇਵਾਂਗੇ, ਤੈਨੂੰ ਉਹ ਦੇ ਦੇਵਾਂਗੇ। ਜਦ ਕਿ ਇਹ ਦੋਸ਼ ਪ੍ਰਚਾਰਕਾਂ ਤੇ ਲਾਇਆ ਜਾਂਦਾ ਆ, ਭਈ ਇਹ ਕਿਸੇ ਨੂੰ ਬਦਲਣ ਲਈ ਉਹਨੂੰ ਪੈਸੇ ਦਿੰਦੇ ਆ। ਸੱਚ ਹੈ। ਜਦ ਕਿ ਪੈਸਿਆਂ ਵਾਲਾ ਤੇ ਕੋਈ ਵਿਸ਼ਾ ਹੀ ਨਹੀਂ ਹੈ। ਇੱਥੇ ਕੋਈ ਹੈ ਜਿਸ ਨੂੰ ਯਿਸੂ ਮਸੀਹ ਨੂੰ ਕਬੂਲ ਕਰਨ ਲਈ ਪੈਸੇ ਮਿਲੇ ਹੋਣ? ਕੋਈ ਹੈ ਐਸਾ ਬੰਦਾ? ਮੈਂ ਅਜੇ ਤੱਕ ਨਹੀਂ ਵੇਖਿਆ। ਇੱਕ ਵਿਅਕਤੀ ਸਾਡੇ ਘਰ ਦੇ ਵਿੱਚ ਇੰਟਰਨੈਟ ਦੀ ਤਾਰ ਲਾਉਣ ਆਇਆ, ਕਹਿੰਦਾ ਕਿ ਮੈਨੂੰ ਮੇਰੇ ਘਰਦਿਆਂ ਨੇ ਅਲੱਗ ਕਰ ਦਿੱਤਾ ਆ, ਤੋ ਪ੍ਰਾਪਰਟੀ ਦੇ ਵਿੱਚੋਂ ਮੈਨੂੰ ਹਿੱਸਾ ਨਹੀਂ ਮਿਲਿਆ, ਮੈਂ ਅਲੱਗ ਕਿਰਾਏ ਤੇ ਰਹਿ ਰਿਹਾ ਆ ਆਪਣੇ ਪਤਨੀ ਬੱਚਿਆਂ ਨਾਲ, ਤੇ ਮੇਰੇ ਦੋਸਤ ਨੇ ਦੱਸਿਆ ਕਿ ਜੇ ਤੂੰ ਚਰਚ ਚਲਾ ਜਾਵੇਂ ਤੇ ਤੈਨੂੰ ਉੱਥੋਂ ਕੁਝ ਮਿਲ ਸਕਦਾ ਆ। ਤੋ ਕਹਿੰਦਾ ਸਬਬ ਨਾਲ ਮੈਂ ਅੱਜ ਚਰਚ ਆ ਹੀ ਗਿਆ, ਤੇ ਮੈਨੂੰ ਦੱਸੋਗੇ ਕੀ ਕੁਝ ਕਰਨਾ ਪੈਂਦਾ? ਮੈਂ ਕਿਹਾ ਕਾਦੇ ਲਈ? ਕਹਿੰਦਾ ਕੁਝ ਪੈਸੇ ਲੈਣ ਦੇ ਲਈ, ਜ਼ਮੀਨ ਲੈਣ ਦੇ ਲਈ, ਕੁਝ ਵੀ। ਮੈਂ ਕਿਹਾ ਮੇਰੀ ਗੱਲ ਸੁਣ, ਮੈਨੂੰ ਹੋ ਗਏ ਨੇ 15-18 ਸਾਲ ਬਾਈਬਲ ਦਾ ਪ੍ਰਚਾਰ ਕਰਦੇ ਨੇ, ਮੈਨੂੰ ਤੇ ਅਜੇ ਤੱਕ ਕੋਈ ਐਸਾ ਬੰਦਾ ਨਹੀਂ ਮਿਲਿਆ ਜਿਹੜਾ ਪੈਸੇ ਦਿੰਦਾ ਹੋਵੇ, ਔਰ ਨਾ ਹੀ ਇਸ ਚਰਚ ਦੇ ਅੰਦਰ ਕੋਈ ਐਸਾ ਆ ਜਿਨੇ ਪੈਸੇ ਲੈ ਕੇ ਯਿਸੂ ਮਸੀਹ ਨੂੰ ਕਬੂਲ ਕੀਤਾ। ਦੂਸਰੀ ਗੱਲ, ਮੈਂ ਕਿਹਾ ਕਿ ਅਸੀਂ ਯਿਸੂ ਮਸੀਹ ਦਾ ਪ੍ਰਚਾਰ ਕਰ ਰਹੇ ਹਾਂ ਆਜ਼ਾਦ ਮਰਜ਼ੀ ਦੇ ਨਾਲ। यस आमीन। ਸੁਣੋ ਧਿਆਨ ਦੇ ਨਾਲ, ਮੈਂ ਕਿਹਾ ਜੇਕਰ ਸਾਡੇ ਕੋਲ ਲੋਕਾਂ ਨੂੰ 3-3 ਲੱਖ 4-4 ਲੱਖ ਦੇਣ ਲਈ ਹੋਵੇ ਤੇ ਅਸੀਂ ਇੰਨਾ ਛੋਟਾ ਜਿਹਾ ਚਰਚ ਬਣਾ ਕੇ ਬੈਠੇ ਹੋਈਏ। ਮੈਂ ਉਹਨੂੰ ਚਰਚ ਦੇ ਹਾਲਾਤ ਦਿਖਾਏ, ਉਸ ਸਮੇਂ ਟਾਇਲ ਵਗੈਰਾ ਨਹੀਂ ਸੀ ਲੱਗੀ ਹੋਈ। ਮੈਂ ਕਿਹਾ ਜੇਕਰ ਸਾਡੇ ਕੋਲ ਇੰਨਾ ਹੀ ਵੰਡਣ ਲਈ ਪੈਸਾ ਆ ਤੇ ਅਸੀਂ ਇਸ ਤਰੇੜਾਂ ਵਾਲੇ ਫਰਸ਼ ਵਿੱਚ ਹੋਈਏ। ਆ ਦੇਖ ਸਾਡੇ ਬਾਥਰੂਮ ਦਾ ਹਾਲ। ਕਹਿੰਦਾ ਫਿਰ ਉਹ ਕੀ ਹੈ ਜੋ ਨਿਊਜ਼ ਦੇ ਵਿੱਚ ਦਿਖਾਉਂਦੇ ਆ? ਮੈਂ ਕਿਹਾ ਝੂਠ ਆ। ਜਦੋਂ ਕਿਸੇ ਸੱਚ ਨੂੰ ਦਬਾਉਣਾ ਆ ਤੇ ਉਹਦੇ ਵਿਰੁੱਧ ਰੰਗ ਬਰੰਗੀਆਂ ਆਵਾਜ਼ਾਂ ਉਠਾ ਦਿਓ। ਅੱਜ ਇੱਕ ਜਵਾਨ ਭਾਈ ਮੇਰੇ ਨਾਲ ਗੱਲ ਕਰ ਰਿਹਾ ਸੀ, ਕਹਿੰਦਾ ਝੂਠ 6 ਗੁਣਾ ਤੇਜ਼ੀ ਨਾਲ ਫੈਲਦਾ ਆ ਸੱਚ ਨਾਲੋਂ। ਸੱਚ ਨਾਲੋਂ ਝੂਠ 6 ਗੁਣਾ ਤੇਜ਼ੀ ਨਾਲ ਫੈਲਦਾ ਹੈ। ਔਰ ਆਲ ਦੁਆਲੇ ਜਿੰਨੀਆਂ ਵੀ ਖਬਰਾਂ ਹਨ ਇਹ ਸਾਰੀਆਂ ਝੂਠੀਆਂ ਹਨ। ਆ ਦੇਖੋ ਬਾਈਬਲ ਦੇ ਅੰਦਰ ਇੱਕ ਅੰਨਾ ਸੁਜਾਖਾ ਹੋਇਆ ਤੇ ਉਹਦੀ ਗਵਾਹੀ ਦਿਵਾਉਣ ਲਈ ਉਹਦੀ ਫੈਮਿਲੀ ਉੱਤੇ ਅਤੇ ਉਹਦੇ ਉੱਤੇ ਦਬਾਅ ਪਾਇਆ ਜਾ ਰਿਹਾ ਹੈ। सच अच्छा। ਤੈਨੂੰ ਅਸੀਂ ਛੇਕ ਦਵਾਂਗੇ। ਤਾਂ ਕਈ ਲੋਕ ਤੇ ਡਰ ਜਾਂਦੇ ਆ, ਪਕਸ਼ ਲੈਣ ਦੀ ਬਜਾਏ ਉਹ ਦੁਨੀਆ ਦਾ ਅਤੇ ਦੁਨੀਆ ਦੀਆਂ ਸਿੱਖਿਆਵਾਂ ਦਾ ਪਕਸ਼ ਲੈ ਲੈਂਦੇ ਆ। ਪਰ ਇੱਕ ਜਿਹਦੀਆਂ ਅੱਖਾਂ ਖੁੱਲ ਚੁੱਕੀਆਂ, आमीन। ਉਹ ਫਿਰ ਆਪਣੀ ਜਥੇਬੰਦੀ ਦਾ ਪਕਸ਼ ਨਹੀਂ ਲਵੇਗਾ, सच है। ਉਹ ਆਪਣੀ ਮਿਸ਼ਨ ਦਾ ਪੱਖ ਨਹੀਂ ਲਵੇਗਾ, ਉਹ ਇਸ ਜਿਉਂਦੇ ਵਚਨ ਦਾ ਪੱਖ ਲਵੇਗਾ। आमीन। ग्लोरी। ਉਹਦੇ ਮਾਪਿਆਂ ਨੂੰ ਯਹੂਦੀਆਂ ਤੋਂ ਡਰ ਦੇ ਮਾਰੇ ਇਹ ਗੱਲਾਂ ਕਹੀਆਂ ਸਨ, ਕਿਉਂ ਜੋ ਯਹੂਦੀਆਂ ਨੇ ਏਕਾ ਕਰ ਲਿਆ ਸੀ ਭਈ ਜੇ ਕੋਈ ਉਹਨੂੰ ਮਸੀਹ ਕਰਕੇ ਮੰਨ ਲਵੇ ਤਾਂ ਉਹ ਸਮਾਜ ਵਿੱਚੋਂ ਛੇਕਿਆ ਜਾਵੇਗਾ। ਅੱਗੇ ਇਸ ਕਾਰਨ ਉਹਦੇ ਮਾਪਿਆਂ ਨੇ ਕਿਹਾ
ਕਿ ਉਹ ਸਿਆਣਾ ਹੈ, ਉਸ ਨੂੰ ਪੁੱਛ ਲਓ। ਉਪਰੰਤ ਉਹਨਾਂ ਨੇ ਉਸ ਮਨੁੱਖ ਨੂੰ ਜਿਹੜਾ ਅੰਨਾ ਸੀ ਦੂਈ ਵਾਰ ਸੱਦਿਆ। ਹੁਣ ਇੱਕ ਵਾਰੀ ਤੇ ਗੱਲ ਨਹੀਂ ਬਣੀ, ਇੱਕ ਵਾਰੀ ਤੇ ਉਹਨੇ ਸਪਸ਼ਟ ਜਵਾਬ ਦੇ ਦਿੱਤਾ ਕਿ ਉਹ ਨਬੀ ਆ। ਆਮੇਨ। ਔਰ ਮਾਪਿਆਂ ਨੂੰ ਪੁੱਛਿਆ ਤੁਸੀਂ ਕੀ ਕਹਿੰਦੇ ਹੋ? ਕਹਿੰਦੇ ਉਹ ਸਿਆਣਾ ਆ, ਉਹਦਾ ਹੀ ਬਿਆਨ ਸੁਣ ਲਓ। ਆਮੇਨ। ਹੁਣ ਦੂਈ ਵਾਰ ਪੁੱਛਿਆ ਤੂੰ ਉਹਦੇ ਬਾਰੇ ਚ ਕੀ ਕਹਿੰਦਾ ਹੈ? ਅੱਗੇ ਅਤੇ ਉਹਨੂੰ ਆਖਿਆ ਕਿ ਖੁਦਾ ਦੀ ਵਡਿਆਈ ਕਰ। ਅਸੀਂ ਜਾਣਦੇ ਹਾਂ ਜੋ ਇਹ ਮਨੁੱਖ ਪਾਪੀ ਹੈ। ਕਹਿੰਦਾ ਕਿ ਜੇ ਤੂੰ ਅੰਨਿਆਂ ਤੋਂ ਸੁਜਾਖਾ ਹੋ ਗਿਆ ਤੇ ਖੁਦਾ ਦੀ ਵਡਿਆਈ ਕਰ, ਯੀਸ਼ੂ ਮਸੀਹ ਦੇ ਬਾਰੇ ਚ ਗੱਲ ਨਾ ਕਰ। ਸੱਚ ਹੈ। ਤੂੰ ਸੁਜਾਖਾ ਹੋ ਗਿਆ, ਬਸ ਖੁਦਾ ਦਾ ਧੰਨਵਾਦ ਕਰਕੇ ਰੱਬਾ ਤੇਰਾ ਧੰਨਵਾਦ। ਇੱਕ ਸਰਵਜਨਿਕ ਨਾਮ ਲੈ ਰੱਬ। ਸੱਚ ਹੈ। ਜਿੱਦਾਂ ਕਿ ਕਈ ਲੋਕ ਚਰਚ ਵਿੱਚ ਜਾਂਦੇ ਆ, ਕਦੇ ਵੀ ਪ੍ਰਭੂ ਯੀਸ਼ੂ ਦੀ ਗੱਲ ਨਹੀਂ ਕਰਨਗੇ। ਰੱਬ ਨੇ ਚੰਗਾ ਕਰ ਦਿੱਤਾ, ਰੱਬ ਨੇ ਠੀਕ ਕਰ ਦਿੱਤਾ। ਸੱਚ ਹੈ। ਇੱਕ ਸਰਵਜਨਿਕ ਨਾਮ ਲੈਣਾ। ਕਹਿੰਦੇ ਤੂੰ ਖੁਦਾ ਦੀ ਵਡਿਆਈ ਕਰ, ਠੀਕ ਹੋ ਗਿਆ ਤੂੰ, ਪਰ ਆਮ ਮਨੁੱਖ ਜਿਹਦੇ ਬਾਰੇ ਚ ਤੂੰ ਗੱਲ ਕਰਦਾ ਇਹ ਤਾਂ ਪਾਪੀ ਹੈ। ਆਮੇਨ। ਮਤਲਬ ਯੀਸ਼ੂ ਮਸੀਹ। ਫਰੀਸੀ ਕਹਿੰਦੇ ਯੀਸ਼ੂ ਮਸੀਹ ਪਾਪੀ ਹੈ। ਸੱਚ ਹੈ। ਅੱਗੇ ਤਾਂ ਉਸ ਉੱਤਰ ਦਿੱਤਾ ਭਈ ਉਹ ਪਾਪੀ ਹੈ ਕਿ ਨਹੀਂ, ਸੋ ਮੈਂ ਨਹੀਂ ਜਾਣਦਾ। ਮੈਨੂੰ ਨਹੀਂ ਪਤਾ ਕਿ ਉਹ ਪਾਪੀ ਹੈ ਕਿ ਨਹੀਂ, ਪਰ ਮੈਂ ਇਹਨਾਂ ਕੁ ਜਾਣਦਾ ਹਾਂ ਕਿ ਉਹਨੇ ਮੇਰੀਆਂ ਅੱਖਾਂ ਖੋਲ ਦਿੱਤੀਆਂ। ਆਮੇਨ। ਕਹਿੰਦਾ ਇਹੀ ਗੱਲ ਮੈਨੂੰ ਹੈਰਾਨ ਕਰ ਦਿੰਦੀ ਆ ਭਈ ਤੁਸੀਂ ਕਹਿੰਦੇ ਹੋ ਪਾਪੀ ਹੈ, ਪਰ ਉਹ ਤੇ ਮੁਰਦਿਆਂ ਨੂੰ ਵੀ ਜਿਉਂਦਾ ਕਰ ਰਿਹਾ, ਉਹਦੇ ਕੋੜੀਆਂ ਨੂੰ ਸ਼ੁੱਧ ਕਰ ਰਿਹਾ। ਜੇ ਤੁਸੀਂ ਸੰਤ ਹੋ ਤੇ ਕੁਝ ਕਰਕੇ ਵਿਖਾਓ। ਆਮੇਨ। ਮੇਰੇ ਨਾਲ ਹੋ। ਆਮੇਨ। ਅੱਗੇ ਇੱਕ ਗੱਲ ਮੈਂ ਜਾਣਦਾ ਹਾਂ ਇੱਕ ਗੱਲ ਮੈਂ ਜਾਣਦਾ ਹਾਂ ਕਿ ਮੈਂ ਜੋ ਅੰਨਾ ਸੀ ਹੁਣ ਵੇਖਦਾ ਹਾਂ। ਤੁਸੀਂ ਕਹਿੰਦੇ ਹੋ ਪਾਪੀ ਹੈ, ਪਰ ਮੈਨੂੰ ਪਤਾ ਮੈਂ ਅੰਨਾ ਸੀ ਅਤੇ ਹੁਣ ਪਰ ਹੁਣ ਵੇਖਦਾ ਹਾਂ। ਇਹ ਆਮੇਨ। ਉਸ ਪਾਪੀ ਦੇ ਹੀ ਥੁੱਕ ਦਾ ਕਮਾਲ ਆ। ਆਮੇਨ। ਜਿਹਨੂੰ ਤੁਸੀਂ ਪਾਪੀ ਘੋਸ਼ਿਤ ਕਰਦੇ ਹੋ, ਇਹ ਉਹਦਾ ਹੀ ਥੋਕਿਆ ਸੱਚ ਜਿਸ ਨੇ ਹੈ। ਮੇਰੀਆਂ ਅੱਖਾਂ ਤੋਂ ਛਿਲਕੇ ਉਤਾਰ ਦਿੱਤੇ Glory। ਹਨ। ਸੱਚ ਹੈ। ਆਮੇਨ। ਅੱਗੇ ਇਸ ਲਈ ਉਹਨਾਂ ਉਸ ਨੂੰ ਕਿਹਾ ਜੋ ਉਹਨੇ ਤੇਰੇ ਨਾਲ ਕੀ ਕੀਤਾ, ਕਿਸ ਤਰ੍ਹਾਂ ਅੱਖਾਂ ਖੋਲੀਆਂ? ਉਹਨੇ ਉਹਨਾਂ ਨੂੰ ਉੱਤਰ ਦਿੱਤਾ ਮੈਂ ਤਾਂ ਹੁਣੇ ਤੁਹਾਨੂੰ ਦੱਸਿਆ ਸੀ ਅਤੇ ਤੁਸੀਂ ਸੁਣਿਆ ਹੀ ਨਹੀਂ। ਸੁਣਿਆ ਹੀ ਨਹੀਂ। ਕਿਉਂ ਫੇਰ ਸੁਣਨਾ ਚਾਹੁੰਦੇ ਹੋ? ਬਾਰ-ਬਾਰ ਕਿਉਂ ਸੁਣਨਾ ਚਾਹੁੰਦੇ ਹੋ? ਭਲਾ ਤੁਸੀਂ ਵੀ ਉਹਦੇ ਚੇਲੇ ਹੋਣਾ ਚਾਹੁੰਦੇ ਹੋ? ਦੇਖਿਆ ਹੁਣ ਆਮੇਨ। ਜਿਹਦੀਆਂ ਅੱਖਾਂ ਖੁੱਲ ਜਾਣ, ਖੁਦਾ ਉਹਦੀ ਭਾਸ਼ਾ ਵੀ ਬਦਲ ਦਿੰਦਾ ਹੈ। ਆਮੇਨ। ਗਲੋਰੀ। ਕੁਝ ਘੰਟੇ ਪਹਿਲਾਂ ਜਦ ਇਹ ਮੰਗਤਾ ਸੀ, ਇਹਦੀ ਬੋਲੀ ਕੁਝ ਹੋਰ ਸੀ। ਸੱਚ ਹੈ। ਆਮੇਨ। ਦੇ ਦੇ ਬਾਬਾ ਦੇ ਦੇ, ਕੁਝ ਘੰਟੇ ਪਹਿਲਾਂ ਦੀ ਗੱਲ ਆ। ਪਰ ਜਿਵੇਂ ਹੀ ਅੱਖਾਂ ਖੁੱਲੀਆਂ, ਆਮੇਨ। ਹੁਣ ਇਹਨੇ ਫਰੀਸੀ ਵੀ ਅੱਗੇ ਲਾਏ ਹੋਏ ਆ। ਅਧਿਕਾਰੀ ਬਣ ਗਿਆ। ਆਮੇਨ। ਗਲੋਰੀ। ਉਸ ਸਮੇਂ ਦੇ ਧਰਮ ਪ੍ਰਚਾਰਕਾਂ ਦੀ ਵੀ ਹੁਣ ਇਹਨੇ ਦੌੜ ਲਵਾਈ ਹੋਈ ਆ। ਸੱਚ ਆ। ਆਮੇਨ। ਕਹਿੰਦਾ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ, ਹੁਣ ਫੇਰ ਦੱਸ ਰਿਹਾ। ਬਾਰ-ਬਾਰ ਕਿਉਂ ਪੁੱਛਦੇ ਹੋ? ਭਲਾ ਤੁਸੀਂ ਵੀ ਉਹਦੇ ਚੇਲੇ ਬਣਨਾ ਚਾਹੁੰਦੇ ਹੋ? ਆਮੇਨ। ਤੁਹਾਡੇ ਅੰਦਰ ਵੀ ਇੰਟਰਸਟ ਪੈਦਾ ਹੋ ਰਿਹਾ। ਹਾਲੇਲੂਇਆ। ਮੇਰੇ ਨਾਲ ਹੋ ਭਾਈਓ। ਆਮੇਨ। ਹਾਂਜੀ ਪੜ੍ਹਦੇ ਆ। ਤਾਂ ਉਹਨਾਂ ਉਹਨੂੰ ਗਾਲਾਂ ਕੱਢ ਕੇ ਤਾਂ ਹੁਣ ਆਖਿਆ। ਗਾਲਾਂ ਤੇ ਆ ਗਏ। ਬਾਈਬਲ ਕਹਿ ਰਹੀ ਹੈ ਯੈਸ। ਉਹਨਾਂ ਨੇ ਉਹਨੂੰ ਗਾਲਾਂ ਕੱਢ ਕੇ ਆਖਿਆ ਉਹਦਾ ਚੇਲਾ ਤੂੰ ਹੀ ਹੈ, ਉਹਦਾ ਚੇਲਾ ਤੂੰ ਹੀ ਆ। ਪਰ ਅਸੀਂ ਮੂਸਾ ਦੇ ਚੇਲੇ ਹਾਂ। ਅਸੀਂ ਤਾਂ ਮੂਸਾ ਦੇ ਚੇਲੇ ਆ। ਅਬਰਾਹਮ ਦੀ ਲਾਦ। ਸਮਝ ਰਹੇ ਹੋ? ਆਮੇਨ। ਅੱਗੇ ਅਸੀਂ ਜਾਣਦੇ ਹਾਂ ਜੋ ਖੁਦਾ ਨੇ ਮੂਸਾ ਦੇ ਨਾਲ ਗੱਲਾਂ ਕੀਤੀਆਂ ਹਨ, ਪਰ ਇਹ ਨਹੀਂ ਜਾਣਦੇ ਭਈ ਕਿੱਥੋਂ ਹੈ। ਉਸ ਭਾਈ ਜੀ ਧਿਆਨ ਦੇ ਨਾਲ ਪੜੋ, ਅਸੀਂ ਅਖਬਾਰ ਨਹੀਂ ਪੜ ਰਹੇ। ਕਹਿੰਦਾ ਅਸੀਂ ਜਾਣਦੇ ਹਾਂ ਕਿ ਖੁਦਾ ਨੇ ਮੂਸਾ ਨਾਲ ਗੱਲਾਂ ਕੀਤੀਆਂ, ਪਰ ਇਹਦੇ ਵਿਖੇ ਚ ਨਹੀਂ ਜਾਣਦੇ ਭਈ ਇਹ ਕੌਣ ਹੈ। ਮਤਲਬ ਯੀਸ਼ੂ। ਕਹਿੰਦੇ ਅਸੀਂ ਯੀਸ਼ੂ ਦੇ ਬਾਰੇ ਚ ਨਹੀਂ ਜਾਣਦੇ ਕਿ ਇਹ ਕੌਣ ਹੈ। ਅੱਗੇ ਉਸ ਮਨੁੱਖ ਨੇ ਉਹਨਾਂ ਨੂੰ ਉੱਤਰ ਦਿੱਤਾ ਹੁਣ ਮਨੁੱਖ ਬੋਲਣ ਲੱਗਾ, ਕਿਹੜਾ? ਜਿਹਦੀਆਂ ਅੱਖਾਂ ਖੁੱਲੀਆਂ। ਆਮੇਨ। ਇਹ ਜੋ 5 ਮਿੰਟ ਪਹਿਲਾਂ ਜਾਂ ਅੱਧਾ ਘੰਟਾ ਪਹਿਲਾਂ ਮੰਗਤਾ ਸੀ, ਹੁਣ ਇਹ ਪ੍ਰਚਾਰ ਕਰੇਗਾ। ਯੈਸ। ਹੁਣ ਆਮੇਨ। ਇਹਦੇ ਸਾਹਮਣੇ ਪੁਲਪਿਟ ਲੱਗ ਗਿਆ ਆ। ਆਮੇਨ। ਹੁਣ ਇਹ ਕੁਝ ਬੋਲੇਗਾ ਤੇ ਇਹਨਾਂ ਦੀਆਂ ਜੜਾਂ ਹਿੱਲਣਗੀਆਂ। ਯੈਸ। ਆਮੇਨ। ਅਸੀਂ ਜਾਣਦੇ ਹਾਂ ਕਿ ਮੂਸਾ ਨੂੰ ਖੁਦਾ ਨੇ ਬਚਨ ਦਿੱਤੇ, ਪਰ ਇਸ ਮਨੁੱਖ ਦੇ ਬਾਰੇ ਚ ਅਸੀਂ ਨਹੀਂ ਜਾਣਦੇ। ਅੱਗੇ ਇਹੋ ਤਾਂ ਅਚਰਜ ਦੀ ਗੱਲ ਹੈ ਇਹ ਮਨੁੱਖ ਨੇ ਬੋਲਣਾ ਸ਼ੁਰੂ ਕੀਤਾ। ਕਹਿੰਦਾ ਇਹੀ ਤਾਂ ਅਚਰਜ ਦੀ ਗੱਲ ਹੈ ਜੋ Yes. ਤੁਸੀਂ ਨਹੀਂ ਜਾਣਦੇ ਭਈ ਉਹ ਕਿੱਥੋਂ ਹੈ, ਅਤੇ ਉਸਨੇ ਮੇਰੀਆਂ ਅੱਖਾਂ ਖੋਲ ਦਿੱਤੀਆਂ। ਹਾਂਜੀ। ਅਸੀਂ ਤਾਂ ਜਾਣਦੇ ਹਾਂਗੇ ਜੋ ਖੁਦਾ ਪਾਪੀਆਂ ਦੀ ਨਹੀਂ ਸੁਣਦਾ। ਇਹ ਕੌਣ ਬੋਲ ਰਿਹਾ?
ਅੰਨਾ। ਸੱਚ ਜਿਹੜਾ ਕਦੇ ਚਰਚ ਨਾ ਗਿਆ, ਜਿਨੇ ਕਦੇ ਬਾਈਬਲ ਨਾ ਪੜ੍ਹੀ, ਕਹਿੰਦਾ ਅਸੀਂ ਜਾਣਦੇ ਹਾਂ ਕਿ ਖੁਦਾ ਕਦੇ ਪਾਪੀਆਂ ਦੀ ਨਹੀਂ ਸੁਣ ਕਿਸੇ ਗਲਤ ਬੰਦੇ ਦੀ ਖੁਦਾ ਕਦੇ ਨਹੀਂ ਸੁਣਦਾ। ਸੱਚ ਪਰ ਜੇ ਕੋਈ ਖੁਦਾ ਦਾ ਭਗਤ ਹੋਵੇ ਜੇਕਰ ਕੋਈ ਖੁਦਾਵੰਦ ਦਾ ਭਗਤ ਹੋਵੇ ਅਤੇ ਉਹਦੀ ਮਰਜ਼ੀ ਉੱਤੇ ਚੱਲੇ ਔਰ ਉਹਦੇ ਵਚਨ ਉੱਤੇ ਚੱਲੇ, ਤਾਂ ਉਹਦੀ ਸੁਣਦਾ ਹੈ। ਫੇਰ ਖੁਦਾ ਸੁਣਦਾ ਆ। ਆਮੀਨ। ਇਹ ਮੈਸੇਜ ਕੌਣ ਪ੍ਰੀਚ ਕਰ ਰਿਹਾ? ਉਹ ਅੰਨਾ। ਇੱਕ ਅੰਨਾ। Amen। ਪਰ ਇਹ ਜੋ ਫਰੀਸੀ ਰੋਜ਼ ਚਰਚ ਵਿੱਚ ਜਾਂਦੇ ਆ, ਰੋਜ਼ ਧਾਰਮਿਕ ਕਿਤਾਬ ਪੜ੍ਹਦੇ ਆ, ਉਹ ਇਹਨਾਂ ਚਿੰਨ੍ਹਾਂ ਨੂੰ ਵੇਖ ਕੇ ਸਮਝ ਹੀ ਨਹੀਂ ਰਹੇ ਸੱਚ ਕਿ ਹੈ। ਆਹ ਬੰਦਾ ਜਿਹਨੇ ਵੱਡੇ ਵੱਡੇ ਕੰਮ ਕੀਤੇ ਆਮ ਬੰਦਾ ਨਹੀਂ ਆ, ਇਹ ਖੁਦਾਵੰਦ ਦਾ ਧਰਤੀ ਉੱਤੇ ਵਚਨ ਦੇ ਧਾਰੀ ਹੈ। ਆਮੀਨ। ਇਹ ਉਹ ਵਾਅਦਾ ਹੈ ਸੱਚ ਜੋ ਹੈ। ਯਸ਼ਾਇਆ 61 ਵਿੱਚ ਦਿੱਤਾ ਗਿਆ ਸੀ। ਆਮੀਨ। ਉਹ ਸਮਝ ਹੀ ਨਾ ਪਾਏ। ਸੱਚ ਸਮਝ ਰਹੇ ਹੋ? ਲੇਕਿਨ ਅੰਨਾ ਲੰਬਾ ਚੌੜਾ ਪ੍ਰਚਾਰ ਕਰ ਰਿਹਾ। ਸੱਚ। ਅੱਗੇ ਜਗਤ ਦੇ ਮੁੱਢੋਂ ਇਹ ਕਦੇ ਨਹੀਂ ਸੁਣਿਆ ਗਿਆ ਜੋ ਕਿੰਨੇ ਜਮੰਦਰੂ ਅੰਨੇ ਦੀਆਂ ਅੱਖਾਂ ਖੁੱਲੀਆਂ ਹੋਣ। ਜਗਤ ਦੇ ਮੁੱਢੋਂ ਹੀ Glory। ਕਦੇ ਨਾ ਸੁਣਿਆ ਗਿਆ ਜੋ ਕਿਸੇ ਨੇ ਜਮਾਂਦਰੂ ਅੰਨੇ ਦੀਆਂ ਅੱਖਾਂ ਖੋਲੀਆਂ ਹੋਣ। ਜੇ ਇਹ ਖੁਦਾ ਦੀ ਵੱਲੋਂ ਨਾ ਹੁੰਦਾ ਤਾਂ ਕੁਝ ਨਾ ਕਰ ਸਕਦਾ। ਸੱਚ ਹੈ ਜੀ। ਉਹਨਾਂ ਨੇ ਉਸ ਨੂੰ ਉੱਤਰ ਦਿੱਤਾ, ਤੂੰ ਤਾਂ ਨਿਰਾ ਪੂਰਾ ਪਾਪਾਂ ਵਿੱਚ ਜੰਮਿਆ ਹੈ, ਫਿਰ ਸਾਨੂੰ ਸਿਖਾਉਂਦਾ ਹੈ। ਅਤੇ ਉਹਨਾਂ ਉਸ ਨੂੰ ਛੇਕ ਦਿੱਤਾ। ਸਮਝ ਪਾਏ ਹੁਣ? ਆਮੀਨ। ਯੀਸ਼ੂ ਮਸੀਹ ਨੂੰ ਹਾਲੇ ਵੇਖਿਆ ਵੀ ਨਹੀਂ ਆ, ਲੇਕਿਨ ਉਹਦੇ ਪਕਸ਼ ਵਿੱਚ ਦੇਖੋ ਕਿੰਨੀ ਮਜ਼ਬੂਤੀ ਨਾਲ ਆਮੀਨ। ਆਮੀਨ। ਕਿਉਂਕਿ ਅੱਖਾਂ ਖੁੱਲੀਆਂ ਨੇ। ਆਮੀਨ। ਅੱਜ ਅਸੀਂ ਯੀਸ਼ੂ ਮਸੀਹ ਨੂੰ ਹਾਲੇ ਵੇਖਿਆ ਨਹੀਂ ਆ, ਸੱਚ ਆ। ਪਰ ਜਿਹਦੀ ਅੱਖ ਖੁੱਲ ਚੁੱਕੀ ਹੈ ਉਹਦੇ ਆਮੀਨ। ਪਕਸ਼ ਵਿੱਚ ਖੜਾ ਰਹੇਗਾ। ਆਮੀਨ। ਲੋਕ ਚਾਹੇ ਉਹ ਜਿੰਨਾ ਮਰਜ਼ੀ ਬੁਰਾ ਭਲਾ ਕਹਿਣ, ਸੱਚ ਉਹਨੂੰ ਆ। ਕਿਸੇ ਵੀ ਤਰ੍ਹਾਂ ਦੀ ਬੋਲੀ ਸੁਣਨੀ ਪਵੇ, ਭਈ ਤੁਹਾਨੂੰ ਪੈਸੇ ਮਿਲੇ ਹੋਣੇ ਆ, ਭਈ ਤੁਹਾਨੂੰ ਕੋਈ ਫੈਸਿਲਿਟੀ ਦਿੱਤੀ ਹੋਣੀ ਆ, ਲੇਕਿਨ ਜਿਹਦੀਆਂ ਅੱਖਾਂ ਖੁੱਲੀਆਂ ਨੇ ਉਹ ਇਹਨਾਂ ਚੀਜ਼ਾਂ ਮਗਰ ਨਹੀਂ ਹੁੰਦਾ। ਉਹ ਕਹਿ ਰਹੇ ਸੀ ਉਹਨੂੰ, ਕਹਿੰਦੇ ਮੂਸਾ ਦੇ ਮਗਰ ਆ ਜਾ, ਜਿਹੜੀ ਤੁਰੇਤ ਨੂੰ ਅਸੀਂ ਮੰਨਦੇ ਆ ਤੈਨੂੰ ਵੀ ਅਸੀਂ ਪਾਦਰੀ ਬਣਾ ਦੇਵਾਂਗੇ। ਲੇਕਿਨ ਉਸ ਬੰਦੇ ਨੇ ਕਿਹਾ ਕਿ ਮੈਂ ਯਿਸੂ ਮਸੀਹ ਦੇ ਨਾਲ ਹੀ ਖੜੇ ਰਹਿਣਾ ਆ, ਬੇਸ਼ੱਕ ਮੈਂ ਹਾਲੇ ਉਹਨੂੰ ਨਹੀਂ ਵੇਖਿਆ। ਕਿਉਂਕਿ ਜਦੋਂ ਤੁਸੀਂ ਗਵਾਹੀ ਦੇਣ ਲੱਗ ਜਾਂਦੇ ਹੋ, ਇਹਦਾ ਸਾਫ਼ ਮਤਲਬ ਹੁੰਦਾ ਹੈ ਕਿ ਤੁਸੀਂ ਯਿਸੂ ਮਸੀਹ ਦੇ ਪਕਸ਼ ਵਿੱਚ ਖੜੇ ਹੋ। ਮੇਰੇ ਨਾਲ ਹੋ? ਆਮੀਨ। ਯਿਸੂ ਮਸੀਹ ਦੇ ਨਾਲ ਖੜੇ ਹੋਣ ਦੀ ਇੱਕ ਉਦਾਹਰਨ ਮੈਂ ਤੁਹਾਨੂੰ ਦੇਣਾ ਚਾਹ ਰਿਹਾ ਹਾਂ। ਇਹ ਹੈ ਇੱਕ ਡੋਰ ਅਤੇ ਪਤੰਗ ਦੇ ਸਮਾਨ। ਸੱਚ ਹੈ। ਇੱਕ ਡੋਰ, ਇੱਕ ਪਤੰਗ। ਇੱਕ ਵਿਅਕਤੀ, ਇੱਕ ਲੜਕਾ ਪਤੰਗ ਉਡਾ ਰਿਹਾ ਸੀ, ਔਰ ਪਤੰਗ ਉਹਨੇ ਇੰਨੀ ਕੁ ਉੱਚੀ ਉਡਾ ਦਿੱਤੀ ਕਿ ਉਹ ਦਿਖਣੋਂ ਹਟ ਗਈ। ਸਮਝ ਰਹੇ ਹੋ? ਆਮੀਨ। ਪਤੰਗ ਇੰਨੀ ਕੁ ਉੱਚੀ ਚਲੀ ਗਈ ਕਿ ਉਹ ਦਿਖਣੋਂ ਹਟ ਗਈ। ਤੁਸੀਂ ਵੀ ਬੋਲੋਗੇ ਆਮੀਨ। ਪਤੰਗ ਇੰਨੀ ਉੱਚੀ ਚਲੀ ਗਈ, ਉਹ ਦਿਖਣੋਂ ਹਟ ਗਈ। ਦਿਖਣੋਂ ਹਟ ਗਈ। ਇੱਕ ਲੜਕਾ, ਉਹਦਾ ਫਰੈਂਡ ਆਇਆ, ਕਹਿੰਦਾ ਕੀ ਕਰ ਰਿਹਾ? ਕਹਿੰਦਾ ਪਤੰਗ ਉਡਾ ਰਿਹਾ। ਕਹਿੰਦਾ ਪਤੰਗ ਤੇ ਕਿਤੇ ਦਿਖਦੀ ਨਹੀਂ। ਕਹਿੰਦਾ ਦੇਖ ਤੇ ਮੈਨੂੰ ਵੀ ਨਹੀਂ ਰਹੀ। ਫਿਰ ਕਹਿੰਦਾ ਉਡਾ ਕੀ ਰਿਹਾ? ਕਹਿੰਦਾ ਪਤੰਗ, ਉਹ ਤੇ ਦੇਖਦੀ ਨਹੀਂ। ਬੇਸ਼ੱਕ ਉਹ ਨਹੀਂ ਦੇਖਦੀ, ਪਰ ਇੱਕ ਖਿਚਾਵ ਹੈ ਜੋ ਮੈਨੂੰ ਮਹਿਸੂਸ ਕਰਾ ਰਿਹਾ। ਆਮੀਨ। ਗਲੋਰੀ। ਸੱਚਾ। ਇੱਕ ਖਿਚਾਵ ਸੱਚ ਹੈ ਜੀ। ਦੱਸ ਰਿਹਾ ਹੈ ਕਿ ਉਹ ਉੱਥੇ ਹੈ ਆ। ਆਮੀਨ। ਆਮੀਨ। ਕਿਉਂਕਿ ਜਦੋਂ ਮੈਂ ਆਪਣੇ ਵੱਲ ਨੂੰ ਖਿੱਚਦਾ, ਉਹ ਮੈਨੂੰ ਆਪਣੇ ਵੱਲ ਖਿੱਚਦੀ ਹੈ। ਵੰਡਰਫੁਲ। ਆਮੀਨ। ਔਰ ਇਹ ਵਿਸ਼ਵਾਸੀ ਬੇਸ਼ੱਕ ਅੱਜ ਯਿਸੂ ਮਸੀਹ ਨੂੰ ਵੇਖਦੇ ਨਹੀਂ ਪਾ ਰਹੇ, ਪਰ ਇੱਕ ਖਿਚਾਵ ਮਹਿਸੂਸ ਹੋ ਰਿਹਾ। ਆਮੀਨ। ਇਹ ਪਤੰਗ ਮੈਨੂੰ ਖਿੱਚਦੀ ਆ ਆਪਣੇ ਵੱਲ। ਆਮੀਨ। ਔਰ ਅੱਜ ਮੈਂ ਕਹਿ ਸਕਦਾ ਹਾਂ, ਬੇਸ਼ੱਕ ਉਹ ਮੈਨੂੰ ਜਿਸਮਾਨੀ ਅੱਖਾਂ ਦੇ ਨਾਲ ਤੇ ਨਹੀਂ ਦੇਖਦਾ, ਪਰ ਇੱਕ ਅਹਿਸਾਸ ਆ ਆਮੀਨ। ਜੋ ਮੈਨੂੰ ਮਹਿਸੂਸ ਕਰਾਉਂਦਾ ਹੈ Glory। ਕਿ ਉਹ ਹੈ ਉੱਥੇ। ਆਮੀਨ। ਜੇਕਰ ਉਹ ਨਾ ਹੋਵੇ ਤੇ ਮੈਂ ਆਪਣੇ ਕੰਮ ਛੱਡ ਕੇ, ਆਪਣਾ ਆਰਾਮ ਛੱਡ ਕੇ ਅੱਜ ਸ਼ਾਮ ਇੱਥੇ ਨਾ ਹੁੰਦਾ। ਸੱਚਾ। ਉਹ ਹੈ। ਆਮੀਨ। 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 ਤਾਂ ਅੱਜ ਜੇਕਰ ਕਿਸੇ ਦੀ ਅੱਖ ਖੁੱਲ ਚੁੱਕੀ ਹੈ ਤਾਂ ਉਹਨੂੰ ਯਿਸੂ ਮਸੀਹ ਦੇ ਪਕਸ਼ ਵਿੱਚ ਖੜੇ ਹੋਣ ਦੀ ਜ਼ਰੂਰਤ ਹੈ। ਆਮੀਨ। ਕਿਉਂਕਿ ਸਾਡੀਆਂ ਮਾਵਾਂ ਨੇ ਅੰਨੇ ਹੀ ਪੈਦਾ ਕੀਤਾ। ਸੱਚ। ਆਮੀਨ। ਕੈਥੋਲਿਕ ਮਾਂ ਨੇ ਅੰਨਾ ਪੈਦਾ ਕੀਤਾ। ਨਹੀਂ ਕਿੰਨੇ ਲੋਕ ਕੈਥੋਲਿਕ ਸਨ ਕਦੇ? ਪ੍ਰੇਜ਼ ਦ ਲਾਰਡ। ਕੀ ਕਦੇ ਬਾਈਬਲ ਦੀ ਸਮਝ ਆਈ? ਨਹੀਂ ਜੀ। ਕਿੰਨੇ ਲੋਕ ਮੈਥੋਡਿਸਟ ਸਨ? ਹੈਗੇ ਨੇ। ਇੱਕ ਭਰਾ ਵੀ ਆਇਆ ਹੋਇਆ ਦਿਆਲਗੜ੍ਹ ਤੋਂ, ਉਹ ਦੱਸ ਰਿਹਾ ਸੀ ਆਪਣੀ ਗਵਾਹੀ ਕਿ ਅਸੀਂ ਮੈਥੋਡਿਸਟ ਸੀ। ਕਦੇ ਬਾਈਬਲ ਸਮਝ ਆਈ? ਕਿੰਨੇ ਲੋਕ ਪੈਂਟੀਕੋਸਟਲ ਚ ਸਨ?
बहुत सारे कदे बाइबल समझ आई नो उल्ट छिलके वादे जा रहे सी सच और इस अन्नेपन ने ਤੁਹਾਨੂੰ ਮੰਗਤਾ ਬਣਾਇਆ ਹੋਇਆ ਸੀ सच ਪਰ ਸ਼ੁਕਰਗੁਜ਼ਾਰ ਹਾਂ ਕਿ ਇੱਕ ਨਬੀ ਆਇਆ आमीन ਜਿਸ ਦੇ ਥੁੱਕ ਦੇ ਵਿੱਚ ਸਾਮਰਥ ਹੈ प्रेज द लॉर्ड ਉਸਨੇ आमीन ਮੇਰੀਆਂ ਅੱਖਾਂ ਨੂੰ ਲਗਾਇਆ Praise ਔਰ the Lord. ਛਿਲਕੇ ਉਤਰੇ Amen. ਅੱਜ ਮੈਨੂੰ ਪਤਾ ਹੈ ਕਿ ਮੈਂ ਕਿੱਥੇ ਖੜੇ ਹੋਣਾ ਸੱਚ, ਕਿਹਦੇ Amen. ਪੱਖ ਵਿੱਚ ਖੜੇ ਹੋਣਾ ਹੈ आमीन ਹੁਣ ਤਾਂ ਮੇਰੀ ਜ਼ਿੰਦਗੀ ਦਾ ਫੈਸਲਾ ਮੇਰੇ ਮਾਪਿਓ ਵੀ ਨਹੀਂ ਕਰ ਸਕਦੇ ਸੀ ਸਮਝ ਪਾ ਰਹੇ ਹੋ ਮੇਰੀ ਜ਼ਿੰਦਗੀ ਦਾ ਫੈਸਲਾ ਕਿਉਂਕਿ ਕਹਿੰਦੇ ਕਿ ਆ ਸਿਆਣਾ ਆ ਲੜਕਾ ਹੁਣ ਇਹਨੂੰ ਪੁੱਛ ਲਓ ਭਈ ਇਹਨੇ ਕਿੱਥੇ ਪਰ ਖੜੇ ਹੋਣਾ ਹੈ ਸੱਚ। ਇਹ ਕੀ ਦੱਸਦਾ ਹੈ ਔਰ ਜਦੋਂ ਤੁਸੀਂ ਵਚਨ 'ਚ ਸਿਆਣੇ ਹੋ ਜਾਂਦੇ ਹੋ ਤੁਹਾਨੂੰ ਖੁਦ ਨੂੰ ਪਤਾ ਹੋਣਾ ਚਾਹੀਦਾ ਕਿ ਮੈਂ ਕੀ ਮੰਨਣਾ ਤੇ ਕੀ ਨਹੀਂ ਮੰਨਣਾ सच आमीन ਮੇਰੇ ਨਾਲ ਹੋ ਭਾਈਓ आमीन ਕੁਝ ਸਮਝ ਪਾ ਰਹੇ ਹੋ आमीन ਤਾਂ ਥੋੜਾ ਜਿਹਾ ਅੱਗੇ ਪੜ੍ਹਦੇ ਹਾਂ 35 ਆਇਤ ਤੋਂ ਯੀਸ਼ੂ ਨੇ ਸੁਣਿਆ ਜੋ ਉਹਨਾਂ ਉਹਨੂੰ ਛੇਕ ਦਿੱਤਾ। ਫਿਰ ਯੀਸ਼ੂ ਨੂੰ ਪਤਾ ਲੱਗਾ ਕਿ ਉਸ ਅੰਨੇ ਨੂੰ ਯਹੂਦੀਆਂ ਨੇ ਛੇਕ ਦਿੱਤਾ ਕੀ ਤੁਸੀਂ ਮੇਰੇ ਨਾਲ ਨਹੀਂ ਚੱਲਣਾ ਚਾਹੁੰਦੇ आमीन ਯੀਸ਼ੂ ਨੂੰ ਪਤਾ ਲੱਗਾ ਭਈ ਉਸ ਸਮੇਂ ਦੀ ਮਿਸ਼ਨ ਨੇ ਜਥੇਬੰਦੀ ਨੇ ਧਾਰਮਿਕ ਲੋਕਾਂ ਨੇ ਉਸ ਅੰਨੇ ਨੂੰ ਛੇਕ ਦਿੱਤਾ ਹੈ सच ਔਰ ਜਦੋਂ ਤੁਸੀਂ ਸੰਸਾਰ ਵਿੱਚੋਂ ਛੇਕੇ ਜਾਂਦੇ ਹੋ ਯੀਸ਼ੂ ਨੂੰ ਧਿਆਨ ਹੁੰਦਾ ਹੈ आमीन ਯੀਸ਼ੂ ਇਸ ਗੱਲ ਦੀ ਫਿਕਰ ਕਰਦਾ ਹੈ प्रेज द लॉर्ड ਕਹਿੰਦਾ ਯੀਸ਼ੂ ਨੂੰ ਪਤਾ ਲੱਗ ਗਿਆ ਭਈ ਉਹਨੂੰ ਛੇਕ ਦਿੱਤਾ ਗਿਆ ਹੈ ਅਤੇ ਉਹਨੂੰ ਲੱਭ ਕੇ ਆਖਿਆ ਕੀ ਤੂੰ ਖੁਦਾ ਦੇ ਪੁੱਤਰ ਉੱਤੇ ਨੀਚਾ ਕਰਦਾ ਹੈ। ਵਾਓ ਆਮੀਨ, ਆਮੀਨ। ਆਪ ਲੱਭਣਾਉਂਦਾ ਹੈ ग्लोरी ਅਜੇ ਤੱਕ ਤੇਨੇ ਵੇਖਿਆ ਹੀ ਨਹੀਂ ਸੀ ਪਰ ਇਹ ਇਹਨਾਂ ਸਾਰੀਆਂ ਗਵਾਹੀਆਂ ਦੇ ਦੌਰਾਨ ਸਾਰੇ ਦਬਾਅ ਦੇ ਦੌਰਾਨ ਯੀਸ਼ੂ ਮਸੀਹ ਦੇ ਪੱਖ ਵਿੱਚ ਖੜਾ ਰਿਹਾ आमीन ਫਿਰ ਯੀਸ਼ੂ ਆਇਆ ਉਹਨੂੰ ਲੱਭ ਕੇ ਆਖਿਆ ਕੀ ਤੂੰ ਖੁਦਾ ਦੇ ਪੁੱਤਰ ਉੱਤੇ ਨੀਚਾ ਕਰਦਾ ਹੈ यस आमीन ਅੱਗੇ ਉਹਨੇ ਉੱਤਰ ਦਿੱਤਾ ਪ੍ਰਭੂ ਜੀ ਉਹ ਕੌਣ ਹੈ ਜੋ ਮੈਂ ਉਹਦੇ ਉੱਤੇ ਨੀਚਾ ਕਰਾਂ। ਕਹਿੰਦਾ ਪ੍ਰਭੂ ਜੀ ਉਹ ਕੌਣ ਹੈ ਕਿ ਮੈਂ ਉਹਦੇ ਤੇ ਨੀਚਾ ਕਰਾਂ ਯੀਸ਼ੂ ਨੇ ਉਹਨੂੰ ਆਖਿਆ ਤੈਂ ਉਸ ਨੂੰ ਵੇਖਿਆ ਵੀ ਹੈ ਅਤੇ ਨਾਲੇ ਉਹ ਜੋ ਤੇਰੇ ਸੰਗ ਗੱਲਾਂ ਕਰਦਾ ਹੈ ਸੋਈ ਹੈ। ਆਮੀਨ आमीन प्रेज द ਤੇਰੇ लॉर्ड ਨਾਲ ਗੱਲਾਂ ਕਰ ਰਿਹਾ ਹੈ वही ਉਹੀ ਹੈ ਪਹਿਲਾਂ Yes. ਉਹ ਬਿਨਾਂ ਵੇਖੇ ਗਵਾਹੀ ਦੇ ਰਿਹਾ ਸੀ Amen, ਤੇ ਹੁਣ amen. ਜਦੋਂ ਆਮਣੇ ਸਾਹਮਣੇ ਖੜਾ ਆ ਹੁਣ ਉਹਦਾ ਸਟੈਂਡ ਕਿਹੋ ਜਿਹਾ ਹੋਏਗਾ Amen. ਹੁਣ ਉਹ ਕਿਸ Glory! ਤਰੀਕੇ ਦਾ ਪੱਖ ਲਵੇਗਾ Glory! ਕਾਰ ਚੋਂ ਯਿਸੂ ਮਸੀਹ ਨੂੰ ਚੁੰਬੜ ਕੇ आमीन ਬਾਈਬਲ आमीन ਦੱਸਦੀ ਆ ਉਹ ਲੰਗੜਾ ਜਿਹੜਾ ਸੋਹਣੇ ਫਾਟਕ ਵਿੱਚ ਚੰਗਾ ਹੋਇਆ ਸੀ ਜਦੋਂ ਉਹ ਪਤਰਸ ਨੂੰ ਮਿਲਿਆ ਉਹ ਪਤਰਸ ਨੂੰ ਚੁੰਬੜਦਾ ਜਾਂਦਾ ਸੀ सच ਇਸ ਅੰਨੇ ਦਾ ਕੀ ਹਾਲ ਹੋਇਆ ਹੋਵੇਗਾ ਸੱਚ ਹੈ। ਜਦੋਂ ਇਹਨੇ ਯਿਸੂ ਮਸੀਹ ਨੂੰ ਰੂਬਰੂ ਵੇਖਿਆ ग्लोरी ਕਹਿੰਦਾ ਜੋ ਤੇਰੇ ਨਾਲ ਗੱਲ ਕਰ ਰਿਹਾ ਹੈ ਇਹੀ ਹੈ ਅੱਗੇ ਤਾਂ ਉਹ ਬੋਲਿਆ ਪ੍ਰਭੂ ਜੀ ਮੈਂ ਨੀਚਾ ਕਰਦਾ ਹਾਂ आमीन ਅਤੇ ਉਸ ਨੂੰ ਮੱਥਾ ਟੇਕਿਆ। ਯੀਸ਼ੂ ਨੇ ਆਖਿਆ ਮੈਂ ਨਿਆਂ ਲਈ ਇਸ ਜਗਤ ਵਿੱਚ ਆਇਆ ਭਈ ਜਿਹੜੇ ਨਹੀਂ ਵੇਖਦੇ ਹਨ ਉਹ ਵੇਖਣ ਅਤੇ ਜਿਹੜੇ ਵੇਖਦੇ ਹਨ ਉਹ ਅੰਨੇ ਹੋ ਜਾਣ। ਆ ਦੋ ਗੱਲਾਂ ਜੋ ਇਸ ਯੁੱਗ 'ਚ ਹੋ ਰਹੀਆਂ सच ਜਿਹੜੇ ਨਹੀਂ ਵੇਖਦੇ ਸੋ ਵੇਖਣ ਉਹ ਵੇਖਣ ਤੇ ਜਿਹੜੇ ਵੇਖਦੇ ਹਨ ਉਹ ਅੰਨੇ ਹੋ ਉਹ ਅੰਨੇ ਹੋ ਜਾਣ ਅੱਜ ਇੱਕ ਝੁੰਡ ਹੈ ਜੋ ਨਬੀ ਦੀ ਸੇਵਕਾਈ ਨਾਲ ਸੁਜਾਖਾ ਹੋ ਜਾਵੇਗਾ आमीन आमीन ਇੱਕ ਝੁੰਡ ਜਿਹੜਾ ਕਹਿੰਦਾ ਅਸੀਂ ਪਾਦਰੀ ਆ ਅਸੀਂ ਪਾਸਟਰ ਆ ਅਸੀਂ ਡਿਗਰੀਆਂ ਕੀਤੀਆਂ ਅਸੀਂ ਫਾਦਰ ਬਣੇ ਆ ਖੁਦਾ ਨੇ ਉਹਨਾਂ ਨੂੰ ਅੰਨਾ ਹੀ ਕਰ ਦਿੱਤਾ सच ਕਹਿੰਦਾ ਮੈਂ ਇਹ ਕੰਮ ਕਰਨ ਜਾ ਰਿਹਾ ਇੱਕ ਝੁੰਡ ਆ ਜੋ ਅੰਨਾ ਆ ਉਹਨੂੰ ਸੁਜਾਖਾ ਹੋਣ ਦੀ ਕਿਰਪਾ ਦਿੱਤੀ ਜਾਏਗੀ धन्यवाद ਇੱਕ ਝੁੰਡ ਆ ਜਿਹੜਾ ਦਾਵਾ ਕਰਦਾ ਕਿ ਸਾਡੇ ਕੋਲ ਡਿਗਰੀਆਂ ਨੇ ਸੱਚ ਹੈ। ਅੰਨੇ ਹੋਣ ਲਈ ਛੱਡ ਦਿੱਤੇ ਜਾਣਗੇ ਆਮੇਨ। ਅੱਗੇ ਫਰੀਸੀਆਂ ਵਿੱਚੋਂ ਉਹਨਾਂ ਨੇ ਜੋ ਉਸ ਦੇ ਨਾਲ ਸਨ ਇਹ ਗੱਲਾਂ ਸੁਣੀਆਂ ਅਤੇ ਉਸ ਨੂੰ ਆਖਿਆ ਭਲਾ ਅਸੀਂ ਵੀ ਅੰਨੇ ਹਾਂ। ਫਰੀਸੀ ਕਹਿੰਦੇ ਵੀ ਆਹ ਜਿਹੜੀ ਤੂੰ ਗੱਲ ਬੋਲੀ ਹੈ ਇਹ ਸਾਡੇ ਬਾਰੇ ਵੀ ਹੈ ਅਸੀਂ ਵੀ ਅੰਨੇ ਹੀ ਆ ਅੱਗੇ ਯੀਸ਼ੂ ਨੇ ਉਹਨਾਂ ਨੂੰ ਆਖਿਆ ਜੇ ਤੁਸੀਂ ਅੰਨੇ ਹੁੰਦੇ ਤਾਂ ਤੁਹਾਡਾ ਪਾਪ ਨਾ ਹੁੰਦਾ ਪਰ ਹੁਣ ਜੋ ਤੁਸੀਂ ਆਖਦੇ ਹੋ ਭਈ ਅਸੀਂ ਵੇਖਦੇ ਹਾਂ ਇਸ ਲਈ ਤੁਹਾਡਾ ਪਾਪ ਬਣਿਆ ਰਹਿੰਦਾ ਹੈ। ਇਹ ਇੱਕ ਚੇਤਾਵਨੀ ਹੈ ਕੁਝ ਲੋਕ ਅੰਨੇ ਹਨ ਔਰ ਜੇਕਰ ਉਹਨਾਂ ਨੂੰ ਯਿਸੂ ਮਸੀਹ ਸਮਝ ਨਾ ਆਇਆ ਤੇ ਉਹਨਾਂ ਦਾ ਪਾਪ ਨਹੀਂ ਹੈ ਪਰ ਜਿਹੜੇ ਦਾਵਾ ਵੀ ਕਰਦੇ ਆ ਕਿ ਅਸੀਂ ਸੁਜਾਖੇ ਆ ਪਰ ਫਿਰ ਵੀ ਯਿਸੂ ਮਸੀਹ ਨੂੰ ਨਹੀਂ ਸਮਝਦੇ ਉਹਨਾਂ ਦਾ ਪਾਪ ਵੱਡਾ ਹੈ सच ਭਈ ਸੁਜਾਖੇ ਹੋਣ ਦੇ ਬਾਵਜੂਦ ਵੀ ਬਖਸ਼ ਨਹੀਂ ਲਿਆ ਸੁਜਾਖੇ ਹੋਣ ਦੇ ਬਾਵਜੂਦ ਵੀ पक्ष नहीं लिया ਇਸ ਕਰਕੇ ਉਹਨਾਂ ਦਾ ਪਾਪ ਵੱਡਾ ਹੈ ਅੱਜ ਜੇਕਰ ਤੁਹਾਡੀਆਂ ਅੱਖਾਂ ਖੁੱਲ ਜਾਣ ਇਸ ਵਚਨ ਦੇ ਨਾਲ
ਤਾਂ ਯਿਸੂ ਮਸੀਹ ਦਾ ਪਕਸ਼ ਲਿਓ। ਯਿਸੂ ਮਸੀਹ ਕੋਈ ਜਥੇਬੰਦੀ ਨਹੀਂ ਹੈ, ਯਿਸੂ ਮਸੀਹ ਕੋਈ ਸੰਸਥਾ ਨਹੀਂ ਹੈ, ਯਿਸੂ ਮਸੀਹ ਕੋਈ ਧਾਰਮਿਕ ਗਿਆਨ ਨਹੀਂ ਹੈ। ਯਿਸੂ ਮਸੀਹ ਸ਼ਬਦ ਦੇ ਧਾਰੀ ਹੈ। ਆਮੇਨ ਆਮੇਨ। ਆਦ ਵਿੱਚ ਸ਼ਬਦ ਸੀ, ਸ਼ਬਦ ਖੁਦਾ ਦੇ ਨਾਲ ਸੀ ਅਤੇ ਸ਼ਬਦ ਦੇਹਧਾਰੀ ਹੋਇਆ। ਆਮੇਨ। ਜਦੋਂ ਸ਼ਬਦ ਦੇਹਧਾਰੀ ਹੋ ਗਿਆ, ਫਿਰ ਨਾ ਪਿੱਛੇ ਕੋਈ ਪੁਰਖ ਰਹਿ ਗਿਆ, ਨਾ ਕੋਈ ਅੱਗੇ ਪੁਰਖ ਰਹੇਗਾ, ਨਾ ਪਹਿਲਾ ਦੂਜਾ ਤੀਜਾ ਪੁਰਖ ਹੋਵੇਗਾ। ਸ਼ਬਦ ਹੀ ਪੁਰਖ ਬਣ ਗਿਆ। ਆਮੇਨ। ਹਾਲੇਲੂਇਆ। ਗਲੋਰੀ। ਜਦੋਂ ਸ਼ਬਦ ਪੁਰਖ ਬਣ ਗਿਆ, ਜਦੋਂ ਜ਼ਿੰਦਗੀ 'ਚ ਸ਼ਬਦ ਆ ਜਾਵੇਗਾ, Yes. ਤੇ ਫਿਰ ਕਿਸੇ ਦੇ ਅੱਗੇ ਝੁਕਣ ਦੀ ਲੋੜ ਨਹੀਂ ਆ। ਸੱਚ ਹੈ ਜੀ। ਕਿਸੇ ਤਰ੍ਹਾਂ ਦੀ ਮੋਮਬੱਤੀ ਬਾਲਣ ਦੀ ਲੋੜ ਨਹੀਂ, ਕਿਸੇ ਤਰ੍ਹਾਂ ਦੀ ਧੂਪ ਲਾਉਣ ਦੀ ਲੋੜ ਨਹੀਂ ਆ। ਸੱਚ ਹੈ। ਤੁਸੀਂ ਤਾਂ ਖੁਦ ਚਾਨਣ ਹੋ ਜਾਂਦੇ ਹੋ, ਆਮੇਨ। ਗਲੋਰੀ। ਕਿਉਂਕਿ ਯਿਸੂ ਮਸੀਹ ਨੇ ਕਿਹਾ ਮੈਂ ਜਗਤ ਦਾ ਚਾਨਣ ਹਾਂ। ਜਿਹਦੀ ਆਮੇਨ। ਜ਼ਿੰਦਗੀ 'ਚ ਚਾਨਣ ਆ ਜਾਂਦਾ ਹੈ, Yes, ਉਹ ਫਿਰ ਆਮੇਨ। ਹਨੇਰੇ ਦੇ ਕੰਮ ਨਹੀਂ ਕਰਦਾ। ਸੱਚ ਹੈ। ਆਮੀਨ। ਆਮੇਨ। ਅੱਜ ਸਾਡੀਆਂ ਮੀਟਿੰਗਾਂ ਦੇ ਵਿੱਚ ਕੋਈ ਵੀ ਇਹੋ ਜੀ ਫਾਰਮੈਲਿਟੀ ਵਾਲਾ ਕੰਮ ਨਹੀਂ ਹੁੰਦਾ ਜੋ ਸਿਰਫ ਮਨੁੱਖਾਂ ਨੂੰ ਭਰਮਾਉਣ ਵਾਲਾ ਹੋਵੇ। ਸੱਚ ਹੈ। ਸਾਡੇ ਕੋਲ ਵਚਨ ਆ, ਆਮੇਨ ਅਸੀਂ ਵਚਨ ਦੀ ਗਵਾਹੀ ਦਿੰਦੇ ਆ, ਆਮੇਨ ਔਰ ਵਚਨ ਹੀ ਲੋਕਾਂ ਦੀਆਂ ਅੱਖਾਂ ਨੂੰ ਸੁਜਾਖਾ ਕਰਦਾ ਹੈ। ਆਮੇਨ ਆਮੀਨ। ਆਮੇਨ। ਅੱਜ ਕਿੰਨੇ ਲੋਕ ਹਨ ਜੋ ਸਮੇਂ ਦੀ ਆਵਾਜ਼ ਸੁਣ ਚੁੱਕੇ ਹਨ ਅਤੇ ਜਥੇਬੰਦੀਆਂ ਵਿੱਚੋਂ ਨਿਕਲ ਆਏ ਹਨ, ਉਸ ਮਾਂ ਨੂੰ ਛੱਡ ਚੁੱਕੇ ਹਨ ਸੱਚ ਹੈ ਜੀ। ਜਿਨੇ ਉਹਨੂੰ ਅੰਨਾ ਪੈਦਾ ਕੀਤਾ ਸੀ। ਸੱਚ ਹੈ। ਮੈਂ ਜਿਸਮਾਨੀ ਮਾਂ ਦੀ ਗੱਲ ਨਹੀਂ ਕਰ ਰਿਹਾ, ਜਿਹਦੇ ਗਰਭ ਤੋਂ ਅਸੀਂ ਪੈਦਾ ਹੋਏ ਹਾਂ, ਜਿਨੇ ਸਾਨੂੰ ਵਾਕਈ ਸਰੀਰ ਵਿੱਚ ਪੈਦਾ ਕੀਤਾ। ਇੱਕ ਸਾਡੀ ਧਾਰਮਿਕ ਮਾਂ ਹੁੰਦੀ ਹੈ, ਸੱਚ। ਜਿੱਥੇ ਅਸੀਂ ਜਾ ਕੇ ਵਿਸ਼ਵਾਸ ਦੀਆਂ ਗੱਲਾਂ ਸਿੱਖਦੇ ਹਾਂ, ਜਿੱਥੇ ਅਸੀਂ ਵਿਸ਼ਵਾਸ ਦੇ ਕੰਮ ਸਿੱਖਦੇ ਹਾਂ। ਸੱਚ। ਉਹ ਵੀ ਇੱਕ ਮਾਂ ਹੀ ਹੁੰਦੀ ਹੈ, ਜਿੱਥੇ ਅਸੀਂ ਵਿਸ਼ਵਾਸ 'ਚ ਪੈਦਾ ਹੁੰਨੇ ਹਾਂ। ਵਿਸ਼ਵਾਸ ਵਿੱਚ ਅਸੀਂ ਪੈਦਾ ਤੇ ਹੋ ਗਏ, ਕ੍ਰਿਸਮਸ ਤੇ ਤਾਂ ਜਾਣ ਲੱਗ ਗਏ, ਮੋਮਬੱਤੀਆਂ ਜਲਾਉਣ ਲੱਗ ਗਏ। ਮੇਰੀ ਮਾਂ ਹਰ ਹਫਤੇ 5 ਰੁਪਏ ਦੀਆਂ 10 ਰੁਪਏ ਦੀਆਂ ਉਹਨਾਂ ਦਿਨਾਂ ਵਿੱਚ ਮੋਮਬੱਤੀਆਂ ਲੈ ਕੇ ਜਾਇਆ ਕਰਦੀ ਸੀ, ਪਰ ਵਚਨ ਦੇ ਬਾਰੇ ਠਿੰਗਾ ਵੀ ਨਹੀਂ ਪਤਾ ਸੀ, ਕਿਉਂਕਿ ਆਪ ਵੀ ਅੰਨੀ ਸੀ ਵਿਚਾਰੀ ਤੇ ਅਸੀਂ ਵੀ ਅੰਨੇ ਪੰਛੀ ਪੈਦਾ ਹੋਏ। ਪਰ ਖੁਦਾ ਦਾ ਧੰਨਵਾਦ ਹੋਵੇ, ਇੱਕ ਦਿਨ ਇੱਕ ਵਿਅਕਤੀ ਆਇਆ, ਆਮੇਨ, ਜਿਹਦਾ ਨਾਮ ਸਤਵਾਂ ਦੂਤ ਹੈ, Praise the Lord! ਵਿਲੀਅਮ ਬ੍ਰਾਨਹਮ। ਆਮੇਨ। ਔਰ ਜਦੋਂ ਵਿਲੀਅਮ ਬ੍ਰਾਨਹਮ ਦੀ ਸੇਵਕਾਈ ਆਈ, ਇਸਨੇ ਅੱਖਾਂ ਦੇ ਉੱਤੋਂ ਛਿਲਕਾ ਉਤਾਰ ਦਿੱਤਾ ਆਮੇਨ। ਅਤੇ ਮੈਂ ਯਿਸੂ ਮਸੀਹ ਦੇ ਪਕਸ਼ ਵਿੱਚ ਖੜਾ ਹੋ ਗਿਆ। ਆਮੇਨ ਹਾਲੇਲੂਇਆ। ਮੈਨੂੰ ਗਲੋਰੀ। ਕਿਸੇ ਨੇ ਪੈਸੇ ਨਹੀਂ ਦਿੱਤੇ, ਮੈਨੂੰ ਕਿਸੇ ਨੇ ਖਰੀਦਿਆ ਨਹੀਂ ਸੱਚ ਹੈ, ਹੈ ਜੀ। ਮੈਂ ਕਿਸੇ ਦੇ ਅੱਗੇ ਵਿਕਿਆ ਨਹੀਂ ਹੈ। ਮੈਨੂੰ ਬਾਈਬਲ ਸਮਝ ਲੱਗੀ ਹੈ, ਆਮੇਨ ਮੈਨੂੰ ਮੇਰੀ ਅਸਲੀ ਮਾਂ ਸਮਝ ਲੱਗੀ ਹੈ, ਜੋ ਆਮੇਨ ਅੰਨੇ ਪੈਦਾ ਨਹੀਂ ਕਰਦੀ ਸਗੋਂ ਸਜਾਖੇ ਪੈਦਾ ਕਰਦੀ ਹੈ। ਆਮੇਨ ਹਾਲੇਲੂਇਆ। ਗਲੋਰੀ। ਇਸੇ ਕਰਕੇ ਜੋ ਵਚਨ ਚ ਸਜਾਖਾ ਹੋ ਜਾਂਦਾ ਹੈ, ਉਹਨੂੰ ਗੁੱਟ ਤੇ ਧਾਗੇ ਬੰਨਣ ਦੀ ਲੋੜ ਨਹੀਂ, Oh, ਉਹਨੂੰ yes. 7 ਗੰਢਾਂ ਵਾਲਾ ਗਲ ਚ ਪਾਉਣ ਦੀ ਲੋੜ ਨਹੀਂ, ਸੱਚ ਉਹਨੂੰ ਹੈ। ਗਿੱਟਿਆਂ ਤੇ ਕਾਲਾ ਬੰਨਣ ਦੀ ਲੋੜ ਨਹੀਂ ਕਿ ਸੱਚ। ਉਹਦੀ ਚੁੱਕ ਠੀਕ ਹੋ ਜਾਵੇ, ਉਹਦੀ ਧਰਨ ਠੀਕ ਹੋ ਜਾਵੇ। ਸੱਚ ਹੈ ਜੀ। ਅਸੀਂ ਯਿਸੂ ਮਸੀਹ ਦੇ ਅੱਗੇ ਝੁਕਦੇ ਹਾਂ ਔਰ ਆਮੇਨ ਉਹਦੇ ਰਹਿਮ ਨੂੰ ਪੁਕਾਰਦੇ ਹਾਂ, ਗਲੋਰੀ। ਕਿਉਂਕਿ ਉਹ ਧਾਗਿਆਂ ਦੁਆਰਾ ਕੰਮ ਨਹੀਂ ਕਰਦਾ, ਉਹ ਰਾਖ ਦੀਆਂ ਪੁੜੀਆਂ ਦੁਆਰਾ ਕੰਮ ਨਹੀਂ ਸੱਚ ਕਰਦਾ। ਹੈ। ਲਿਖਿਆ ਉਹ ਆਪਣਾ ਵਚਨ ਘੱਲ ਕੇ ਚੰਗਾ ਕਰਦਾ ਹੈ, ਆਮੇਨ ਉਹ ਆਪਣਾ ਵਚਨ ਘੱਲ ਕੇ ਛੁਟਕਾਰਾ ਦਿੰਦਾ ਹੈ। ਔਰ ਜਿੰਨੇ Thank you, ਲੋਕ Jesus. ਉਹਦੇ ਵਚਨ ਨੂੰ ਲੈ ਲੈਂਦੇ ਹਨ, ਉਹ ਆਮੇਨ। ਛੁਡਾਏ ਜਾਂਦੇ ਹਨ। ਆਮੇਨ। ਲਿਖਿਆ ਸੱਚ ਨੂੰ ਜਾਣੋਗੇ ਤੇ ਸੱਚ। ਸੱਚ ਤੁਹਾਨੂੰ ਆਜ਼ਾਦ ਕਰੇਗਾ। ਆਮੇਨ ਔਰ ਅੱਜ ਖੁਦਾਵੰਦ ਦਾ ਰਹਿਮ ਹੋਇਆ ਹੈ ਕਿ ਧੰਨਵਾਦ ਸਾਡੀਆਂ ਯਿਸੂ। ਅੱਖਾਂ ਦੇ ਛਿਲਕੇ ਉਤਰ ਚੁੱਕੇ ਹਨ। ਆਮੇਨ। ਔਰ ਜੇਕਰ ਤੁਹਾਡੇ ਚੋਂ ਵੀ ਕਿਸੇ ਦੇ ਉਤਰ ਗਏ ਹਨ, ਉਹ ਯਿਸੂ ਮਸੀਹ ਦੇ ਪਕਸ਼ ਖੜਾ ਹੋਵੇ, ਆਮੇਨ। ਤੌਬਾ ਕਰੇ, ਯਿਸੂ ਮਸੀਹ ਦੇ ਨਾਮ 'ਚ ਬਪਤਿਸਮਾ ਲਵੇ, Yes. ਤਾਂ ਜੋ ਤੁਹਾਡੇ ਪਾਪ ਮਾਫ ਕੀਤੇ ਜਾਣ ਤੇ ਪ੍ਰਭੂ ਦੇ ਹਜ਼ੂਰੋਂ ਸੁੱਖ ਦੇ ਦਿਨ ਆਉਣ। ਆਮੇਨ। ਇਸ ਧਰਤੀ ਤੇ ਨਹੀਂ, 1000 ਸਾਲੇ ਰਾਜ ਵਿੱਚ। Yes, ਆਮੇਨ। ਕਿਉਂਕਿ ਸੁੱਖ ਸਿਰਫ ਕਿੱਥੇ ਹੋਵੇਗਾ? 1000 ਸਾਲੇ ਰਾਜ 'ਚ, ਜਿਹਨੂੰ ਦੁਨੀਆ ਖਾਲਸ ਰਾਜ ਕਹਿੰਦੀ ਹੈ। ਯੈਸ ਉਹ ਖਾਲਸ ਰਾਜ ਨਹੀਂ ਹੈ, ਕਿਸੇ ਜਾਤੀ ਕੌਮ ਦਾ ਰਾਜ ਨਹੀਂ ਹੈ, ਉਹ ਸ਼ੁੱਧਤਾ ਦਾ, ਪਿਓਰਿਟੀ ਦਾ ਰਾਜ ਹੈ, Yes, ਜੋ ਆਮੇਨ। ਧਰਤੀ ਤੇ ਆਉਣ ਵਾਲਾ ਹੈ ਔਰ ਉਹ 1000 ਸਾਲ ਤੱਕ ਰਹੇਗਾ। ਯੈਸ ਆਮੇਨ ਬਾਈਬਲ ਦੱਸ ਚੁੱਕੀ ਹੈ, ਸਮਝ ਪਾ ਰਹੇ ਹੋ? ਆਮੇਨ ਉਸ ਰਾਜ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਝੁੰਡ ਹੈ ਜਿਹਦੀਆਂ ਅੱਖਾਂ ਤੋਂ ਛਿਲਕੇ ਉਤਰ ਜਾਣਗੇ। Yes, ਆਮੇਨ। ਅਤੇ ਉਹ ਵਚਨ ਦੇ ਲਈ ਖੜਾ ਹੋ ਜਾਵੇਗਾ Yes. ਔਰ ਜਿਉਂਦੇ ਜੀ ਮੁਕਤੀ ਨੂੰ ਪਹਿਨ ਲਵੇਗਾ। ਆਮੇਨ। ਬਹੁਤ ਸਾਰੇ ਲੋਕ ਸੋਚਦੇ ਨੇ ਕਿ ਮਰਨ ਤੋਂ ਬਾਅਦ ਮੁਕਤੀ ਹੈ ਔਰ ਮਰਨ ਤੋਂ ਬਾਅਦ ਮੁਕਤੀ ਦੀ ਅਰਦਾਸ ਹੈ। ਮੁਕਤੀ ਜਿਉਂਦੇ ਜੀ ਹੈ, ਆਮੇਨ ਕਿਉਂਕਿ ਮੁਕਤੀ ਪਾਉਣੀ ਕਿੱਥੋਂ ਹੈ? ਪਾਪ ਤੋਂ। ਤੇ ਮਰਨ ਤੋਂ ਬਾਅਦ ਥੋੜੀ ਪਾਪ ਹੁੰਦੇ ਆ, ਪਾਪ ਤਾਂ ਜਿਉਂਦੇ ਜੀ ਹੁੰਦੇ ਆ। Yes. ਇਸ ਕਰਕੇ ਮੁਕਤੀ ਵੀ ਕਦੋਂ ਹੈ? ਜਿਉਂਦੇ ਜੀ ਜਿਉਂਦੇ ਜੀ। तो Yes. आज जिਉਂਦੇ जी
ਜੇਕਰ ਕੋਈ ਮੁਕਤੀ ਪਾਉਣਾ ਚਾਹੁੰਦਾ ਹੈ ਤੇ ਮੁਕਤੀ ਦਾ ਮਾਰਗ ਯਿਸੂ ਮਸੀਹ ਹੈ। ਆਕਾਸ਼ ਦੇ ਥੱਲੇ ਮਨੁੱਖਾਂ ਦੇ ਵਿੱਚ ਕੋਈ ਦੂਜਾ ਨਾਮ ਨਹੀਂ ਦਿੱਤਾ ਗਿਆ ਜਿਸ ਤੋਂ ਅਸੀਂ ਬਚਾਏ ਜਾਣਾ, ਇੱਕੋ ਹੀ ਨਾਮ ਦਿੱਤਾ ਗਿਆ ਜੋ ਸਾਡੀ ਮੁਕਤੀ ਦੇ ਲਈ, ਸਾਡੀ ਚੰਗਾਈ ਦੇ ਲਈ ਹੈ। ਆਓ ਤੌਬਾ ਕਰੋ, ਯਿਸੂ ਮਸੀਹ ਨੂੰ ਗ੍ਰਹਿਣ ਕਰੋ ਤਾਂ ਜੋ ਤੁਹਾਡੇ ਪਾਪ ਮਾਫ ਕੀਤੇ ਜਾਣ ਤੇ ਪ੍ਰਭੂ ਦੇ ਹਜ਼ੂਰੋਂ ਸੁਖ ਦੇ ਦੇਣ। ਆਮੀਨ। ਖੁਦਾਵੰਦ ਤੁਹਾਨੂੰ ਬਹੁਤ ਬਰਕਤ ਦੇ। ਹਾਲੇਲੂਇਆ। ਆਓ ਸਭ ਹੱਥ ਉਠਾਉਂਦੇ ਆ, ਆਪਣੇ ਪ੍ਰਭੂ ਦਾ ਧੰਨਵਾਦ ਕਰਦੇ ਆ। ਖੁਦਾਵੰਦ ਤੇਰਾ ਰਹਿਮ ਮੇਰੇ ਤੇ ਹੋਇਆ, ਮੇਰੀਆਂ ਅੱਖਾਂ ਤੋਂ ਛਿਲਕੇ ਉਤਰੇ ਆ, ਮੇਰੀਆਂ ਅੱਖਾਂ ਸੁਜਾਖੀਆਂ ਹੋ ਗਈਆਂ ਨੇ, ਮੇਰੇ ਬੰਧਨ ਟੁੱਟ ਗਏ ਆ ਪ੍ਰਭੂ। ਆਪਣੇ ਆਪ ਨੂੰ ਜਿੱਤੇ ਵੀ ਹੋ ਗੰਭੀਰਤਾ ਦੇ ਨਾਲ ਪ੍ਰਭੂ ਦੇ ਅੱਗੇ ਰੱਖੋ। ਯੀਸ਼ੂ ਅੱਜ ਵੀ ਕਈਆਂ ਦੇ ਛਿਲਕੇ ਉਤਾਰ ਸਕਦਾ ਹੈ, ਅੱਜ ਵੀ ਉਹ ਕਈਆਂ ਦੀਆਂ ਅੱਖਾਂ ਤੋਂ ਉਹਨਾਂ ਉਸ ਕਾਲੇ ਮੋਤੀਏ ਨੂੰ, ਚਿੱਟੇ ਮੋਤੀਏ ਨੂੰ ਹਟਾ ਸਕਦਾ ਆ। ਮੇਰੀ ਭੈਣ ਯੀਸ਼ੂ ਦੇ ਅੱਗੇ ਸ਼ਰਮਿੰਦੀ ਨਾ ਹੋ, ਯੀਸ਼ੂ ਦਾ ਧੰਨਵਾਦ ਕਰ। ਮੇਰੇ ਭਾਈ ਯੀਸ਼ੂ ਦਾ ਧੰਨਵਾਦ ਕਰ, ਉਹ ਅੱਜ ਵੀ ਮੌਜੂਦ ਹੈ, ਉਹ ਵੇਲੇ ਸਿਰ ਮਿਲਣ ਵਾਲੀ ਸਹਾਇਤਾ ਆ ਜੋ ਤੁਹਾਡੀਆਂ ਅੱਖਾਂ ਨੂੰ ਸੁਜਾਖਾ ਕਰ ਸਕਦਾ ਆ। ਫੱਕੀ ਫਰੀਸੀ ਅੱਜ ਵੀ ਹੈਗੇ ਨੇ ਜੋ ਤੁਹਾਨੂੰ ਦਬਾਉਣਗੇ ਅਤੇ ਕਹਿਣਗੇ ਕਿ ਯੀਸ਼ੂ ਦਾ ਨਾਮ ਨਾ ਲਓ, ਯੀਸ਼ੂ ਦੇ ਬਾਰੇ ਗੱਲ ਨਾ ਕਰੋ। ਪਰ ਜਿਹੜਾ ਸੁਜਾਖਾ ਹੋ ਚੁੱਕਿਆ ਉਹਨੂੰ ਪਤਾ ਮੈਂ ਕੀ ਕਹਿਣਾ ਹੈ, ਮੈਂ ਕਿਹਦੇ ਪੱਖ ਵਿੱਚ ਖੜੇ ਹੋਣਾ ਹੈ, ਮੈਂ ਕਿਹਦੇ ਬਾਰੇ ਚ ਗੱਲ ਕਰਨੀ ਹੈ। ਹਾਲੇਲੂਇਆ। ਸਭ ਆਵਾਜ਼ਾਂ ਨੂੰ ਉੱਚਾ ਉਠਾਈਏ। ਧੰਨਵਾਦ ਯਿਸੂ ਸੱਚ ਮੇਰੇ ਪ੍ਰਭੂ, ਮੈਂ ਹੀ ਅੰਨਾ ਸੀ। ਖੁਦਾਵੰਦ ਦੇ ਜਨਮ ਤੋਂ ਹੀ ਅੰਨਾ ਪੈਦਾ ਹੋਇਆ ਸੀ। ਪਰ ਮੇਰੇ ਪ੍ਰਭੂ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ ਕਿ ਖੁਦਾਵੰਦ ਤੁਸੀਂ ਮੈਨੂੰ ਪ੍ਰਭੂ ਸੁਜਾਖਾ ਕੀਤਾ। ਖੁਦਾਵੰਦ ਇਹ ਸਮਾਂ ਹੈ ਤੁਹਾਡਾ ਸੱਚੇ ਵਚਨ ਦੇ ਨਾਲ ਆਪਣੇ ਆਪ ਨੂੰ ਪ੍ਰਭੂ ਦੇ ਅਧੀਨ ਲਿਆਉਂਦਾ, ਤਾਂ ਜੋ ਪ੍ਰਭੂ ਆਪਣੇ ਆਪ ਨੂੰ ਪ੍ਰਭੂ ਦੇ ਪੱਖ ਵਿੱਚ ਖੜੇ ਕਰਨ ਦਾ। ਮੈਂ ਖੁਦਾ ਮੇਰੇ ਭਾਈ ਮੇਰੀ ਭੈਣ ਆਪਣਾ ਸਮਾਂ ਬਰਬਾਦ ਨਾ ਕਰ। ਤੁਸੀਂ ਮੈਨੂੰ ਪ੍ਰਭੂ ਜੀ ਆਪਣਾ ਪੁੱਤਰ ਬਣਾਇਆ ਹੈ ਲਾਰਡ ਜੀਸਸ। ਖੁਦਾਵੰਦ ਇੱਕ ਅਧਿਕਾਰ ਦਿੱਤਾ ਹੈ ਲਾਰਡ ਜੀਸਸ, ਇੱਕ ਮਿਰਾਸ ਦਿੱਤੀ ਹੈ ਮੇਰੇ ਪ੍ਰਭੂ। ਮੈਂ ਤੁਹਾਡਾ ਬੜਾ ਹੀ ਧੰਨਵਾਦ ਕਰਦਾ ਹਾਂ, ਸ਼ੁਕਰ ਕਰਦਾ ਹਾਂ ਖੁਦਾਵੰਦ ਇਸ ਸੇਵਕਾਈ ਲਈ, ਖੁਦਾਵੰਦ ਸਤਵੇਂ ਦੂਤ ਲਈ ਪ੍ਰਭੂ। ਅਸੀਂ ਪਰਦੇਸੀ ਥੈਂਕ ਯੂ ਜੀਸਸ, ਯੂ ਆਰ ਵੰਡਰਫੁਲ। ਤੇ ਮੁਸਾਫਿਰ ਹਾਂ, ਓ ਯੈਸ। ਇਹ ਦੇਸ ਨਹੀਂ ਮੇਰਾ। ਟੈਂਪੋ ਆਮੀਨ। ਟੈਂਪੋ। ਅਸੀਂ ਪਰਦੇਸੀ ਤੇ ਮੁਸਾਫਿਰ ਹਾਂ, ਇਹ ਦੇਸ਼ ਨਹੀਂ ਮੇਰਾ। ਅਸੀਂ ਪਰਦੇਸੀ ਤੇ ਮੁਸਾਫਿਰ ਹਾਂ, ਇਹ ਦੇਸ਼ ਨਹੀਂ ਮੇਰਾ। ਮੈਂ ਆਪਣੀ ਦੇਹ ਨੂੰ ਕਹਿਣਾਗਾ, ਇਹ ਦੇਸ਼ ਨਹੀਂ ਮੇਰਾ। ਮੈਂ ਆਪਣੀ ਦੇਹ ਨੂੰ ਕਹਿਣਾਗਾ, ਇਹ ਦੇਸ਼ ਨਹੀਂ ਮੇਰਾ। ਮੈਂ ਇੱਕ ਦਿਨ ਬਦਲ ਜਾਵਾਂਗਾ, ਨਾ ਛੱਡ ਦਿਆਂਗਾ। ਮੈਂ ਇੱਕ ਦਿਨ ਬਦਲ ਜਾਵਾਂਗਾ, ਜ਼ਮਾਨਾ ਛੱਡ ਦਿਆਂਗਾ। ਅਸੀਂ ਪਰਦੇਸੀ ਤੇ ਮੁਸਾਫਿਰ ਹਾਂ। ਸਭ ਤਾਲੀ ਵਜਾ ਕੇ, ਮੁਰਦਾ ਤਾਲੀ ਨਹੀਂ, ਝੂਠੀ ਤਾਲੀ। ਮੈਂ ਆਪਣੀ ਦੇਹ ਨੂੰ ਕਹਿਣਾਗਾ, ਇਹ ਦੇਸ਼ ਨਹੀਂ ਮੇਰਾ। ਮੈਂ ਇੱਕ ਦਿਨ ਬਦਲ ਜਾਵਾਂਗਾ, ਜ਼ਮਾਨਾ ਛੱਡ ਦਿਆਂਗਾ। ਮੈਂ ਇੱਕ ਦਿਨ ਬਦਲ ਜਾਵਾਂਗਾ, ਜ਼ਮਾਨਾ ਛੱਡ ਦਿਆਂਗਾ। Praise the Lord. ਦੁਨੀਆਂ ਅੱਖਾਂ ਸੁਜਾਖੀਆਂ ਹੋ ਗਈਆਂ, ਉਹਨੇ ਜ਼ਮਾਨੇ ਦੀ ਪਰਵਾਹ ਨਾ ਕੀਤੀ, ਆਪਣੀ ਮਿਸ਼ਨ ਦੀ ਪਰਵਾਹ ਨਾ ਕੀਤੀ। ਉਹ ਯਿਸੂ ਮਸੀਹ ਦੇ ਪੱਖ ਵਿੱਚ ਖੜਾ ਹੋ ਗਿਆ, ਕਿਉਂਕਿ ਜ਼ਮਾਨੇ ਨੇ ਸਿਰਫ ਤੁਹਾਨੂੰ ਮੰਗਤਾ ਬਣਾਉਣਾ ਆ, ਪਰ ਯਿਸੂ ਮਸੀਹ ਤੁਹਾਨੂੰ ਆਪਣਾ ਪੁੱਤਰ ਬਣਾਉਂਦਾ ਆ। ਉਸ ਦੇਸ਼ ਦਾ ਰਾਜਾ ਸ਼ਾਨ ਦੇ ਜਦ ਬਾਗ ਚ ਆਉਂਦਾ ਸੀ। ਉਸ ਦੇਸ਼ ਦਾ ਰਾਜਾ ਸ਼ਾਨ ਦੇ ਜਦ ਬਾਗ ਚ ਆਉਂਦਾ ਸੀ। ਮੈਨੂੰ ਆਪਣੇ ਮੂੰਹ ਦੇ ਨਾਲ ਖੁਦਾ ਹਰ ਰੋਜ਼ ਖਵਾਉਂਦਾ ਸੀ। ਮੈਨੂੰ ਆਪਣੇ ਮੂੰਹ ਦੇ ਨਾਲ ਖੁਦਾ ਹਰ ਰੋਜ਼ ਖਵਾਉਂਦਾ ਸੀ। ਇਹਨਾਂ ਵਚਨਾਂ ਤੋਂ ਇਲਾਵਾ ਹੁਣ ਕੋਈ ਖੋਜ ਨਹੀਂ ਮੇਰਾ। ਇਹਨਾਂ ਵਚਨਾਂ ਤੋਂ ਇਲਾਵਾ ਹੁਣ ਕੋਈ ਖੋਜ ਨਹੀਂ ਮੇਰਾ। ਮੈਂ ਆਪਣੀ ਦੇਹ ਨੂੰ ਕਹਿਣਾ
ਹੋ ਰਹੀ ਹੈ ਆਪਣੇ ਦੇਸ਼ ਨੂੰ ਜਾ ਰਿਹਾ ਬੜੀ ਖੁਸ਼ੀ ਹੋ ਰਹੀ ਹੈ ਮੈਂ ਆਪਣਿਆਂ ਨੂੰ ਜਾ ਮਿਲਣਾ ਮੇਰੀ ਅੱਖ ਰੋ ਰਹੀ ਹੈ ਮੈਂ ਆਪਣਿਆਂ ਨੂੰ ਜਾ ਮਿਲਣਾ ਮੇਰੀ ਅੱਖ ਰੋ ਰਹੀ ਹੈ ਮੇਰੇ ਨਬੀ ਤੋਂ ਹਟ ਕੇ ਇੱਥੇ ਕੋਈ ਹੋਰ ਨਹੀਂ ਮੇਰਾ ਮੇਰੇ ਸੇਵਕ ਤੋਂ ਵੱਧ ਕੇ ਇੱਥੇ ਕੋਈ ਹੋਰ ਨਹੀਂ ਮੇਰਾ ਮੈਂ ਆਪਣੀ ਦੇਹ ਨੂੰ ਚੜਨਾਗਾ ਇਹ ਦੇਸ ਨਹੀਂ ਮੇਰਾ ਮੈਂ ਆਪਣੀ ਦੇਹ ਨੂੰ ਚੜਨਾਗਾ ਇਹ ਦੇਸ ਨਹੀਂ ਮੇਰਾ ਮੈਂ ਇੱਕ ਦਿਨ ਬਦਲ ਜਾਵਾਂਗਾ ਜ਼ਮਾਨਾ ਛੱਡ ਦਿਆਂਗਾ ਮੈਂ ਇੱਕ ਦਿਨ ਬਦਲ ਜਾਵਾਂਗਾ ਜ਼ਮਾਨਾ ਛੱਡ ਦਿਆਂਗਾ Thank you, Lord. ਕਦ ਮਿਲਾਂਗਾ ਆਪਣੇ ਯਿਸੂ ਨੂੰ ਇਹ ਸੋਚਦਾ ਰਹਿੰਦਾ ਹਾਂ ਕਦ ਮਿਲਾਂਗਾ ਆਪਣੇ ਯਿਸੂ ਨੂੰ ਮੈਂ ਸੋਚਦਾ ਰਹਿੰਦਾ ਹਾਂ ਕਿਤਾਬ ਦੇ ਵਾਂਗੂ ਬਚਨਾਂ ਨੂੰ ਮੈਂ ਸੋਚਦਾ ਰਹਿੰਦਾ ਹਾਂ ਕਿਤਾਬ ਦੇ ਵਾਂਗੂ ਬਚਨਾਂ ਨੂੰ ਮੈਂ ਸੋਚਦਾ ਰਹਿੰਦਾ ਹਾਂ ਮੈਂ ਉੱਡਣਾ ਅੱਖ ਦੀ ਚਪਕ ਦੇ ਨਾਲ ਉਦੇਸ਼ ਹੈ ਮੇਰਾ ਮੈਂ ਉੱਡਣਾ ਅੱਖ ਦੀ ਚਪਕ ਦੇ ਨਾਲ ਉਦੇਸ਼ ਹੈ ਮੇਰਾ ਮੈਂ ਆਪਣੀ ਦੇਹ ਨੂੰ ਕਹਿਣਾ ਇਹ ਦੇਸ ਨਹੀਂ ਮੇਰਾ ਮੈਂ ਆਪਣੀ ਦੇਹ ਨੂੰ ਕਹਿਣਾ ਇਹ ਦੇਸ ਨਹੀਂ ਮੇਰਾ ਮੈਂ ਇੱਕ ਦਿਨ ਬਦਲ ਜਾਵਾਂਗਾ ਜ਼ਮਾਨਾ ਛੱਡ ਦਿਆਂਗਾ ਮੈਂ ਇੱਕ ਦਿਨ ਬਦਲ ਜਾਵਾਂਗਾ ਜ਼ਮਾਨਾ ਛੱਡ ਦਿਆਂਗਾ Thank you, Lord. ਅੱਜ ਬੱਦਲ ਦੇ ਵਿੱਚ ਆਇਆ ਜੋ ਉਹਦਾ ਪੀਂਦਾ ਲਹਿਰਾਏ ਬੱਦਲ ਦੇ ਵਿੱਚ ਆਇਆ ਜੋ ਉਹਦਾ ਪੀਂਦਾ ਲਹਿਰਾਏ ਪਰ ਦੁਲਹਨ ਉਸ ਦੀ ਜਾਣਦੀ ਏ ਦੂਲੇ ਦਾ ਚਿਹਰਾ ਏ ਪਰ ਦੁਲਹਨ ਉਸ ਦੀ ਜਾਣਦੀ ਏ ਦੂਲੇ ਦਾ ਚਿਹਰਾ ਏ ਮੇਰੇ ਜੀਵਨ ਦਾ ਉਹ ਬਾਨੀ ਏ ਤੇ ਮੁੱਢਲਾ ਪਿਆਰ ਮੇਰਾ ਮੇਰੇ ਜੀਵਨ ਦਾ ਉਹ ਬਾਨੀ ਏ ਤੇ ਮੁੱਢਲਾ ਪਿਆਰ ਮੇਰਾ ਮੈਂ ਆਪਣੀ ਦੇਹ ਨੂੰ ਕਹਿਣਾ ਨਾ ਇਹ ਦੇਸ ਨਹੀਂ ਮੇਰਾ ਮੈਂ ਆਪਣੀ ਦੇਹ ਨੂੰ ਕਹਿਣਾ ਨਾ ਇਹ ਦੇਸ ਨਹੀਂ ਮੇਰਾ ਮੈਂ ਇੱਕ ਦਿਨ ਬਦਲ ਜਾਵਾਂਗਾ ਜ਼ਮਾਨਾ ਛੱਡ ਦਿਆਂਗਾ ਮੈਂ ਇੱਕ ਦਿਨ ਬਦਲ ਜਾਵਾਂਗਾ ਜ਼ਮਾਨਾ ਛੱਡ ਦਿਆਂਗਾ ਮੈਂ ਇੱਕ ਦਿਨ ਬਦਲ ਜਾਵਾਂਗਾ ਜ਼ਮਾਨਾ ਛੱਡ ਦਿਆਂਗਾ ਆਮੀਨ Glory. ਤੁਸੀਂ ਆਪਣੇ ਸਥਾਨ ਤੇ ਬੈਠ ਸਕਦੇ ਹੋ